ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਾਂਝੇ ਮਸਲੇ ਦੇਖ ਰਹੀਆਂ ਸਮੂਹ ਸੰਗਤਾਂ ਜੋ ਮੀਡੀਆ ਹਰ ਰਾਏਪੁਰ ਵਾਲੇ YouTube ਚੈਨਲ ਤੇ ਲਾਈਵ ਜੁੜੀਆਂ ਨੇ, ਔਰ ਨਾਲ ਭਾਈ ਮਨਜਿੰਦਰ ਸਿੰਘ ਹਰ ਰਾਏਪੁਰ ਵਾਲੇ Facebook ਪੇਜ ਦੇ ਉੱਤੇ ਜਿਹੜੀਆਂ ਸੰਗਤਾਂ ਜੁੜੀਆਂ ਨੇ, ਸਭ ਨੂੰ ਜੀ ਆਇਆਂ ਕਹਿੰਦੇ ਆ, ਸਭ ਦਾ ਸਵਾਗਤ ਕਰਦੇ ਹਾਂ ਜੀ। ਔਰ ਮੇਨ ਬੇਨਤੀ ਇਹ ਹੈ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਕਿ ਅੱਜ ਦਾ ਜੋ ਸਾਂਝੇ ਮਸਲੇ ਪ੍ਰੋਗਰਾਮ ਹੈ, ਮੇਰੇ ਨਾਲ ਨੇ ਸ਼੍ਰੀਮਾਨ ਸੰਤ ਬਾਬਾ ਸੰਤੋਸ਼ ਦਾਸ ਜੀ, ਡੇਰਾ ਬਾਬਾ ਸ਼੍ਰੀ ਚੰਦ ਸਾਹਿਬ ਜੀ, ਨਗਰ ਪੁੱਬੋਵਾਲ, ਹਿਮਾਚਲ ਪ੍ਰਦੇਸ਼। ਸਭ ਤੋਂ ਪਹਿਲਾਂ ਮਹਾਂਪੁਰਖਾਂ ਨੂੰ ਜੀਓ ਆਇਆਂ ਕਹਿੰਦੇ, ਉਸ ਤੋਂ ਉਪਰੰਤ ਫਿਰ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਅਗਲੀ ਬੇਨਤੀ ਕਰਾਂਗਾ। ਬਾਬਾ ਜੀ ਆਪ ਜੀ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਇਹ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਜੀ, ਪ੍ਰੋਗਰਾਮ ਸਾਂਝੇ ਮਸਲੇ, ਇਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ, ਸੰਗਤ ਦੇ ਨਾਲ ਵਿਚਾਰ ਕਰਦੇ ਹਾਂ ਕਿ ਕੋਈ ਜਿਹੜਾ ਵੀ ਮਸਲਾ ਸੰਗਤਾਂ ਦੇ ਵਿੱਚ ਹੋਵੇ, ਮੇਨ ਜਿਵੇਂ ਉਦਾਸੀ ਸੰਪਰਦਾ ਦਾ ਆਪਾਂ ਵਿਸ਼ਾ ਅੱਜ ਦਾ ਰੱਖਿਆ ਜੀ, ਵੀ ਉਦਾਸੀ ਸੰਪਰਦਾ ਬਾਰੇ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਕਿਸੇ ਦੇ ਮਨ 'ਚ, ਕਿਉਂਕਿ ਅੱਜ ਤੱਕ ਕਿੰਤੂ ਕਰਨ ਵਾਲੇ ਬਹੁਤ ਪ੍ਰਚਾਰਕ ਹੁੰਦੇ ਆ ਜੀ, ਪਰ ਜੇ ਸੰਗਤਾਂ ਦੇ ਕਮੈਂਟਾਂ 'ਚ ਕਈ ਵਾਰੀ ਸਵਾਲ ਆ ਜਾਂਦੇ ਆ। ਜੇ ਮੈਂ ਅੱਜ ਇਹੀ ਕੋਸ਼ਿਸ਼ ਕੀਤੀ ਆ ਸਾਂਝੇ ਮਸਲੇ ਪ੍ਰੋਗਰਾਮ ਦੇ ਨਾਲ ਕਿ ਜੇ ਕਿਸੇ ਦਾ ਉਦਾਸੀ ਸੰਪਰਦਾ ਦੇ ਬਾਰੇ ਕੋਈ ਵੀ ਮਸਲਾ ਹੈ, ਕੋਈ ਵੀ ਸਵਾਲ ਹੈ ਕਿਸੇ ਵੀ ਤਰ੍ਹਾਂ ਦਾ, ਉਹ ਅਸੀਂ ਉਦਾਸੀ ਮਹਾਂਪੁਰਖਾਂ ਕੋਲ ਬੈਠ ਕੇ ਹੀ ਜਿਹੜਾ ਆ ਉਹਦਾ ਜਵਾਬ ਅਸੀਂ ਸੰਗਤਾਂ ਨੂੰ ਤੁਹਾਡੇ ਰਾਹੀਂ ਜਿਹੜਾ ਸੰਗਤਾਂ 'ਚ ਰੱਖੀਏ। ਸੋ ਸੰਗਤ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਆਪ ਜੀ ਜਿੱਥੇ ਪ੍ਰੋਗਰਾਮ ਦੇਖ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਇਹਨੂੰ ਸ਼ੇਅਰ ਕਰਿਓ, ਅਤੇ ਜੇ YouTube ਰਾਹੀਂ ਦੇਖ ਰਹੇ ਹੋ ਉਸ ਨੂੰ ਵੀ ਸ਼ੇਅਰ ਕਰਿਓ, ਅਤੇ ਜਿੱਥੇ ਵੀ ਆਪ ਜੀ ਕਮੈਂਟ ਕਰੋਗੇ, ਆਪਣਾ ਸਵਾਲ ਰੱਖੋਗੇ ਉਦਾਸੀ ਸੰਪਰਦਾ ਬਾਰੇ, ਉਹ ਅਸੀਂ ਇਹ ਪ੍ਰੋਗਰਾਮ ਤੁਸੀਂ ਲਾਈਵ ਦੇਖ ਰਹੇ ਹੋ, ਮੈਂ ਦੁਬਾਰਾ ਬੇਨਤੀ ਕਰ ਦੇਵਾਂ, ਕਈ ਵਾਰੀ ਹੁੰਦਾ ਵੀ ਸ਼ਾਇਦ ਰਿਪੀਟ ਟੈਲੀਕਾਸਟ ਚੱਲਦਾ, ਸੋ ਤੁਸੀਂ ਬਿਲਕੁਲ ਲਾਈਵ ਦੇਖ ਰਹੇ ਹੋ। ਅਸੀਂ ਅੱਜ 6 ਤਰੀਕ ਨਵੰਬਰ ਦੀ 2020 ਅਸੀਂ ਮਹਾਂਪੁਰਖਾਂ ਕੋਲ ਬੈਠੇ ਹਾਂ। ਕਿਸੇ ਨੇ ਕੋਈ ਵੀ ਸਵਾਲ ਕਰਨਾ ਹੈ ਤਾਂ ਆਪ ਜੀ ਕਮੈਂਟਾਂ ਵਿੱਚ ਉਦਾਸੀ ਸੰਪਰਦਾ ਬਾਰੇ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਜਿਹੜਾ ਵਿਸ਼ੇ ਦੇ ਵਿੱਚੋਂ ਹੀ ਕੋਈ ਵੀ ਸਵਾਲ ਕਰ ਲਿਆ ਜਾਵੇ, ਬਾਹਰੋਂ ਵਿਸ਼ਾ ਲੈ ਕੇ ਜਿਹੜਾ ਉਹ ਸਵਾਲ ਨਾ ਕੀਤਾ ਜਾਵੇ। ਅਤੇ ਬਾਬਾ ਜੀ, ਜਿੰਨਾ ਚਿਰ ਸੰਗਤ ਦਾ ਸਵਾਲ ਆਉਂਦਾ ਅਤੇ ਆਪ ਜੀ ਦਾ ਮੈਂ ਸਵਾਗਤ ਵੀ ਕਰਦਾ। ਔਰ ਆਪ ਜੀ ਨੂੰ ਇਹ ਉਪਰਾਲਾ ਕਿਵੇਂ ਲੱਗਿਆ ਵੀ ਲਾਈਵ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣੇ? ਮੈਨੂੰ ਇਹ ਬਹੁਤ ਵਧੀਆ ਲੱਗਿਆ ਜੀ, ਕਿਉਂਕਿ ਇਸ ਜੋ ਹਾਲਤ ਚੱਲਦੇ ਹੈ ਜੀ, ਇਹਦੇ ਵਿੱਚ ਸੋਸ਼ਲ ਮੀਡੀਆ ਜੀ, ਪ੍ਰਿੰਟ ਮੀਡੀਆ ਜੀ, ਇਲੈਕਟ੍ਰੋਨਿਕ ਮੀਡੀਆ, ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਰੋਲ ਹੈ। ਜੀ, ਕਿਉਂਕਿ ਅਸੀਂ ਘਰ ਘਰ ਜਾ ਕੇ ਜੀ, ਉਹ ਗੱਲਾਂ ਨਹੀਂ ਕਰ ਸਕਦੇ ਜੀ, ਜਿਹੜਾ ਅਸੀਂ ਇਸ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ YouTube 'ਤੇ ਫੇਸਬੁੱਕ ਰਾਹੀਂ ਜੀ, ਤਾਂ ਜਾਂ WhatsApp ਰਾਹੀਂ ਜੀ, ਜਾਂ ਇੰਸਟਾਗ੍ਰਾਮ ਰਾਹੀਂ ਜੀ, ਜੀ, ਜੋ ਅਸੀਂ ਗੱਲਾਂ ਲੋਕਾਂ ਜਿਹੜੀਆਂ ਸੰਗਤ ਦੇ ਨੂੰ ਸਮਝਾ ਸਕਦੇ ਹਾਂ, ਜੀ, ਹੋ ਸਕਦਾ ਅਸੀਂ ਘਰ ਘਰ ਨਾ ਚਾਹੀਏ। ਜੀ, ਬਿਲਕੁਲ, ਠੀਕ ਹੈ ਜੀ, ਜਾਂ ਉਹਨਾਂ ਜਿਹੜੀਆਂ ਸੰਗਤਾਂ ਦਾ ਸਾਡੇ ਨਾਲ ਹੋ ਸਕਦਾ ਉਹ ਬਹੁਤ ਦੂਰ ਬੈਠੇ ਹੋਣ, ਸਾਡੇ ਨਾਲ ਮੇਲ ਨਾ ਹੋ ਸਕੇ। ਜੀ, ਜੀ, ਇਸ ਕਰਕੇ ਜੋ ਇਹ ਉਪਰਾਲਾ ਹੈ, ਇਹਦੇ ਨਾਲ ਇੱਕ ਤਾਂ ਆਪਾਂ ਸੰਗਤ ਨਾਲ ਜੁੜੇ ਰਹਿੰਦੇ ਹਾਂ, ਬਿਲਕੁਲ ਜੀ। ਦੂਜਾ ਜਿਹੜੇ ਇੱਕ ਬੈਠੇ ਬਿਠਾਏ ਬਵਾਲ ਖੜਾ ਕਰ ਦਿੰਦੇ, ਜਿਹੜਾ ਸਵਾਲ ਖੜਾ ਕਰ ਦੇਣਾ ਉਹਦਾ ਜਵਾਬ ਕੋਈ ਨਹੀਂ ਦਿੰਦਾ ਜੀ, ਜਵਾਬ ਨਹੀਂ ਦਿੰਦਾ ਕੋਈ ਵੀ। ਜੀ, ਇਸ ਚੀਜ਼ ਦਾ ਬੜਾ ਦੁੱਖ ਹੈ ਜੀ, ਕਿਉਂਕਿ ਸਾਡੇ ਵਿੱਚ ਇੱਦਾਂ ਦੇ ਮਹਾਂਪੁਰਸ਼ ਹੈਗੇ ਆ ਜੀ, ਜਿਹੜੇ ਬਹੁਤ ਜ਼ਿਆਦਾ ਨੌਲੇਜ ਰੱਖਦੇ ਆ, ਜੀ, ਉਹਨਾਂ ਨੂੰ ਇਤਿਹਾਸ ਦਾ ਬਹੁਤ ਜ਼ਿਆਦਾ ਪਤਾ ਹੈ, ਲੇਕਿਨ ਜਦੋਂ ਆਪਾਂ ਕੈਮਰੇ ਮੂਹਰੇ ਆ ਕੇ ਬੋਲਣ ਦੀ ਉਹਨਾਂ ਨੂੰ ਕਹਿੰਦੇ ਆ ਜੀ, ਤਾਂ ਉਹ ਕਤਰਾਉਂਦੇ ਵੀ ਅਸੀਂ ਬਾਬਾ ਜੀ, ਮੇਰੇ ਨਾਲ ਖੁਦ ਨਾਲ ਬੀਤਦਾ ਰਹਿੰਦਾ। ਅਸੀਂ ਕਈ ਵਾਰੀ ਕਈ ਪ੍ਰਚਾਰਕਾਂ ਨੂੰ ਫੋਨ ਕਰੀਦਾ ਵੀ ਬਾਬਾ ਜੀ ਵੀ ਸਾਡੇ ਨਾਲ ਤੁਸੀਂ ਮਸਲਿਆਂ ਦੇ ਵਿੱਚ ਬੈਠੋ, ਹੈ ਨਾ ਜੀ। ਬਾਬਾ ਜੀ, ਸਵਾਲ ਆ ਗਿਆ ਜੀ, ਕੀ ਸੰਤ ਸਰਵਣ ਦਾਸ ਜੀ ਉਦਾਸੀਨ ਮਤ 'ਚੋਂ ਸਨ, ਜਿਹੜੇ ਬੱਲਾਂ ਵਾਲੇ ਮਹਾਂਪੁਰਸ਼ ਹੈ ਜੀ? ਬਿਲਕੁਲ ਜੀ। ਜੀ, ਇਹ ਜਿਹੜਾ ਪਹਿਲਾਂ ਤੋਂ ਇਤਿਹਾਸ ਚੱਲਦਾ ਆ ਰਿਹਾ ਜੀ, ਇਹ ਉਦਾਸੀ ਸੰਪਰਦਾ ਨਾਲ ਜੁੜੇ ਹੋਏ ਸੀ, ਜੀ, ਲੇਕਿਨ ਹਰ ਮਹਾਂਪੁਰਸ਼ ਨਾ ਆਪਣਾ ਫਾਇਦਾ ਦੇਖਦਾ ਜੀ, ਕਿ ਸਾਨੂੰ ਕਿੱਥੋਂ ਜ਼ਿਆਦਾ ਫਾਇਦਾ ਹੁੰਦਾ ਹੈ। ਜੀ, ਇਹਨਾਂ ਨੇ ਕਾਂਸ਼ੀ ਦਾ ਮੁੱਦਾ ਚੱਕਿਆ, ਜੀ, ਰਵਿਦਾਸੀਆਂ ਨੂੰ ਆਪਣੇ ਨਾਲ ਜੋੜ ਕੇ ਜੀ, ਆਪਣੀ ਜਿਹੜੀ ਹੋਂਦ ਵਧਾਈ ਹੈ। ਬਿਲਕੁਲ ਜੀ, ਠੀਕ ਹੈ ਜੀ, ਸੱਚਾਈ ਹੈ। ਜੀ, ਤੇ ਉਹ ਐਕਚੁਅਲੀ ਜੋ ਉਹਨਾਂ ਦੀ ਨੀਂਹ ਪੱਥਰ ਹੈ ਉਹ ਉਦਾਸੀ ਸੰਪਰਦਾ ਨਾਲ ਜੁੜਿਆ ਹੋਇਆ। ਬਾਬਾ ਜੀ, ਜੇ ਆਪਾਂ ਕਠਾਰ ਦੀ ਗੱਲ ਕਰੀਏ ਸੰਤਾਂ ਦੀ, ਹਾਂਜੀ, ਜਿਹੜੇ ਬਾਬਾ ਜੀ ਇਹਨਾਂ ਦੇ ਬਾਬਾ ਜੀ ਕਹਿੰਦੇ ਸੁਰਿੰਦਰ ਦਾਸ ਬਾਬਾ ਜੀ, ਹਾਂਜੀ, ਉਹ ਬਕਾਇਦਾ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਆਗਮਨ ਦਿਹਾੜਾ ਆ ਉਹ ਕਠਾਰ ਗੁਰਦੁਆਰਾ ਸਾਹਿਬ ਮਨਾਉਂਦੇ ਆ, ਸਥਾਨ 'ਤੇ ਮਨਾਉਂਦੇ ਆ ਜੀ। ਬਿਲਕੁਲ, ਉਹਨਾਂ ਨੇ ਆਪਣੀ ਹੋਂਦ ਨਹੀਂ ਛੱਡੀ ਜੀ। ਆਪਾਂ ਜਦੋਂ ਵੀ ਜਿਹੜੇ ਥੈਂ ਨੂੰ ਛੱਡ ਕੇ, ਜਿਹੜਾ ਸਾਡਾ ਪ੍ਰੋਪਰ ਥੈਂ ਹੈ ਉਹਨੂੰ ਛੱਡ ਕੇ ਅਸੀਂ ਦੂਜੇ ਥਾਂ ਜਾਂਦੇ ਹਾਂ ਤਾਂ ਉੱਥੇ ਅਸੀਂ ਮਾਰ ਖਾਂਦੇ ਹਾਂ। ਜੀ, ਜੀ, ਆਪ ਜੀ ਆਪਣੀ ਰਵੀ ਵੀਰ ਜੀ ਨੂੰ ਇਹ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ
ਤੇ ਆਪ ਜੀ ਬਾਬਾ ਜੀ ਪਹਿਲੀ ਗੱਲ ਆਪਾਂ ਕਰ ਰਹੇ ਸੀਗੇ ਵੀ ਬਹੁਤ ਮਹਾਪੁਰਸ਼ ਨੇ ਜਿਹੜੇ ਬੋਲਣ ਤੋਂ ਕਤਰਾਉਂਦੇ ਆ ਜੀ। ਬਿਲਕੁਲ ਜੀ। ਆ ਵਿੱਚ ਸਵਾਲ ਆ ਗਿਆ ਸੀ ਆਪਾਂ ਤਾਂ ਕਰਕੇ। ਤੇ ਉਹ ਜਿਹੜੀ ਕਤਰਾਣ ਵਾਲੀ ਗੱਲ ਹੈ ਨਾ ਜੀ ਜੀ, ਸੱਚਾਈ ਕਿਸੇ ਨੂੰ ਸਾਹਮਣੇ ਲੈ ਕੇ ਆਉਣਾ ਪਊਗਾ ਜੀ। ਬਿਲਕੁਲ ਠੀਕ ਹੈ, ਸੱਚਾਈ ਕੌੜੀ ਹੁੰਦੀ ਹੈ ਜੀ। ਸੱਚਾਈ ਨੂੰ ਜਿਹੜਾ ਹੈ ਉਹ ਸਮਾਂ ਕਹਿੰਦਾ ਹੈ ਕਿ ਸੰਗਤ ਗੁੰਮਰਾਹ ਲੋਕ ਬਹੁਤ ਕਰ ਰਹੇ ਆ। ਬਿਲਕੁਲ ਜੀ। ਠੀਕ ਹੈ, ਉਹਨਾਂ ਨੂੰ ਸੱਚਾਈ ਉਹਨਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੀ ਜੀ। ਮੈਂ ਇਸੇ ਕਰਕੇ ਜਿਹੜਾ ਇਹ ਫੈਸਲਾ ਕੀਤਾ ਕਿ ਅਸੀਂ ਆਪਣੇ ਕੈਮਰੇ ਰਾਹੀਂ ਜੀ ਸੰਗਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਹੁਤ ਜ਼ਿਆਦਾ ਹੈ। ਦੇਖੋ ਇੱਕ ਚੀਜ਼ ਨਹੀਂ ਆਪਾਂ ਕਹਿ ਸਕਦੇ ਜੀ ਵੀ ਉਦਾਸੀ ਸੰਪਰਦਾ ਵਿੱਚ ਇਦਾਂ ਹੋ ਰਿਹਾ, ਸਿੱਖ ਪੰਥ 'ਚ ਇਦਾਂ ਹੋ ਰਿਹਾ। ਜੀ ਜਿੰਨੇ ਵੀ ਇਹ ਧਰਮ ਹੈਗੇ ਜੀ। ਠੀਕ ਹੈ, ਉਹ ਸਾਰੇ ਧਰਮ ਦੇ ਵਿੱਚ ਕੁਛ ਨਾ ਕੁਛ ਹੋ ਰਿਹਾ। ਜੀ ਉਹ ਜਿਹੜੇ ਇਤਿਹਾਸ ਨੂੰ ਤੋੜ ਰਿਹਾ, ਮੋੜ ਰਿਹਾ ਜਾ ਰਿਹਾ। ਜੀ ਜਿਹੜੇ ਹੁਣ ਤੁਸੀਂ ਗੁਰਬਾਣੀ ਨੂੰ ਵੀ ਤੁਸੀਂ ਪੜ੍ਹ ਕੇ ਦੇਖੋ ਨਾ ਜੀ, ਇੱਕ ਤੁਕ ਵਿੱਚ ਸਵਾਲ ਹੈ, ਜੀ ਦੂਜੀ ਤੁਕ ਵਿੱਚ ਉਹਦਾ ਜਵਾਬ ਹੈ। ਬਿਲਕੁਲ। ਅਸੀਂ ਸਵਾਲ ਚੱਕ ਕੇ ਬਵਾਲ ਖੜਾ ਕਰ ਦਿੰਦੇ, ਜਵਾਬ ਨਹੀਂ ਲੈਂਦੇ, ਲੇਕਿਨ ਜਿਹੜਾ ਅਗਲਾ ਜਵਾਬ ਹੈ ਉਹ ਅਸੀਂ ਲੋਕਾਂ ਦੇ ਵਿੱਚ ਮਤਲਬ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਬਿਲਕੁਲ ਇਸੇ ਕਰਕੇ ਹੀ ਅਸੀਂ ਜਿਹੜਾ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਕਹਿ ਲਓ, ਇਹ ਬਾਬਾ ਜੀ ਸਾਡੀ ਵੀ ਇੱਛਾ ਸੀਗੀ ਵੀ ਮਹਾਂਪੁਰਸ਼ ਕੋਈ ਵੀ ਤਿਆਰ ਹੋਣ, ਅਸੀਂ ਤਾਂ ਚਾਹੁੰਦੇ ਹੁੰਦੇ ਹਾਂ ਵੀ ਕੋਈ ਲਾਈਵ ਬੈਠ ਕੇ ਸੰਗਤ ਦੇ ਸਵਾਲਾਂ ਦੇ ਜਵਾਬ ਦੇਵੇ। ਕਿਉਂਕਿ ਮੈਂ ਇੱਕ ਗੱਲ ਸੰਗਤ ਤੇ ਵੀ ਹੈਰਾਨ ਹੁੰਨਾ ਜੀ ਕਈ ਵਾਰੀ ਵੀ ਸੰਗਤ ਜੇ ਤਾਂ ਤੁਸੀਂ ਉਦਾਸੀ ਸੰਪਰਦਾ ਦੀ ਫੋਟੋ ਪਾ ਦਿਓ ਜੀ ਤੇ ਕਮੈਂਟ ਕਰਨ ਵਾਲੇ ਬਹੁਤ ਵੀਰ ਹੁੰਦੇ ਆ ਜੀ, ਪਰ ਜਦੋਂ ਇਦਾਂ ਲਾਈਵ ਬੈਠ ਜਾਓ ਵੀ ਤੁਸੀਂ ਭਾਈ ਆਪਣਾ ਜਿਹੜਾ ਸਵਾਲ ਹੈ ਰੱਖ ਲਓ, ਅੱਜ ਤੁਹਾਨੂੰ ਜਵਾਬ ਦੇ ਦਿੰਨੇ, ਤੇ ਕੋਈ ਵੀਰ ਆ ਜਿਹੜਾ ਲਾਈਵ ਦੇ ਵਿੱਚ ਸਵਾਲ ਪੁੱਛਦਾ, ਨਹੀਂ ਤੇ ਆਦਤ ਇਹ ਬਣ ਚੁੱਕੀ ਆ ਵੀ ਬਾਅਦ ਵਿੱਚ ਅਸੀਂ ਕਟਾਕਸ਼ ਕਰਨਾ ਉਸ ਚੀਜ਼ ਤੇ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਬਾਬਾ ਜੀ? ਇਹ ਇੱਕ ਕਾਇਰਤਾ ਹੈ ਜੀ, ਜਿਹੜੀ ਅਸੀਂ ਕਿਸੇ ਨੂੰ ਵੈਸੇ ਬਿਨਾਂ ਮਤਲਬ ਤੋਂ ਉਹਨੂੰ ਅਸੀਂ ਭੰਡਣਾ ਸ਼ੁਰੂ ਕਰ ਦਿੰਦੇ ਹਾਂ ਜੀ। ਜਦ ਤੱਕ ਜੇ ਆਪਾਂ ਬੇਸਿਕਲੀ ਚਲੀਏ ਜੀ, ਬੇਸਿਕਲੀ ਜਿਹੜਾ ਹੈ ਸੱਚਾਈ ਸਾਹਮਣੇ ਆ ਕੇ ਸਾਡੇ ਮਤਲਬ ਅਸੀਂ ਉਹਦਾ ਜਵਾਬ ਦੇ ਸਕਦੇ ਹਾਂ। ਬਿਲਕੁਲ ਜੀ। ਠੀਕ ਹੈ, ਜੇ ਅਸੀਂ ਕਟਾਕਸ ਕਰਨਾ ਹੈ ਤਾਂ ਉਹਦੇ ਵਾਸਤੇ ਤਾਂ ਸਾਨੂੰ ਬਹੁਤ ਰਸਤੇ ਹੈਗੇ ਜੀ। ਠੀਕ ਹੈ ਜੀ ਜੀ। ਜਿਸ ਤਰ੍ਹਾਂ ਇੱਕ ਹੈ ਮਨ ਘੜੰਤ ਹੈ ਜੀ, ਕਿਸੇ ਪੇਂਟਰ ਨੇ ਨਾ ਆਪਣੀ ਫੋਟੋ ਕੋਈ ਬਣਾਈ ਜੀ, ਉਹਨੇ ਉੱਪਰ ਨੋਟ ਕਰ ਦਿੱਤਾ ਕਿ ਇਹਦੇ ਵਿੱਚ ਨੁਕਸ ਕੱਢੋ। ਠੀਕ ਹੈ ਜੀ। ਠੀਕ ਹੈ ਜੀ। ਤਾਂ ਕਿਸੇ ਨੇ ਲਿਖ ਦਿੱਤਾ ਇਹਦਾ ਨੱਕ ਠੀਕ ਨਹੀਂ ਜੀ, ਕਿਸੇ ਨੇ ਲਿਖ ਦਿੱਤਾ ਇਹਦਾ ਕੰਨ ਠੀਕ ਨਹੀਂ ਜੀ, ਕਿਸੇ ਨੇ ਕਹਿਤਾ ਇਹਦੀ ਦਾੜੀ ਵਧੀਆ ਨਹੀਂ ਜੀ, ਤੇ ਕਮੈਂਟ ਨਾਲ ਭਰ ਗਿਆ। ਠੀਕ ਹੈ ਜੀ। ਉਹ ਜਿਹੜਾ ਪੇਂਟਰ ਦਾ ਬੜਾ ਦੁਖੀ ਹੋਇਆ, ਕਹਿੰਦਾ ਮੈਂ ਬੜੀ ਮਿਹਨਤ ਨਾਲ ਇਹ ਪਿਕਚਰ ਤਿਆਰ ਕੀਤੀ ਹੈ, ਪਰ ਇਹਨਾਂ ਨੇ ਕਮੈਂਟ ਜਿਹੜੇ ਆ ਦੇ ਕੇ ਮੇਰਾ ਜਿਹੜਾ ਮਨ ਬੱਲਾ ਉਹ ਗਰਾ ਦਿੱਤਾ। ਜੀ। ਕੋਈ ਮਹਾਂਪੁਰਸ਼ ਟੱਕਰਿਆ ਉਹਨੂੰ ਜੀ। ਉਹ ਕਹਿੰਦਾ ਹੁਣ ਇਦਾਂ ਕਰ, ਇੱਥੇ ਤੂੰ ਹਾਰ ਗਿਆ, ਜੀ, ਕੱਲ ਨੂੰ ਇਹੀ ਫੋਟੋ ਬਣਾਉਣੀ ਤੇ ਇਹਦੇ ਵਿੱਚ ਲਿਖਣਾ ਵੀ ਜਿਹੜਾ ਨੁਕਸ ਚੋਂ ਕੱਢ ਸਕਦਾ ਉਹ ਮੈਨੂੰ ਕੱਢ ਕੇ ਦੱਸੇ। ਵੀ ਜਿਹੜਾ ਨੁਕਸ ਤਾਂ ਸਾਰਿਆਂ ਨੇ ਕੱਢਿਆ, ਵੀ ਜਿਹੜਾ ਉਹਨੂੰ ਠੀਕ ਕਰ ਸਕਦਾ ਉਹ ਦੱਸੇ, ਉਹ ਬੰਦਾ ਇਹਨੂੰ ਠੀਕ ਕਰਕੇ ਜਾਵੇ। ਠੀਕ ਹੈ ਜੀ। ਤਾਂ ਸ਼ਾਮ ਤੱਕ ਕੋਈ ਕਮੈਂਟ ਨਹੀਂ ਆਇਆ, ਕਿਸੇ ਨੇ ਨਿਸ਼ਾਨੀ ਨਹੀਂ ਲਾਈ ਜੀ, ਕੋਈ ਨਿਸ਼ਾਨੀ ਨਹੀਂ ਲਾਈ। ਜੀ ਜੀ। ਕਿ ਅਸੀਂ ਸੌਖਾ ਕੰਮ ਲੱਭਦੇ ਹਾਂ ਵੀ ਸਿਰਫ ਅਸੀਂ ਉਂਗਲੀ ਚੱਕਦੇ ਨੇ ਵੀ ਇਹ ਠੀਕ ਨਹੀਂ ਹੈ। ਜੀ ਜੀ। ਲੇਕਿਨ ਉਹਨੂੰ ਠੀਕ ਕਿੱਦਾਂ ਕਰਨਾ ਉਹਦਾ ਸਾਡੇ ਕੋਲ ਕੋਈ ਇਲਾਜ ਨਹੀਂ ਜੀ। ਮੈਂ ਫਿਰ ਇੱਕ ਵਾਰੀ ਸੰਗਤਾਂ ਨੂੰ ਦੱਸਦੇ ਹਾਂ ਜੀ ਕਿ ਆਪ ਜੀ ਅੱਜ 6 ਨਵੰਬਰ 2020 ਸ਼ਾਮ ਦੇ ਤਕਰੀਬਨ 7:05 ਹੋ ਚੁੱਕੇ ਹੈ। ਤੁਸੀਂ ਇਹ ਪ੍ਰੋਗਰਾਮ ਸਾਂਝੇ ਮਸਲੇ ਜਿਹੜਾ ਉਹ ਲਾਈਵ ਫੇਸਬੁੱਕ ਭਾਈ ਮਨਜਿੰਦਰ ਸਿੰਘ ਹਰ ਰਾਏਪੁਰ ਵਾਲੇ ਔਰ YouTube ਚੈਨਲ ਦੇ ਉੱਤੇ ਮੀਡੀਆ ਹਰ ਰਾਏਪੁਰ ਵਾਲੇ ਰਾਹੀਂ ਲਾਈਵ ਦੇਖ ਰਹੇ ਹੋ। ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਰੱਖਿਆ ਅਸੀਂ ਉਦਾਸੀ ਸੰਪਰਦਾ ਬਾਰੇ। ਕਿਸੇ ਦੇ ਵੀ ਮਨ 'ਚ, ਕਿਸੇ ਦੇ ਵੀ ਜ਼ਿਹਨ ਵਿੱਚ ਕੋਈ ਵੀ ਸਵਾਲ ਹੈ, ਜਿਵੇਂ ਕਿ ਆਮ ਕਰਕੇ ਕਰਦੇ ਹੀ ਰਹਿੰਦੇ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਦਾ ਕਹਿਣਾ ਨਹੀਂ ਸੀ ਮੰਨਿਆ, ਉਹ ਇੱਕ ਗੁੰਮਰਾਹ ਔਲਾਦ ਸਨ ਮਹਾਰਾਜ ਦੀ। ਖੈਰ ਸਾਨੂੰ ਇਹ ਬਚਨ ਕਰਨੇ ਨਹੀਂ ਚਾਹੀਦੇ, ਪਰ ਇੱਕ ਸੰਗਤ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ 'ਚ ਰੱਖਣੀਆਂ ਪੈਂਦੀਆਂ। ਕਿਸੇ ਤਰ੍ਹਾਂ ਦਾ ਕਿਸੇ ਦੇ ਮਨ 'ਚ ਕੋਈ ਵੀ ਸਵਾਲ ਹੈ, ਤੁਸੀਂ ਲਾਈਵ ਦੇਖ ਰਹੇ ਹੋ, ਤੁਸੀਂ ਲਾਈਵ ਦੇ ਵਿੱਚ ਆਪਣੇ ਮਨ ਦਾ ਇਹ ਨਹੀਂ ਵੀ ਅਸੀਂ ਤੁਹਾਡਾ ਕੋਈ ਇਹ ਨਹੀਂ ਵੀ ਅਸੀਂ ਖਿਜਾਂਗੇ ਜਾਂ ਅਸੀਂ ਕੋਈ ਉਹਦਾ ਗਲਤ ਜਵਾਬ ਤੁਹਾਨੂੰ ਦੇਵਾਂਗੇ। ਬੜੀ ਸ਼ਬਦਾਵਲੀ ਚੰਗੀ ਤੁਹਾਡੀ ਵੀ ਹੋਵੇ ਸਵਾਲ ਕਰਨ ਵਾਲਿਆਂ ਦੀ, ਤੇ ਬੜੇ ਪਿਆਰ ਨਾਲ ਆਪ ਜੀ ਨੂੰ ਉਸ ਸਵਾਲ ਦਾ ਜਵਾਬ ਦਿੱਤਾ ਜਾਊਗਾ। ਸੋ ਕੋਈ ਵੀ ਤੁਹਾਡਾ ਉਦਾਸੀ ਸੰਪਰਦਾ ਦੇ ਪ੍ਰਥਾਈ ਕੋਈ ਵੀ ਸਵਾਲ ਹੋਵੇ ਤੇ ਤੁਸੀਂ ਉਹ ਆਪਣਾ ਜਿਹੜੇ ਮਾਧਿਅਮ ਰਾਹੀਂ ਤੁਸੀਂ ਦੇਖ ਰਹੇ ਹੋ। ਤੇ ਸ਼ਮਸ਼ੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਸੰਗਤਾਂ ਲਾਈਵ ਦੇਖ ਰਹੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ। ਰਾਗੀ ਰਜਿੰਦਰ ਸਿੰਘ ਜੀ ਹੁਸ਼ਿਆਰਪੁਰ ਤੋਂ ਦੇਖ ਰਹੇ ਨੇ, ਹੋਰ ਜਿੰਨੀਆਂ ਵੀ ਸੰਗਤਾਂ, ਸ਼ਮਸ਼ੇਰ ਸਿੰਘ ਜੀ ਹੈ, ਤੇ ਜਿਨ੍ਹਾਂ ਦਾ ਵੀ ਸਵਾਲ ਹੋਵੇ ਕੋਈ ਵੀ ਉਦਾਸੀ ਸੰਪਰਦਾ ਬਾਰੇ, ਮੈਂ ਬੇਨਤੀ ਕਰ ਰਿਹਾ ਸਾਂ ਤੁਸੀਂ ਉਹ ਆਪਣਾ ਸਵਾਲ ਜਿਹੜਾ ਆ ਤੁਸੀਂ ਸੰਗਤ ਵਿੱਚ ਕਰ ਸਕਦੇ ਹੋ ਕਮੈਂਟ ਰਾਹੀਂ। ਤਾਂ ਮੈਂ ਆਪ ਜੀ ਦਾ ਜਵਾਬ ਮਹਾਂਪੁਰਸ਼ਾਂ ਤੋਂ ਫਿਰ ਕਮੈਂਟ ਰਾਹੀਂ ਜੋ ਆਪ ਜੀ ਸਵਾਲ ਕਰੋਗੇ ਉਹ ਜਵਾਬ ਲਵਾਂਗਾ। ਬਾਬਾ ਜੀ ਜਦ ਤੱਕ ਫਤਿਹ ਬੁਲਾ ਰਹੀ ਹੈ ਸਾਰੀ ਸੰਗਤ, ਇੱਕ ਵਾਰੀ
ਸਾਰਿਆਂ ਨੂੰ ਆਪ ਜੀ ਵੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਦ ਤੱਕ ਬਾਬਾ ਜੀ ਆਪਾਂ ਹੋਰ ਗੱਲ ਕਰ ਲਈਏ, ਕਿੰਤੂ ਪਰੰਤੂ ਬੜੇ ਇਤਿਹਾਸ ਦੇ ਉੱਤੇ ਹੁੰਦੇ ਆ ਜੀ। ਖੈਰ ਮੈਂ ਪੁੱਛਣ ਨੂੰ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਪ੍ਰਥਾਏ ਪੁੱਛ ਸਕਦਾ ਆਪ ਜੀ ਦੇ ਵਿੱਚ ਵੀ ਆਹ ਕੰਟਰੋਵਰਸੀ ਆ ਸੰਗਤ ਦੇ ਅੰਦਰ ਆ, ਪਰ ਸੰਗਤ ਪੁੱਛੇ ਜ਼ਿਆਦਾ ਚੰਗੀ ਗੱਲ ਹੈ। ਥੋੜਾ ਜਿਹਾ ਆਪਾਂ ਹਟ ਕੇ ਥੋੜੀ ਜਿਹੀ ਗੱਲ ਕਰ ਲਈਏ ਜੀ। ਬਿਲਕੁਲ ਜੀ, ਕਿਉਂਕਿ ਕਿੰਤੂ ਪਰੰਤੂ ਦੀ ਗੱਲ ਕਰ ਰਹੇ ਹਾਂ ਜੀ। ਪਿੱਛੇ ਜਾਏ ਜੀ ਸਾਡੇ ਪ੍ਰਚਾਰਕਾਂ ਨੇ ਮਾਤਾ ਭਾਗ ਕੌਰ ਜੀ, ਜਿਹੜੇ ਬੜੇ ਸਤਿਕਾਰਯੋਗ ਹੋਏ ਆ, ਮਾਤਾ ਭਾਗੋ ਜੀ ਵੀ ਉਹਨਾਂ ਨੂੰ ਕਿਹਾ ਜਾਂਦਾ ਜੀ। ਬਿਲਕੁਲ ਰਜਿੰਦਰ ਸਿੰਘ ਜੀ, ਤੁਸੀਂ ਸਵਾਲ ਕਰੋ, ਅਸੀਂ ਉਹਦਾ ਜਵਾਬ ਲਵਾਂਗੇ। ਉਹ ਕਹਿੰਦੇ ਜੀ ਚਾਨਣਾ ਪਾ ਦਿਓ ਜੀ, ਕੁਝ ਪੱਲੇ ਪੈ ਜਾਵੇ। ਬਿਲਕੁਲ ਪਊਗਾ ਜੀ, ਜੇ ਤੁਸੀਂ ਸਵਾਲ ਕਰੋਗੇ। ਜਿਹੜਾ ਵੀ ਮਨ 'ਚ ਤੁਹਾਡੇ ਬਲਬਲਾ ਹੈਗਾ ਤੁਸੀਂ ਸਵਾਲ ਕਰੋ। 45-50 ਜਾਣੇ ਤੁਸੀਂ ਦੇਖ ਰਹੇ ਹੋ ਲਾਈਵ ਫੇਸਬੁੱਕ ਰਾਹੀਂ, ਤੁਸੀਂ ਸ਼ੇਅਰ ਵੀ ਜ਼ਰੂਰ ਕਰੋ। ਇਹ ਤੁਹਾਡਾ ਹੱਕ ਵੀ ਬਣਦਾ। ਜੇ 44-45 ਜਿਹੜੇ ਸਰੀਰ ਦੇਖਦੇ ਆ, ਜਿਨ੍ਹਾਂ ਨੇ ਸ਼ੇਅਰ ਕੀਤਾ ਧੰਨਵਾਦ, ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਦਿਓ, ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਕਈ ਵਾਰੀ ਕਈਆਂ ਸੰਗਤਾਂ ਦੇ ਮਨਾਂ 'ਚ ਸਵਾਲ ਹੁੰਦੇ। ਤੇ ਬਾਬਾ ਜੀ ਮਾਤਾ ਭਾਗ ਕੌਰ ਜੀ ਦੀ ਆਪਾਂ ਜ਼ਿਕਰ ਕਰਦੇ ਸੀ, ਸਿੱਖ ਇਤਿਹਾਸ ਦੇ ਬੜੇ ਯੋਧੇ ਹੋਏ ਆ ਮਾਤਾ ਭਾਗ ਕੌਰ, ਮਾਈ ਭਾਗੋ ਜੀ। ਉਹਨਾਂ ਦੇ ਪ੍ਰਥਾਏ ਪਿੱਛੇ ਜਾਏ ਬਹੁਤ ਕੰਟਰੋਵਰਸੀ ਚੱਲੀ ਸੀ। ਇੱਕ ਗਾਉਣ ਵਾਲੇ ਨੇ ਜਦੋਂ ਗਾਣਾ ਗਾਇਆ, ਉਸ ਤੋਂ ਬਾਅਦ ਸਾਡੇ ਪ੍ਰਚਾਰਕਾਂ ਦੇ ਵਿੱਚ ਇਹ ਵਿਵਾਦ ਪੈਦਾ ਹੋ ਗਿਆ। ਉਹ ਤਾਂ ਮਹਾਰਾਜ ਨਾਲ ਨਗਨ ਰਹੇ ਆ, ਉਹ ਤਾਂ ਮਹਾਰਾਜ ਦੇ ਨਾਲ ਨਗਨ ਲਿਖਿਆ ਸੂਰਜ ਪ੍ਰਕਾਸ਼ 'ਚ। ਅਸਲ ਸੱਚਾਈ ਕੀ ਹੈ ਜੀ? ਤੁਸੀਂ ਕਿਸ ਨਜ਼ਰ ਨਾਲ ਇਤਿਹਾਸ ਜਿਹੜਾ ਪੜ੍ਹਿਆ, ਕਿਸ ਨਜ਼ਰ ਨਾਲ ਦੇਖਿਆ ਜੀ? ਗੱਲ ਇਹ ਹੈ ਜੀ, ਜਿਹੜੀ ਮਾਤਾ ਭਾਗ ਕੌਰ ਦੀ ਗੱਲ ਆਪਾਂ ਕਰਦੇ ਹਾਂ ਜੀ, ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਿੱਖ ਪੰਥ ਨੂੰ। ਉਹਨਾਂ ਦੀ ਬੜੀ ਸੇਧ ਹੈਗੀ ਹੈ। ਨਿਸ਼ਾਨ ਸਿੰਘ ਜੀ, ਮੈਂ ਤੁਹਾਡਾ ਜਵਾਬ ਲੈ ਕੇ ਦੇ ਰਿਹਾ। ਮਹਾਂਪੁਰਸ਼ਾਂ ਤੋਂ ਬਸ ਆਹ ਗੱਲ ਪੂਰੀ ਕਰ ਲੈਣ ਦਿਓ। ਤੁਹਾਡਾ ਇਹ ਕਮੈਂਟ ਮੈਂ ਜ਼ਰੂਰ ਸਵਾਲ ਕਿ ਜਿਹੜੀ ਜਦੋਂ ਖਾਲਸਾ ਫੌਜ ਤਿਆਰ ਕੀਤੀ ਗਈ ਨਾ ਜੀ, ਉਹਦੇ ਵਿੱਚ ਜਨਾਨੀਆਂ ਨੂੰ ਮਤਲਬ ਹਿੱਸਾ ਲੈਣ ਦਾ ਇਜਾਜ਼ਤ ਨਹੀਂ ਸੀ ਜੀ। ਜਦੋਂ ਉਹਨਾਂ ਦੇ ਮਨ ਦੇ ਵਿੱਚ ਚਾਅ ਆਇਆ, ਉਹਨਾਂ ਨੇ ਬੰਦੇ ਦਾ ਭੇਸ ਧਾਰ ਕੇ ਜੀ, ਉਹਨਾਂ ਨੇ ਉਸ ਯੁੱਧ ਵਿੱਚ ਹਿੱਸਾ ਲਿਆ। ਬਿਲਕੁਲ ਜੀ। ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਜਿਹੜੇ ਦੁਸ਼ਮਣ ਥੇ ਜੀ, ਉਹਨਾਂ ਦਾ ਕਾਫੀ ਖਾਤਮਾ ਕੀਤਾ। ਜੀ, ਪਰ ਉਹ ਉਸ ਦੌਰਾਨ ਉਹਨਾਂ ਦੇ ਸਰੀਰ ਦੇ ਉੱਪਰ ਫੱਟ, ਜਿੱਦਾਂ ਕੱਟ ਬਹੁਤ ਲੱਗ ਗਏ ਸੀਗੇ। ਜੀ, ਕੋਟਨ ਫੱਟ ਲਿਖਿਆ ਉੱਥੇ। ਜੀ, ਕੋਟਨ ਮਤਲਬ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਅਣਗਿਣਤ ਫੱਟ ਸਰੀਰ ਤੇ ਲੱਗੇ ਹੋਏ ਸੀ। ਜੀ, ਜੀ, ਉਸ ਵੇਲੇ ਕੋਈ ਇਦਾਂ ਦਾ ਇਲਾਜ ਨਹੀਂ ਚੱਲਦਾ ਸੀਗਾ ਜੀ, ਜਿਹੜਾ ਮਤਲਬ ਕਿਤੇ ਹਸਪੀਟਲ 'ਚ ਦਾਖਲ ਕੀਤਾ ਜਾਵੇ। ਜੀ, ਦੇਸੀ ਪੈਥੀ ਦੇ ਨਾਲ ਇਲਾਜ ਕੀਤਾ ਜਾਂਦਾ ਉਦੋਂ ਜੜੀਆਂ ਬੂਟੀਆਂ ਵਗੈਰਾ, ਜੜੀਆਂ ਬੂਟੀਆਂ ਤੇ। ਜੀ। ਉਸ ਵੇਲੇ ਇਹਨਾਂ ਨੂੰ ਜਦੋਂ ਫੱਟ ਲੱਗੇ ਤਾਂ ਮਹਾਰਾਜ ਨੇ ਜਦੋਂ ਇਹਨਾਂ ਨੂੰ ਦੇਖਿਆ ਤਾਂ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਤਾਂ ਕੋਈ ਜਨਾਨੀ ਹੈ। ਮਤਲਬ ਸੰਗਤ ਲੱਗ ਪਈ ਜੀ ਸਵਾਲ ਕਰਨ, ਤੇ ਆਪ ਜੀ ਦੇ ਦਿਓ ਜਵਾਬ ਛੇਤੀ, ਥੋੜੇ ਸ਼ਬਦਾਂ 'ਚ ਆਪਾਂ। ਥੋੜੇ ਜਿਹੇ ਦੇ ਦਾਂ। ਹਾਂਜੀ, ਆਪਾਂ ਫਿਰ ਸੰਗਤ ਦੇ ਨਹੀਂ ਤਾਂ ਕਮੈਂਟ ਉੱਪਰ ਚੱਲੂਗੇ ਜੀ। ਤੇ ਉਹ ਜਿਹੜਾ ਉਹਨਾਂ ਨੇ ਫਿਰ ਜਿਹੜੇ ਬੀਬੀਆਂ ਸੀਆਂ ਉਹਨਾਂ ਨੂੰ ਉਹਨਾਂ ਦੇ ਉਹਦੇ ਵਿੱਚ ਭੇਜ ਦਿੱਤਾ ਜਿੱਥੇ ਉਹਨਾਂ ਦੇ ਰਹਿਸ਼ ਸੀਗੀ ਜੀ। ਤੇ ਉਹ ਜਦੋਂ ਕੱਪੜਾ ਸ਼ੀਰ ਤੇ ਪਾਉਂਦੇ ਸੀਗੇ ਜੀ, ਤੇ ਉਹਨਾਂ ਦੇ ਕੱਪੜਾ ਨਾਲ ਸ਼ੀਰ ਦੇ ਚਿੰਬੜਦਾ ਸੀਗਾ। ਜਿਹੜੇ ਉਹ ਫੱਟ ਵੱਜੇ ਸੀ ਉਹਨਾਂ ਦੇ ਨਾਲ ਕੱਪੜਾ ਜੁੜ ਜਾਂਦਾ ਸੀਗਾ। ਕੱਪੜਾ ਖੋਲਣਾ ਔਖਾ ਹੁੰਦਾ ਸੀ। ਉਹ ਤਾਂ ਬਾਬਾ ਜੀ ਜੇ ਅੱਜ ਵੀ ਆਪਾਂ ਦੇਖੀਏ ਕੋਈ ਫੱਟ ਸਾਡੇ ਚੀਰਾ ਜਾਂ ਰਗੜ ਲੱਗੀ ਹੋਵੇ ਤਾਂ ਵੀ ਨਹੀਂ ਅਸੀਂ ਤਾਂ ਕੱਪੜਾ ਲੱਗਣ ਦਿੰਦੇ ਨਾਲ ਜੀ। ਬਿਲਕੁਲ ਜੀ। ਜੀ। ਤੇ ਉਸ ਵੇਲੇ ਉਹਨਾਂ ਨੂੰ ਨੰਗਨ ਹਾਲਤ ਵਿੱਚ ਰੱਖਣਾ ਪਿਆ। ਠੀਕ ਹੈ ਜੀ। ਉਹ ਇਹ ਨਹੀਂ ਹੈ ਕਿ ਗੁਰੂ ਮਹਾਰਾਜ ਦੇ ਨਾਲ ਰਹੇ। ਇੱਥੇ ਕਈ ਪ੍ਰਚਾਰਕ ਜਿਹੜੇ ਕਹਿੰਦੇ ਜੀ ਉਹਨਾਂ ਦੀ ਸੁਰਤੀ ਲੱਗ ਜਾਂਦੀ ਸੀ ਜੀ, ਮਤਲਬ ਉਹ ਉੱਪਰਲੀ ਪਦਵੀ ਨੂੰ ਪਹੁੰਚ ਗਏ ਜੀ। ਇਹ ਮਨ ਘੜੰਤ ਗੱਲ ਹੈਗੀ ਹੈ। ਠੀਕ ਹੈ। ਅਸਲ ਕਹਾਣੀ ਅਸੀਂ ਉਹਨਾਂ ਸ਼ੀਰ ਤੇ ਇੰਨੇ ਕੱਟ ਲੱਗੇ ਹੋਏ ਸੀ ਕੱਪੜਾ ਨਹੀਂ ਪਾ ਸਕਦੇ ਸੀਗੇ। ਉਹਨਾਂ ਦਾ ਇਲਾਜ ਚੱਲਦਾ ਪਿਆ ਸੀਗਾ। ਜਦੋਂ ਗੁਰੂ ਮਹਾਰਾਜ ਮਿਲਣ ਜਾਂਦੇ ਸੀ ਤਾਂ ਉਹਨਾਂ ਮੂਹਰੇ ਏਦਾਂ ਕੱਪੜਾ ਲਾ ਦਿੱਤਾ ਜਾਂਦਾ ਤਾਂ ਮੂੰਹ ਸਿਰਫ ਦਿਖਾਇਆ ਜਾਂਦਾ ਸੀਗਾ। ਸਤਿਵਚਨ ਜੀ। ਇਹਨੂੰ ਜਿੰਨਾ ਮਰਜ਼ੀ ਤੁਸੀਂ ਗਲਤ ਪ੍ਰਚਾਰ ਕਰੋ ਜੀ। ਤੇ ਬਾਬਾ ਜੀ ਅੱਜ ਵੀ ਜੇ ਦੇਖਿਆ ਜਾਵੇ ਕਾਰ ਸੇਵਾ ਵਾਲੇ ਜਥੇਬੰਦੀਆਂ ਦੇ ਵਿੱਚ ਵੀ ਬੀਬੀਆਂ ਵੱਖਰੀਆਂ ਹੁੰਦੀਆਂ, ਭਾਵੇਂ ਉਹਨਾਂ ਦੇ ਪਰਿਵਾਰ ਨਾਲ ਹੁੰਦੇ ਆ ਵੀਰ ਜਿਹੜੇ ਸੇਵਾ ਵਾਲੇ ਆ, ਪਰ ਉੱਥੇ ਵੀ ਜੇ ਜਾਣਾ ਹੋਵੇ ਤਾਂ ਆਗਿਆ ਤੋਂ ਬਿਨਾਂ ਨਹੀਂ ਜਾਇਆ ਜਾ ਸਕਦਾ। ਬਿਲਕੁਲ ਜੀ, ਅੱਜ ਵੀ ਚੱਲਦੀ ਪ੍ਰਥਾ। ਹਾਂਜੀ। ਤੇ ਬਾਬਾ ਜੀ ਵਿੱਚ ਸਵਾਲ ਆਇਆ ਜੀ ਸਾਡੇ ਵੀਰ ਜੀ ਨਿਸ਼ਾਨ ਸਿੰਘ ਜੀ ਨੇ, ਉਹ ਕਹਿੰਦੇ ਜੇ ਬਾਬਾ ਸ਼੍ਰੀ ਚੰਦ ਜੀ ਗੁੰਮਰਾਹ, ਜਿੱਦਾਂ ਆਪਾਂ ਕਿਹਾ ਵੀ ਲੋਕ ਕਹਿੰਦੇ ਆ, ਉਹ ਕਹਿੰਦੇ ਫਿਰ ਬਾਬੇ ਸ਼੍ਰੀ ਚੰਦ ਨੂੰ ਗੱਦੀ ਕਿਉਂ ਨਹੀਂ ਮਿਲੀ? ਦੇਖੋ ਇਹ ਜਿਹੜੀ ਬਹੁਤ ਵੱਡਾ ਸਵਾਲ ਹੈ। ਬਿਲਕੁਲ ਜੀ। ਵੀ ਗੱਦੀ ਨਹੀਂ ਮਿਲੀ ਜੀ। ਇਹਦੇ ਵਿੱਚ ਸਿੱਧਾ ਹੀ ਗੁਰਬਾਣੀ ਵਿੱਚ ਲਿਖਿਆ ਜਿਸ ਕੀ ਬਸਤ ਸੋਈ ਲੈ ਜਾਏਗਾ। ਜੀ, ਜੀ, ਜੀ। ਠੀਕ ਹੈ। ਇਹ ਇੱਕ ਤਾਂ ਸਭ ਤੋਂ ਵੱਡਾ ਮੈਸੇਜ ਜਿਹੜਾ ਇਹ ਦਿੱਤਾ ਕਿ ਗੁਰੂ ਘਰ ਵਿੱਚ ਪੁੱਤ ਧੀ ਕੁਝ ਨਹੀਂ ਚੱਲਦਾ। ਬਿਲਕੁਲ ਜੀ। ਠੀਕ ਹੈ। ਸੇਵਾਦਾਰ ਨੂੰ ਹੀ ਅਹਿਮੀਅਤ ਦਿੱਤੀ ਗਈ ਹੈ ਜੀ। ਤੇ ਦੂਸਰੀ ਇਹ ਗੱਲ ਹੈਗੀ ਹੈ ਕਿ ਇਹ ਜਿਹੜੀ ਗੱਦੀ ਵਾਲੀ ਗੱਲ ਆਉਂਦੀ ਹੈ ਨਾ ਜੀ, ਬਾਰ-ਬਾਰ ਆਉਂਦੀ ਹੈ ਵੀ ਗੱਦੀ ਕਿਉਂ ਨਹੀਂ ਦਿੱਤੀ ਜੀ। ਉਹ ਤਾਂ ਗੱਦੀ ਤਾਂ ਉਹਨਾਂ ਨੂੰ ਉੱਥੇ ਦਿੱਤੀ ਜਦੋਂ ਘੋੜੇ ਤੇ ਭਾਈ ਲੈਣਾ ਜੀ ਉੱਥੇ ਆਏ, ਪਹਿਲੀ ਵਾਰੀ ਆਏ ਜੀ। ਤਾਂ ਉਹਨਾਂ ਦਾ ਪੁੱਛਿਆ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਣਾ ਜੀ, ਤਾਂ ਮਹਾਰਾਜ ਆਪ ਖੁਦ ਖੜੇ ਸੀਗੇ ਜੀ। ਤੇ ਉਹਨਾਂ ਘੋੜੇ ਤੇ ਫੜਿਆ, ਕਹਿੰਦੇ ਵੀ
ਜਿਹਨ ਲੈਣਾ ਹੁੰਦਾ ਘੋੜੇ ਤੇ ਚੜ ਕੇ ਆਉਂਦਾ। ਤੁਸੀਂ ਲੈਣਾ, ਅਸੀਂ ਦੇਣਾ। ਅਸੀਂ ਦੇਣਾ ਜੀ। ਇਹ ਪੂਰਬ ਦਾ ਲਿਖਿਆ ਹੋਇਆ ਹੈ, ਇਹਨੂੰ ਅਸੀਂ ਇਹਦੇ ਨਾਲ ਨਹੀਂ ਜੋੜ ਸਕਦੇ ਵੀ ਸੇਵਾ ਨਾਲ ਕਿਸੇ, ਜੇ ਤੁਸੀਂ ਸੇਵਾ ਦੀ ਗੱਲ ਕਰਦੇ ਆ ਨਾ। ਜੀ ਜੀ ਬਾਬਾ ਜੀ, ਬਾਣੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਆ ਵੀ ਜਿਸ ਕੀ ਵਸਤ, ਵੀ ਜਿਹਦੀ ਵਸਤੂ ਆ ਤਿਸੈ ਘਰ ਆਵੇ, ਤਿਸੈ ਘਰ ਆਵੇ, ਹਾਂ ਹੈ ਨਾ ਜੀ। ਵੀ ਜਿਹਦੀ ਵਸਤ, ਜਿਚਰ ਪੂਰਬ ਦੇਵਣਾ ਜਿਸ ਕੀ ਵਸਤ ਤਿਸੈ ਘਰ ਆਵੇ, ਵੀ ਜਿਹਦੇ ਘਰ ਆਉਣੀ ਆ ਉਹ ਆ ਹੀ ਜਾਣੀ ਆ। ਹੁਣ ਕਿਸੇ ਦੇ, ਜੇ ਹੁਣ ਸੇਵਾ ਦੀ ਗੱਲ ਆਪਾਂ ਕਰਦੇ ਹਾਂ ਵੀ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਮਹਾਰਾਜ ਦੀ ਸੇਵਾ ਨਹੀਂ ਕੀਤੀ, ਗੱਦੀ ਨਹੀਂ ਮਿਲੀ, ਤੇ ਸੇਵਾਦਾਰ ਤਾਂ ਹੋਰ ਵੀ ਬਹੁਤ ਹੋਏ। ਸੇਵਾਦਾਰ 125 ਸਾਲ ਉਮਰ ਜਿਹੜੀ ਹੈ ਬਾਬਾ ਬੁੱਢਾ ਜੀ ਦੀ ਹੋਈ ਜੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੇ ਲੇਖੇ ਲਾਤੀ। ਜੇ ਸੇਵਾ ਨੂੰ ਮੁੱਖ ਰੱਖ ਕੇ ਗੱਦੀ ਦਿੱਤੀ ਜਾਂਦੀ ਤਾਂ ਸਭ ਤੋਂ ਪਹਿਲਾਂ ਦਾਅਵੇਦਾਰ ਬਾਬਾ ਬੁੱਢਾ ਜੀ ਸੀਗੇ। ਤੇ ਤੋ ਇਹ ਮੈਂ ਆਸ ਕਰਦਾ ਜਸਵਿੰਦਰ ਸਿੰਘ ਜੀ ਹੁਣਾਂ ਨੂੰ, ਜਿਨ੍ਹਾਂ ਨੇ ਸਵਾਲ ਕੀਤਾ ਸੀ ਉਹ ਵੀਰ ਜੀ ਨੇ, ਉੱਪਰ ਚਲ ਗਿਆ ਕਮੈਂਟ, ਉਹਨਾਂ ਨੂੰ ਜਵਾਬ ਮਿਲ ਗਿਆ ਹੋਊ। ਇੱਥੇ ਜਸਵਿੰਦਰ ਸਿੰਘ ਜੀ ਪੁੱਛਦੇ ਆ ਜੀ ਕਿ ਬਾਬਾ ਜੀ ਕੀ ਬਾਬਾ ਸ਼੍ਰੀ ਚੰਦ ਜੀ ਦਾ ਕੋਈ ਹਿੰਦੂ ਮਤ ਨਾਲ ਸੰਬੰਧ ਹੈਗਾ ਜਾਂ ਨਹੀਂ? ਬਿਲਕੁਲ ਨਹੀਂ ਸੀਗਾ। ਠੀਕ ਹੈ ਜੀ। ਇਹ ਤਾਂ ਜਿਹੜੇ ਕਈ ਸ਼ਰਾਰਤੀ ਤੱਤਵ ਸੀਗੇ ਨਾ ਜੀ, ਉਹਨਾਂ ਨੇ ਜਿਹੜਾ ਅਬਨਾਸ਼ੀ ਮੁਨੀ ਜਿਹੜਾ ਨਾ ਜੀ, ਉਹਨਾਂ ਨੇ ਜੋੜਨੇ ਦੀ ਕੋਸ਼ਿਸ਼ ਕੀਤੀ ਕਿ ਉਹ ਹਿੰਦੂ ਮਤ ਦੇ ਸੀਗੇ। ਜੀ ਜੀ ਜੀ। ਜਦਕਿ ਉਹਨਾਂ ਨੇ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹ ਆਪਣੀ ਮਾਤਰਾ ਸਾਹਿਬ ਵਿੱਚ ਲਿਖਿਆ। ਉਹ ਕਹਿੰਦੇ ਜੀ ਅਸੀਂ ਤਾਂ ਸਵਾਲ ਇਹ ਪੁੱਛਦੇ ਹਾਂ ਕਿਉਂਕਿ ਕਈ ਐਸੀਆਂ ਫੋਟੋਆਂ ਵਿੱਚ ਤ੍ਰਿਦੇਵ ਵੀ ਦਿਖਾਏ ਗਏ ਆ ਵੀ ਉਹ ਤ੍ਰਿਦੇਵ। ਬਿਲਕੁਲ ਗੱਲ, ਮੈਂ ਇੱਕ ਵਾਰੀ ਬਹੁਤ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਜੀ ਜੀ, ਵੀ ਜਿਹੜੀਆਂ ਫੋਟੋਆਂ ਹੈ ਸਾਰੀਆਂ ਮਨ ਘੜੰਤ ਹੈ ਜੀ। ਭਾਈ ਸੋਭਾ ਸਿੰਘ ਨੇ ਪਹਿਲਾਂ ਫੋਟੋਆਂ ਇਹ ਬਣਾਉਣੀਆਂ ਸ਼ੁਰੂ ਕੀਤੀਆਂ ਜੀ, ਤੇ ਉਹਨੇ ਗਲਤੀ ਕੀ ਕੀਤੀ ਜੀ ਭਾਈ ਸੋਭਾ ਸਿੰਘ ਨੇ ਵੀ ਆਪਣੀ ਫੋਟੋ ਦੇ ਉੱਪਰ ਪੱਗ ਬੰਨ੍ਹ ਕੇ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਮੇਲ ਕੇ ਦੇਖਿਓ ਜੀ, ਇੱਕ ਫੋਟੋ ਇਦਾਂ ਦੀ ਹੈ, ਉਹ ਜੇ ਉਹਨੂੰ ਤੁਸੀਂ ਪਗੜੀ ਤੁਸੀਂ ਲਾ ਦਿਓ ਤਾਂ ਉਹ ਭਾਈ ਸੋਭਾ ਸਿੰਘ ਦੀ ਲੱਗਦੀ ਹੈ। ਉਸ ਚੀਜ਼ ਦਾ ਉਦੋਂ ਵਿਰੋਧ ਬੜਾ ਹੋਇਆ ਸੀਗਾ ਵੀ ਇਹ ਜਿਹਨੇ ਆਪਣੀ ਫੋਟੋ ਬਣਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਜੀ ਇੱਧਰ YouTube ਦੇ ਉੱਤੇ ਧਾਰਨਾ ਕੀਰਤਨ ਸਿੰਘ ਆਈਡੀ ਦਾ ਨਾਂ ਆ, ਜਿਨ੍ਹਾਂ ਨੇ ਸਵਾਲ ਕੀਤਾ ਹੈ ਜੀ, ਆਪਣੀ ਆਈਡੀ ਦਾ ਉਹਨਾਂ ਦੀ ਦਾ ਨਾਂ ਆ ਇਹ। ਉਹ ਕਹਿੰਦੇ ਜੀ ਮੇਰਾ ਇੱਕ ਸਵਾਲ ਆ ਕਿ ਬਾਬਾ ਸ਼੍ਰੀ ਚੰਦ ਜੀ ਕੇਸਾਧਾਰੀ ਸੀ, ਬਟ ਜੋ ਅੱਜ ਮਹਿਮਾਨ ਜਾਣੀ ਕਿ ਆਪ ਜੀ ਕੇਸਾਧਾਰੀ ਨਹੀਂ ਹੈਗੇ। ਇਹਦੇ ਬਾਰੇ ਚਾਨਣਾ ਪਾਓ ਵੀ ਬਾਬਾ ਸ਼੍ਰੀ ਚੰਦ ਜੀ ਕੇਸਾਧਾਰੀ ਸੀ ਤੇ ਅੱਜ ਵਾਲੇ ਆਪ ਜੀ ਹੋਏ ਜਾਂ ਹੋਰ ਮਹਾਂਪੁਰਸ਼ ਹੋਏ, ਇਹ ਕੇਸਾਧਾਰੀ ਕਿਉਂ ਨਹੀਂ ਹੈ? ਇਹਦੇ ਬੱਚੇ ਕਲੀਅਰ ਜਵਾਬ ਹੈਗਾ ਜੀ ਕਿ ਜੇ ਬਾਬਾ ਸ਼੍ਰੀ ਚੰਦ ਮਹਾਰਾਜ ਕੇਸਾਧਾਰੀ ਸੀਗੇ ਜੀ ਤਾਂ ਉਹਨਾਂ ਨੇ ਕਿਤੇ ਇਹ ਵਰਣਨ ਨਹੀਂ ਕੀਤਾ ਕਿ ਤੁਸੀਂ ਸਾਡੇ ਵਰਗੇ ਬਣ ਜਾਓ ਜੀ। ਜੇ ਅਸੀਂ ਰੀਸ ਕਰਨੀ ਹੈ ਵੀ ਉਹਨਾਂ ਨੇ ਕੇਸ ਰੱਖੇ, ਅਸੀਂ ਦਾੜੀ ਰੱਖੀ, ਅਸੀਂ ਵੀ ਕੇਸ ਰੱਖੀਏ, ਅਸੀਂ ਵੀ ਦਾੜੀ ਰੱਖੀਏ, ਤੇ ਇਹ ਕਿ ਰੀਸ ਹੋਊਗੀ। ਠੀਕ ਹੈ ਜੀ। ਲੇਕਿਨ ਉਹਨਾਂ ਨੇ ਕਿਤੇ ਨਹੀਂ ਇਹ ਲਿਖਿਆ ਕਿ ਜਿਹੜਾ ਮੇਰਾ ਸਿੱਖ ਹੋਊਗਾ ਉਹ ਇਦਾਂ ਦਾ ਹੀ ਹੋਊਗਾ। ਠੀਕ, ਉਹ ਜਾਣੀ ਜਿੱਦਾਂ ਦਾ ਜੇ ਕਹਿ ਲਈਏ ਖਾਲਸਾ ਪੰਥ ਦੇ ਵਿੱਚ ਅਹਿਮੀਅਤ ਆ ਵੀ ਕੇਸ ਰੱਖਣੇ ਹੀ ਰੱਖਣੇ। ਉਹ ਤਾਂ ਦਸਵੇਂ ਪਾਤਸ਼ਾਹ ਨੇ ਜਿੱਦਾਂ ਰਹਿਤ ਮਰਜ਼ਾਦਾ ਬਣਾਤੀ। ਜਿਹੜੇ ਪਹਿਲਾਂ ਇੱਕ ਪਾਤਸ਼ਾਹੀ ਤੋਂ ਲੈ ਕੇ 9ਵੇਂ ਪਾਤਸ਼ਾਹੀ ਤੱਕ ਜਿਹੜਾ ਹੈ ਉਹ ਕਿਤੇ ਜਿਹੜਾ ਹੈ ਉਹ ਇਹ ਜ਼ਿਕਰ ਨਹੀਂ ਆਉਂਦਾ। ਜੀ ਜੀ, ਸਹਿਜਧਾਰੀ ਸਿੱਖਾਂ ਨੂੰ ਉਹਦਾ ਨਾਂ ਦਿੱਤਾ ਗਿਆ। ਸਹਿਜਧਾਰੀ, ਹਾਂਜੀ। ਉਦੋਂ ਚਰਨ ਪੌਲ ਵੀ 9ਵੇਂ ਪਾਤਸ਼ਾਹ ਤੱਕ ਦਿੱਤੀ ਜਾਂਦੀ ਸੀ। ਬਿਲਕੁਲ ਬਿਲਕੁਲ। 10ਵੇਂ ਪਾਤਸ਼ਾਹ ਨੇ ਉਹ ਚਰਨ ਪੌਲ ਨੂੰ ਫਿਰ ਆਪਣੇ ਖੰਡੇ ਦੀ ਪੌਲ ਵਿੱਚ ਤਬਦੀਲ ਕੀਤਾ। ਜਾਣੀ ਕਿ ਬਾਬਾ ਜੀ ਦੇ ਕਹਿਣ ਦਾ ਇਹ ਜੋ ਮੇਰੀ ਸਮਝ ਬਾਬਾ ਜੀ ਆਇਆ ਹੈ ਵੀ ਜੋ ਅੰਮ੍ਰਿਤਧਾਰੀ ਗੁਰਸਿੱਖ ਹੁੰਦਾ ਹੈ, ਮਹਾਰਾਜ ਨੇ ਉਹਨਾਂ ਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਕੀਤਾ। ਉਦਾਸੀ ਸੰਪਰਦਾ ਦੇ ਵਿੱਚ ਬਾਬਾ ਜੀ ਨੇ ਆਪਣੇ ਉਦਾਸੀ ਭੇਖ ਦੇ ਵਿੱਚ ਕਿਸੇ ਨੂੰ ਇਹ ਲਾਜ਼ਮੀ ਨਹੀਂ ਕੀਤਾ। ਬਿਲਕੁਲ ਨਹੀਂ ਕੀਤਾ ਜੀ। ਇਹੀ ਆਪ ਜੀ ਦਾ ਜਵਾਬ ਹੈ। ਕਿਤੇ ਲਿਖਤ ਨਹੀਂ ਆਉਂਦਾ ਬਈ ਇਹ ਉਦਾਸੀ ਭੇਖ ਦੇ ਵਿੱਚ ਕਿਤੇ ਵੀ ਲਿਖਤ ਨਹੀਂ ਆਉਂਦੀ। ਬਾਬਾ ਜੀ ਇੱਕ ਹੋਰ ਬੜਾ ਵਿਵਾਦ ਆ, ਮੈਨੂੰ ਕਈ ਵਾਰੀ ਕਮੈਂਟ ਵੀ ਆਏ ਆ ਵੀ ਇੱਕ ਉਦਾਸੀ ਮਹਾਂਪੁਰਸ਼ ਕਈ ਨਾ ਜੀ ਸਿਧਾਂਤ ਸਾਗਰ ਗ੍ਰੰਥ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਗ੍ਹਾ ਪ੍ਰਕਾਸ਼ ਕਰਕੇ ਤਾਂ ਉਸ ਸਿਧਾਂਤ ਸਾਗਰ ਦੀ ਲਿਖਤ ਜਿਹੜੀ ਨੂੰ ਉਹਨੂੰ ਬਾਬਾ ਸ਼੍ਰੀ ਚੰਦ ਜੀ ਦਾ ਗ੍ਰੰਥ ਕਹਿ ਰਹੇ ਜੀ। ਬਈ ਉਹਨੂੰ ਬਿਲਕੁਲ ਉਸੇ ਤਰ੍ਹਾਂ ਦਾ ਆਕਾਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਜਿਹੜਾ ਉਹ ਸਿਧਾਂਤ ਸਾਗਰ ਕਿਹਾ ਜਾਂਦਾ ਜੀ। ਬਈ ਇਹ ਬਾਬਾ ਸ਼੍ਰੀ ਚੰਦ ਜੀ ਦਾ ਹੱਥ ਲਿਖਤ ਹੈ ਜੀ, ਉਹਨਾਂ ਦੀ ਬਾਣੀ ਹੈ ਜੀ। ਤੇ ਇਹ ਤੁਸੀਂ ਕੀ ਸਮਝਦੇ ਜੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨੂੰ ਪਾਸੇ ਕਰਕੇ ਸਿਧਾਂਤ ਸਾਗਰ ਗ੍ਰੰਥ ਦਾ ਪ੍ਰਕਾਸ਼ ਕਰਕੇ ਉਹ ਅਹਿਮੀਅਤ ਦੇਣੀ ਚਾਹੀਦੀ ਹੈ ਜੀ? ਇਹਦੇ 'ਚ ਜਦੋਂ ਸਤਿਕਾਰ ਕਮੇਟੀਆਂ ਬਣੀਆਂ ਨਾ ਜੀ ਤੇ ਉਹਨਾਂ ਨੇ ਉਦਾਸੀ ਸੰਪਰਦਾ ਦੇ ਜਿਹੜੇ ਹੈ ਉਹ ਡੇਰਿਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੱਕਣਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ। ਜਿੱਥੋਂ ਇਹ ਗੱਲ ਵਿਗੜੀ ਹੈ ਨਾ ਜੀ, ਮੈਂ ਉਸ ਤਹਿ ਤੱਕ ਜਾਣਾ ਚਾਹੁੰਦਾ ਜੀ। ਬਿਲਕੁਲ, ਸਾਰੀ ਬੜੀ ਡਿਟੇਲ ਨਾਲ ਆਪ ਜੀ ਨੇ ਦੱਸਣਾ। ਉਹਦੇ ਵਿੱਚ ਕਿਆ ਹੋਇਆ, ਜਿਹੜੇ RSS ਹੈ, ਜਿਹੜੇ ਸਿੱਖ ਵਿਰੋਧੀ ਹੈ ਜੀ, ਉਹਨਾਂ ਦਾ ਦਾ ਲੱਗਿਆ। ਉਹਨਾਂ ਦੇ ਕਿਸੇ ਸਾਡੇ ਉਦਾਸੀ ਸੰਤ ਤੋਂ ਹੀ
ਉਹਨੂੰ ਲਿਖਾਇਆ ਜੀ, ਲਿਖਾ ਕੇ ਸਾਨੂੰ ਉਹ ਮੈਂ ਕਹਿ ਦਿੱਤਾ ਵੀ ਜੇ ਉਹ ਲੈ ਗਏ ਤੁਸੀਂ ਤਾਂ ਪ੍ਰਕਾਸ਼ ਕਰੋ ਜੀ, ਜਦ ਕਿ ਉਹ ਗਲਤ ਹੈ। ਮੈਂ ਉਹਨੂੰ ਮਾਨਤਾ ਨਹੀਂ ਦਿੰਦਾ ਕਿ ਗੁਰੂ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਹੀ ਉਦਾਸੀ ਸੰਪਰਦਾਨ ਹੈ, ਕਿਉਂਕਿ ਆਪਣੇ 10ਵੇਂ ਪਾਤਸ਼ਾਹ ਨੇ ਜਦੋਂ 4 ਸਰੂਪ ਤਿਆਰ ਕੀਤੇ ਜੀ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਜਿਹੜਾ ਉਦਾਸੀਆਂ ਨੂੰ ਦਿੱਤਾ। ਬਿਲਕੁਲ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਉਦਾਸੀਓ ਜਾਓ ਗੁਰਬਾਣੀ ਦਾ ਪ੍ਰਚਾਰ ਕਰੋ। ਜੀ, ਅਸੀਂ ਜਿਹੜੀ ਕੱਚੀ ਬਾਣੀ ਹੈ ਮੈਂ ਉਹਦਾ ਸਮਰਥਨ ਨਹੀਂ ਕਰਦਾ, ਉਹ ਬਿਲਕੁਲ ਗਲਤ ਹੈ। ਠੀਕ ਹੈ, ਉਹ ਜਿਹੜਾ ਜੋ ਵੀ ਬਣਾਇਆ ਹੈ ਸਿਧਾਂਤ ਸਾਗਰ ਜੀ, ਉਹ ਉਦਾਸੀਆਂ ਨੂੰ ਗੁੰਮਰਾਹ ਕਰਨ ਲਈ ਬਣਾਇਆ। ਇੱਕ ਉਹ ਆਲ ਲੈ ਲਏ ਵੀ ਇੱਥੋਂ ਸਰੂਪ ਚੱਕ ਲੈ ਕੇ ਉੱਥੇ ਤੁਸੀਂ ਉਹ ਪ੍ਰਕਾਸ਼ ਕਰਦੇ ਹੋ। ਜਿੱਦਾਂ ਕਈ ਥਾਵਾਂ ਤੇ ਜਦੋਂ ਲੈ ਕੇ ਗਏ ਤਾਂ ਰਮਾਇਣ ਦਾ ਪਾਠ ਹੋਇਆ, ਰਮਾਇਣ ਦਾ ਪਾਠ ਹੋਇਆ ਤੇ ਇਹਨਾਂ ਨੇ ਸਿਧਾਂਤ ਸਾਗਰ ਲਿਆ ਕੇ ਸਾਡੇ ਮੂਹਰੇ ਇੱਕ ਪੇਸ਼ ਕਰ ਦਿੱਤਾ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਬਾਣੀ ਹੈ। ਉਹ ਕਿਸੇ ਦੀ ਸੰਤ ਦੀ ਬਾਣੀ ਹੋ ਸਕਦੀ ਹੈ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਆਥੋਰਾਈਜ਼ ਬਾਣੀ ਨਹੀਂ ਹੈ ਉਹ। ਜੀ 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 ਜੀ। ਬਾਬਾ ਜੀ ਉਹ ਕੇਸਾਂ ਵਾਲੀ ਗੱਲ ਤੇ ਕੋਈ ਸਰਬਜੀਤ ਸਿੰਘ ਤੂਰ ਜੀ ਦਾ ਅਗਲਾ ਸਵਾਲ ਆਇਆ। ਉਹ ਕਹਿੰਦੇ ਬਾਬਾ ਜੀ ਇਹ ਲਿਖਿਆ ਵਾ ਕਿਤੇ ਕਿ ਵਾਲ ਕਟਾ ਲਵੋ, ਇਹ ਵੀ ਨਹੀਂ ਲਿਖਿਆ ਜੀ, ਇਹ ਵੀ ਕਿਤੇ ਨਹੀਂ ਲਿਖਿਆ ਉਦਾਸੀ ਭੇਖ ਦੇ ਵਿੱਚ, ਉਦਾਸੀ ਭੇਖ ਵਿੱਚ ਇਹ ਵੀ ਕਿਤੇ ਨਹੀਂ ਲਿਖਿਆ। ਲੇਕਿਨ ਇਹ ਕੰਪਲਸਰੀ ਵੀ ਨਹੀਂ ਕੀਤਾ ਕਿ ਤੁਸੀਂ ਬਾਹਰ ਰੱਖ ਕੇ ਮਤਲਬ ਜਿਹੜਾ ਹੈ ਉਹ ਪ੍ਰਚਾਰ ਕਰੋ। ਬਾਬਾ ਜੀ ਇੱਕ ਮੈਂ ਇਹ ਵੀ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਸੰਗਤ ਦੇ ਨਾਲ ਕਰਨੀ ਚਾਹੁੰਦਾ ਬਈ ਜਿਵੇਂ ਆਪਾਂ ਦੇਖਦੇ ਹਾਂ ਬਾਬਾ ਸ਼੍ਰੀ ਚੰਦ ਸਾਹਿਬ ਬ੍ਰਹਮਚਾਰੀ ਜੀਵਨ ਉਹਨਾਂ ਨੇ ਬਤੀਤ ਕੀਤਾ ਜੀ। ਉਹਨਾਂ ਨੇ ਆਨੰਦ ਕਾਰਜ ਨਹੀਂ ਕਰਾਏ, ਵਿਆਹ ਨਹੀਂ ਕਰਾਇਆ। ਉਦਾਸੀ ਭੇਖ 'ਚ ਜਿਵੇਂ ਆਪ ਜੀ ਜਾਂ ਹੋਰ ਮਹਾਂਪੁਰਸ਼ ਕਈ ਗ੍ਰਸਤੀ ਮਹਾਂਪੁਰਸ਼ ਵੀ ਹੈਗੇ ਜੀ, ਇਹ ਦੋਨੇ ਜਿਹੜੀਆਂ ਚੱਲਦੀਆਂ ਜੀ ਉਦਾਸੀ ਸੰਪਰਦਾ। ਦੇਖੋ ਇੱਕ ਇਹਦੇ ਵਿੱਚ ਦੋ ਤਰ੍ਹਾਂ ਦੇ ਸਾਧੂ ਹੈਗੇ ਆ ਜੀ, ਇੱਕ ਅਵਧੂਤ ਕਹਿੰਦੇ ਅਸੀਂ ਜੀ ਉਦਾਸੀ ਸੰਪਰਦਾ ਜਿਹੜੀ ਹੈ ਜੀ, ਇੱਕ ਹੈਗੇ ਜਿਹੜੇ ਗ੍ਰਸਤੀ ਸਿੱਖ ਜਿਹੜੇ ਉਦਾਸੀ ਹੈਗੇ ਆ ਜੀ। ਠੀਕ ਹੈ, ਦੋ ਚੱਲਦੀਆਂ ਪਈਆਂ। ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਉਹ ਤੁਸੀਂ ਵਿਆਹ ਨਹੀਂ ਕਰਾਉਣਾ ਜੀ ਤਾਂ ਉਸ ਪਾਸੇ ਚਲੇ ਜਾਓ, ਜੇ ਵਿਆਹ ਕਰਾਉਣਾ ਤਾਂ ਉਸ ਪਾਸੇ ਚਲੇ ਜਾਓ। ਠੀਕ ਹੈ ਜੀ, ਠੀਕ ਹੈ। ਲੇਕਿਨ ਜਿਹੜੀ ਵਿਆਹ ਕਿਤੇ ਵੀ ਗੱਲ ਕਿ ਜੇ ਵਿਆਹ ਨੂੰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਅਹਿਮੀਅਤ ਨਾ ਦਿੰਦੇ ਹੋਣ ਤੇ ਬਾਬਾ ਲక్ష్ਮੀ ਚੰਦ ਨੂੰ ਆਪ ਵਿਆਹ ਨਾ ਜਾਂਦੇ। ਜੀ ਜੀ ਬਿਲਕੁਲ ਜੀ। ਅਜੇ ਗ੍ਰਸਤ ਦੇ ਖਿਲਾਫ ਹੁੰਦੇ, ਜੇ ਉਹ ਗ੍ਰਸਤ ਦੇ ਖਿਲਾਫ ਹੁੰਦੇ ਤਾਂ ਉਹ ਬਾਬਾ ਲక్ష్ਮੀ ਦਾਸ ਨੂੰ ਖੁਦ ਵਿਆਹ ਨਾ ਜਾਂਦੇ। ਨਾਲੇ ਧਰਮਦਾਸ ਜੀ ਨੂੰ ਨਹੀਂ ਪਾਲਿਆ, ਧਰਮਦਾਸ ਜੀ ਨੂੰ ਦੇਖੋ ਕਹਿੰਦੇ ਵੀ ਜਿਹੜਾ ਬਾਬਾ ਸ਼੍ਰੀ ਚੰਦ ਮਹਾਰਾਜ ਕ੍ਰਿਸਤ ਨੂੰ ਨਹੀਂ ਮੰਨਿਆ, ਜੇ ਕ੍ਰਿਸਤ ਨੂੰ ਨਹੀਂ ਮੰਨਿਆ ਤਾਂ ਬਾਬਾ ਧਰਮਦਾਸ ਦਾ ਜਿਹੜਾ ਪਾਲਣ ਪੋਸ਼ਣ ਕਿਹਨੇ ਕੀਤਾ? ਬਿਲਕੁਲ ਉਹਨਾਂ ਦਾ ਗੰਦ ਵੀ ਚੱਕਿਆ ਹੋਊਗਾ, ਛੋਟੇ ਥੇ ਬਿਲਕੁਲ ਜੀ ਪਿਸ਼ਾਬ ਵੀ ਚੱਕਿਆ ਹੋਊਗਾ ਜੀ ਜੀ ਜੀ। ਠੀਕ ਹੈ, ਉਹਨੂੰ ਖਿਲਾਇਆ ਵੀ ਹੋਊਗਾ ਜੀ। ਜੇ ਬਾਬਾ ਸ਼੍ਰੀ ਚੰਦ ਮਹਾਰਾਜ ਇਸ ਚੀਜ਼ ਤੇ ਖਿਲਾਫ ਤੇ ਤਾਂ ਉਹਨਾਂ ਨੂੰ ਉਹ ਬੱਚਾ ਲੈਣ ਦੀ ਲੋੜ ਹੀ ਨਹੀਂ ਸੀਗੀ। ਜੀ 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 ਠੀਕ ਹੈ। ਇੱਕ ਰਾਜਨ ਜੀ ਦਾ ਕੋਈ ਸਵਾਲ ਹੈ ਜੀ, ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਤਾਂ ਹੋਏ ਹਨ, ਕੀ ਬਾਲਾ ਜੀ ਵੀ ਹੋਏ ਹਨ? ਬਿਲਕੁਲ ਹੋਇਆ ਜੀ, ਕਿਉਂਕਿ ਕਈ ਪ੍ਰਚਾਰਕ ਪ੍ਰਚਾਰ ਕਰਦੇ ਬਾਬਾ ਜੀ ਵੀ ਇਕੱਲੇ ਭਾਈ ਗੁਰਦਾਸ ਜੀ ਦਾ ਉਹ ਜਿਹੜਾ ਹੈ ਉਹ ਹੋ ਸਕਦਾ ਭਾਈ ਸਾਹਿਬ ਵੀ ਅੱਗੇ ਉਹੀ ਪ੍ਰਮਾਣ ਦੇਣਾ। ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ ਬਈ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਮਹਾਰਾਜ ਜੀ ਗਏ ਨੇ ਉਦਾਸੀਆਂ ਦੇ ਉੱਤੇ, ਉੱਥੇ ਇਹੀ ਲਿਖਿਆ ਵੀ ਫਿਰ ਬਾਬਾ ਗਿਆ ਬਗਦਾਦ ਨੂੰ। ਜਦੋਂ ਬਗਦਾਦ ਗਏ ਮਹਾਰਾਜ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਬਈ ਉਹ ਫਿਰ ਇਹੀ ਪ੍ਰਮਾਣ ਦਿੰਦੇ ਵੀ ਜਿੱਥੇ ਭਾਈ ਮਰਦਾਨਾ ਜੀ ਦਾ ਨਾਮ ਆ ਗਿਆ, ਭਾਈ ਗੁਰਦਾਸ ਜੀ ਨੇ ਲੈ ਲਿਆ, ਕਿ ਬਾਲਾ ਜੀ ਦਾ ਕਿਉਂ ਨਹੀਂ ਲਿਆ? ਇੱਦਾਂ ਵੀ ਮਤਲਬ ਜਿਹੜਾ ਇਹਨਾਂ ਦਾ ਮੇਲ ਹੈ ਨਾ ਜੀ, ਉਹ ਅਲੱਗ-ਅਲੱਗ ਸਮੇਂ ਦਾ ਹੈਗਾ। ਮਰਦਾਨਾ ਜੀ ਦਾ ਪਹਿਲਾਂ ਆ, ਬਾਲਾ ਜੀ ਦਾ ਬਾਅਦ? ਬਾਲਾ ਜੀ ਦਾ ਬਾਅਦ ਚ ਹੈ। ਹੋ ਸਕਦਾ ਜਦੋਂ ਬਗਦਾਦ ਗਏ ਆ ਉਦੋਂ ਨਹੀਂ ਨਾਲ ਸੀਗੇ, ਉਦੋਂ ਨਾਲ ਹੈ ਨਹੀਂ ਸੀਗੇ। ਠੀਕ ਹੈ ਜੀ। ਮਤਲਬ ਜਿਹੜੀ ਅੱਜ ਭਾਈ ਬਾਲਾ ਜੀ ਦੀ ਜਨਮ ਸਾਖੀ ਮਿਲਦੀ ਆ, ਉਹਨਾਂ ਨੂੰ ਦੂਜੇ ਪਾਤਸ਼ਾਹ ਨੇ ਸਾਰਾ ਜੀਵਨ ਜਿਹੜਾ ਹੈਗਾ ਆ ਭਾਈ ਬਾਲਾ ਜੀ ਤੋਂ ਲਿਖਵਾਇਆ ਗੁਰੂ ਨਾਨਕ ਮਹਾਰਾਜ ਦਾ। ਜਿਹੜੀ ਪੁਰਾਤਨ ਸਾਖੀ ਆਪਾਂ ਨੂੰ ਮਿਲਦੀ ਆ ਉਹ ਇਹੀ ਮਿਲਦੀ ਆ ਜੀ ਵੀ ਭਾਈ ਬਾਲਾ ਜੀ ਦੀ ਉਹ ਜਨਮ ਸਾਖੀ ਹੈ ਜਿਹੜੀ ਗੁਰੂ ਨਾਨਕ ਮਹਾਰਾਜ ਦੇ ਜੀਵਨ ਬਾਰੇ। ਜਾਣੀ ਕਿ ਇਹ ਸਵਾਲ ਦਾ ਜਵਾਬ ਹੈ ਜੀ ਵੀ ਉਹ ਭਾਈ ਬਾਲਾ ਜੀ ਹੋਏ ਆ ਮਹਾਰਾਜ ਦੇ ਨਾਲ, ਪਰ ਜਦੋਂ ਗਏ ਨੇ ਬਗਦਾਦ, ਬਾਬਾ ਮਰਦਾਨਾ ਜੀ ਤੇ ਬਾਬਾ ਬਾਲਾ ਜੀ ਜਿਹੜੇ ਹੈ ਉਹ ਅਲੱਗ-ਅਲੱਗ ਸਮੇਂ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਬਿਲਕੁਲ ਜਿਹੜੇ ਹੈਗੇ ਉਹ ਰਲੇ ਵਿਚਰਦੇ ਰਹੇ। ਹੋ ਸਕਦਾ ਬਾਬਾ ਮਰਦਾਨਾ ਜੀ ਜਦੋਂ ਪਹਿਲਾਂ ਨਾਲ ਬਗਦਾਦ ਗਏ ਉਦੋਂ ਬਾਬਾ ਮਰਦਾਨਾ ਜੀ ਇਕੱਲੇ ਹੋਣ, ਭਾਈ ਸਾਹਿਬ ਨੇ ਉਹ ਜ਼ਿਕਰ ਕੀਤਾ ਹੋਵੇ, ਤੇ ਜਿਹੜੇ ਹੈਗੇ ਬਾਬਾ ਬਾਲਾ ਜੀ ਉਹ ਬਾਅਦ 'ਚ ਨਾਲ ਰਲੇ ਹੋਣ। ਇਹ ਤਾਂ ਪਿੰਡ ਦੇ ਸੰਧੂਆਂ ਇੱਦਾਂ ਇਤਿਹਾਸ ਲਿਖਦਾ ਜੀ। ਆਪਾਂ ਫਿਰ ਕਈ ਵਾਰੀ ਸੰਗਤ ਕਹਿੰਦੀ ਗੋ ਤੇ ਬੋਲਦੇ ਹਾਂ, ਇਤਿਹਾਸ ਲਿਖਦਾ ਵੀ ਇਹ ਸੰਧੂ ਪਰਿਵਾਰਾਂ 'ਚੋਂ ਸਨ ਜਿਹੜੇ ਬਾਬਾ ਬਾਲਾ ਜੀ ਸਨ। ਬਈ ਇਹ ਕਿਰਤੀ ਬਾਅਦ 'ਚ ਮਿਲੇ ਹੋਣਗੇ ਨਾਲ, ਇੱਦਾਂ ਵੀ ਹੋ ਸਕਦਾ ਬਾਅਦ 'ਚ ਮਿਲੇ। ਠੀਕ ਹੈ। ਤੇ ਬਾਬਾ ਜੀ ਬਾਬਾ ਸ਼੍ਰੀ ਜਿੰਨੇ ਕੁ ਸਵਾਲ ਹੁਣ ਤੱਕ ਸੰਗਤਾਂ ਦੇ ਆਏ ਆਪਾਂ ਜਵਾਬ ਦਿੱਤੇ ਹੈ ਜੀ। ਹੋਰ ਕੋਈ ਸੰਗਤ ਸਵਾਲ ਕਰੂਗੀ ਤੇ ਫਿਰ ਆਪਾਂ ਉਹਦਾ ਵੀ ਜਵਾਬ ਦੇਵਾਂਗੇ। ਤੇ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਕਮੈਂਟ ਜ਼ਰੂਰ ਕਰੋ ਜੀ। ਇਹ
ਇਹ ਮਨਾਂ ਦੇ ਵਿੱਚ ਨਾ ਸੋਚਿਓ ਵੀ ਸ਼ਾਇਦ ਅਸੀਂ ਆਪ ਜੀ ਦੇ ਸਵਾਲਾਂ ਦੇ ਕਿਸੇ ਦੇ ਜਵਾਬ ਨਹੀਂ ਦੇਣੇ। ਕਹਿੰਦੇ ਜੀ YouTube ਦੇ ਉੱਤੇ ਕਮੈਂਟ ਆਇਆ ਜੀ, ਰਾਏ ਬਿਹਾਲ ਜੀ ਕੋਈ ਹੈਗੇ ਨੇ ਜੀ, ਉਹ ਕਹਿੰਦੇ ਬਾਬਾ ਜੀ ਸਿੱਖ ਮੰਨ ਸਕਦੇ ਹੈ ਉਦਾਸੀ ਸੰਪਰਦਾ 'ਚ ਬਾਬਾ ਸ਼੍ਰੀ ਚੰਦ ਜੀ ਦਾ ਭਾਵ ਸਤਿਕਾਰ ਕਰ ਸਕਦੇ ਜਾਂ ਨਹੀਂ? ਹੁੰਦਾ ਆ। ਠੀਕ ਹੈ ਜੀ, ਹੁੰਦਾ ਆ। ਇਹ ਤਾਂ ਕੁਛ ਟਾਈਮ ਗੁਰੂ ਸਾਹਿਬਾਨਾਂ ਦੇ ਜੀਵਨ 'ਚੋਂ ਕੋਈ ਉਦਾਹਰਨ ਬਾਬਾ ਜੀ? ਇਹ ਤਾਂ ਪਹਿਲੀ ਜਿਹੜੀ ਦੂਜੀ ਪਾਤਸ਼ਾਹੀ ਤੋਂ ਲੈ ਕੇ ਜੀ ਪੰਜਵੇਂ ਪਾਤਸ਼ਾਹੀ ਤੱਕ ਜਿਹੜਾ ਮੇਲ ਜੋਲ ਹੈ ਜੀ, ਇਹ ਜਵਾਬ ਲੰਬਾ ਚੱਲ ਜਾਊਗਾ ਜੇ ਆਪਾਂ ਕੋਈ ਨਹੀਂ ਮਾਰੇ। ਤੇ ਇਹ ਜਿਹੜਾ ਸਤਿਕਾਰ ਹੈਗਾ ਜੀ ਇਹ ਪੰਜਵੇਂ ਪਾਤਸ਼ਾਹ ਤੱਕ ਬਰਕਰ ਰਿਹਾ। ਛੇਵੇਂ ਪਾਤਸ਼ਾਹ ਨੇ ਵੀ ਸਤਿਕਾਰ ਕੀਤਾ। ਠੀਕ ਹੈ ਜੀ। ਲੇਕਿਨ ਉਸ ਤੋਂ ਬਾਅਦ ਇਹ ਲਿਖਾਰੀਆਂ ਦੀ ਕਲਮ ਨੇ ਉਦਾਸੀ ਸੰਪਰਦਾ ਔਰ ਸਿੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ, ਠੀਕ ਹੈ। ਜਦ ਕਿ ਇਤਿਹਾਸ ਪੜ੍ਹ ਕੇ ਤੁਸੀਂ ਦੇਖੋ, ਜਦੋਂ ਕੋਈ ਵੀ ਗੁਰਦੁਆਰੇ ਨੂੰ ਨਹੀਂ ਸੰਭਾਲਦਾ ਸੀਗਾ ਤਾਂ ਉਦਾਸੀਆਂ ਨੇ ਸੰਭਾਲੇ। ਠੀਕ ਹੈ ਜੀ। ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਮਹਾਰਾਜ ਨੇ ਤਾਂ ਉਹ ਸੰਤ ਗੁਰਬਖਸ਼ ਦਾਸ ਨੂੰ ਸਾਰਾ ਉੱਥੋਂ ਸੰਭਾਲ ਕੇ ਗਏ। ਜੀ ਠੀਕ। ਇਹ ਜਿਹੜਾ ਸਿਰਫ ਆਪਣੇ ਸਵਾਰਥ ਦੀ ਖਾਤਰ ਜੀ ਉਂਗਲੀਆਂ ਚੱਕਦੇ ਆਪਾਂ, ਕਹਿੰਦੇ ਇਹ ਸੇਵਾ ਪੰਥੀ ਹੈ, ਗਲਤ ਹੈ ਜੀ। ਠੀਕ ਹੈ। ਇਹ ਬਾਬੇ ਬਿਧੀ ਚੰਦ ਇਹ ਗਲਤ ਹੈ, ਉਹ ਗਰਮ ਖਿਆਲੇ ਹੈ। ਮੈਂ ਇੱਕ ਸਵਾਲ ਕਰ ਦੇਵਾਂ, ਇਕਬਾਲ ਬਰਾੜ ਜੀ ਨੇ ਵਿੱਚ ਸਵਾਲ ਕੀਤਾ ਵੀ ਬਾਬਾ ਮਰਦਾਨਾ ਜੀ ਦਾ ਜਨਮ ਕਿੱਥੋਂ ਸੀ? ਉਹ ਜਿੱਦਣ ਅਸੀਂ ਵਿਸ਼ਾ ਰੱਖਾਂਗੇ ਮਹਾਰਾਜ ਬਾਬਾ ਮਰਦਾਨਾ ਜੀ ਤੇ ਗੁਰੂ ਨਾਨਕ ਮਹਾਰਾਜ ਤੇ, ਉਹ ਤਾਂ ਇੱਕ ਸਵਾਲ ਦਾ ਜਵਾਬ ਤਾਂ ਦੇ ਦਿੱਤਾ। ਕਈ ਵਾਰੀ ਫਿਰ ਸੰਗਤ ਸਾਧ ਸੰਗਤ ਗੁੱਸਾ ਕਰ ਲੈਂਦੀ ਵੀ ਅਸੀਂ ਸਵਾਲ ਕੀਤਾ ਜਵਾਬ ਨਹੀਂ ਦਿੱਤਾ। ਇਹ ਹੋ ਸਕਦਾ ਸੰਗਤ ਬਾਅਦ 'ਚ ਜੁੜੀ ਹੋਵੇ। ਮੈਂ ਆਰੰਭਤਾ 'ਚ ਬੇਨਤੀ ਕੀਤੀ ਸੀ ਕਿ ਜਿਹੜਾ ਵੀ ਤੁਸੀਂ ਸਵਾਲ ਕਰਨਾ ਹੈ ਉਹ ਅੱਜ ਦਾ ਵਿਸ਼ਾ ਬੜਾ ਮੋਟਾ ਕਰਕੇ ਮੋਹਰੇ ਲਿਖਿਆ ਹੋਇਆ ਜੀ, ਤੁਸੀਂ ਪੱਟੀ ਦੇ ਉੱਤੇ ਪੜ੍ਹ ਸਕਦੇ ਹੋ। ਵਿਸ਼ਾ ਉਦਾਸੀ ਸੰਪਰਦਾ ਬਾਰੇ, ਉਦਾਸੀ ਸੰਪਰਦਾ ਬਾਰੇ, ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਰੇ, ਉਹਨਾਂ ਦੇ ਜੀਵਨ 'ਚੋਂ ਤੁਸੀਂ ਸਵਾਲ ਕੋਈ ਵੀ ਕਰ ਸਕਦੇ ਹੋ। ਜਿਹੜੇ ਉਸ ਵਿਸ਼ੇ ਤੋਂ ਬਾਹਰੇ ਸਵਾਲ ਨੇ ਉਹ ਜਿੱਦਣ ਉਹ ਵਿਸ਼ਾ ਰੱਖਾਂਗੇ ਆਪ ਜੀ ਉਸ ਦਿਨ ਸਵਾਲ ਕਰ ਸਕਦੇ। ਹਾਂਜੀ ਬਾਬਾ ਜੀ, ਅੱਗੇ ਬੇਨਤੀ ਆਪ ਜੀ ਕਰ ਰਹੇ ਸੀ। ਹਾਂਜੀ। ਤੇ ਇਹ ਜਿਹੜਾ ਇਹ ਅਲੱਗ-ਅਲੱਗ ਜਿਹੜੀਆਂ ਨਾ ਉਹ ਜਥੇਬੰਦੀਆਂ ਹੈਗੀਆਂ, ਇਹ ਇੱਕ ਸਿੱਖ ਧਰਮ ਦਾ ਇੱਕ ਹਿੱਸਾ ਹੈ ਜੀ। ਠੀਕ ਹੈ। ਇਹ ਸਾਰੀਆਂ ਹੁਣ ਮੰਨਣਾ ਵੀ ਸ਼ੁਰੂ ਕਰ ਦਿੱਤਾ ਕਿ ਉਦਾਸੀ ਰੀੜ ਦੀ ਹੱਡੀ ਹੈ ਸਿੱਖਾਂ ਦੀ ਵੀ। ਠੀਕ ਹੈ। ਇਹ ਇੱਕ ਸਵਾਰਥ ਦੀ ਖਾਤਰ ਨਾ ਅਸੀਂ ਮਤਲਬ ਇੱਕ ਦੂਜੇ ਉੱਪਰ ਚਿੱਕੜ ਉਛਾਲਣਾ ਸ਼ੁਰੂ ਕਰ ਦਿੰਦੇ ਵੀ ਉਦਾਸੀ ਠੀਕ ਨਹੀਂ ਹੈਗੇ। ਹੁਣ ਇਹ ਕਹਿੰਦੇ ਜੀ ਨੰਗਰ ਰਹਿੰਦੇ ਸੀ ਜੀ, ਸੁਆਹ ਵਾਲੀ ਸਿਰ ਦੇ ਵਿੱਚ ਜੀ। ਇਹ ਚੀਜ਼ਾਂ ਜਿਹੜੀਆਂ ਬਣਨ ਵਿੱਚ ਕਿਤੇ ਆਉਂਦੀਆਂ ਨਹੀਂ। ਠੀਕ ਹੈ ਜੀ। ਇਹ ਕੋਲੋਂ ਘੜ ਲਈਆਂ ਗਈਆਂ। ਕਹਿੰਦੇ ਨਗਨ ਹੈ ਬ੍ਰਾਹਮਣਵਾਦ ਨਾਲ ਜੋੜਨ ਵਾਸਤੇ ਵੀ ਨਗਨ ਹੈ ਜੀ, ਉਹਨੇ ਜਨੇਊ ਪਾਇਆ। ਆਪਾਂ ਜਨੇਊ ਤੇ ਪਹਿਲਾਂ ਵੀ ਗੱਲ ਕੀਤੀ ਸੀ। ਹਾਂਜੀ। ਲੇਕਿਨ ਇਹ ਜਿਹੜੀਆਂ ਇਹ ਬ੍ਰਾਹਮਣਵਾਦ ਨੂੰ ਉਦਾਸੀ ਸੰਪਰਦਾ ਨੂੰ ਬ੍ਰਾਹਮਣਵਾਦ ਨਾਲ ਜੋੜਨ ਦੀ ਕੋਸ਼ਿਸ਼ ਹੈ। ਠੀਕ ਹੈ ਜੀ। ਜਦ ਕਿ ਮਤਲਬ ਉਦਾਸੀ ਸੰਪਰਦਾ ਜਿਹੜੀ ਔਰ ਸਿੱਖ ਧਰਮ ਹੈ ਇਹ ਬਰਾਬਰ ਖੜੇ ਹੈ। ਬਿਲਕੁਲ ਜੀ। ਔਰ ਅੱਜ ਵੀ ਗੁਰੂ ਘਰਾਂ ਜਿਹੜੇ ਉਦਾਸੀ ਸੰਪਰਦਾ ਅਸਲੀ ਉਦਾਸੀ ਹੈਗੇ ਆ ਜੀ, ਉਹ ਅੱਜ ਵੀ ਗੁਰਬਾਣੀ ਦਾ ਪ੍ਰਚਾਰ ਕਰਦੇ ਆ। ਗੁਰਬਾਣੀ ਤੋਂ ਇਲਾਵਾ ਕਿਸੇ ਦੀ ਗੱਲ ਨਹੀਂ ਕਰਦੇ ਜੀ। ਬਿਲਕੁਲ। ਔਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਜੀ। ਜੀ ਠੀਕ ਹੈ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਜਾਂ ਗੁਰੂ ਬਣਨਾ ਛੱਡ ਦਿਓ ਜਾਂ ਗੁਰੂ ਨੂੰ ਮੰਨਣਾ ਛੱਡ ਦਿਓ। ਬਿਲਕੁਲ। ਆਪ ਜੀ ਨੇ ਉਦੋਂ ਇੰਟਰਵਿਊ ਦੇ ਵਿੱਚ ਇਹ ਸਪਸ਼ਟ ਗੱਲ ਕਹੀ ਸੀ ਜੀ। ਤੇ ਬਾਕੀ ਜਿਹੜਾ ਇਹ ਉਦਾਸੀ ਸੰਪਰਦਾ ਹੈ ਇਹ ਕਲੀਅਰ ਕੱਟ ਹੈਗੀ ਹੈ ਕਿ ਹਰ ਥਾਂ ਤੁਹਾਨੂੰ ਇਹਨਾਂ ਦਾ ਜ਼ਿਕਰ ਆਊਗਾ। ਠੀਕ ਬਾਬਾ ਜੀ, ਇੱਕ ਸੰਤਾਂ ਨਾਲ ਜੁੜੀ ਗੱਲ ਆਈ ਹੈ ਵਿੱਚ YouTube ਦੇ ਉੱਤੇ। ਕੁਵੈਤ ਤੋਂ ਸੰਗਤ ਨੇ ਸਵਾਲ ਕੀਤਾ, ਕਿਉਂਕਿ ਆਪਾਂ ਮਹਾਂਪੁਰਸ਼ਾਂ ਕੋਲ ਬੈਠੇ ਕਰਕੇ ਹੋ ਸਕਦਾ ਉਹਨੇ ਇਸੇ ਕਰਕੇ ਹੀ ਉਹ ਕਹਿੰਦੇ ਕਈ ਸੰਤ ਜਿਹੜੇ ਹੈਗੇ ਆ ਉਹ ਕਈਆਂ ਸੰਗਤਾਂ ਦੇ ਘਰੋਂ ਜਲ ਪਾਣੀ ਨਹੀਂ ਛਕਦੇ ਤੇ ਪੈਸੇ ਲੈ ਲੈਂਦੇ ਆ ਬਈ ਉਹ ਕਹਿੰਦੇ ਤੁਸੀਂ ਤਾਂ ਨੀਵੀਂ ਜਾਤ ਦੇ ਹੋ ਜਾਂ ਫਲਾਨੀ ਜਾਤ ਦੇ ਹੋ, ਬਈ ਫਿਰ ਉਹਨਾਂ ਦੇ ਘਰੋਂ ਜੇ ਭੇਡਾਂ ਮਿਲੇ ਉਹ ਲੈ ਲੈਂਦੇ ਆ। ਉਹ ਮੈਨੂੰ ਹੋ ਸਕਦਾ ਵੀ ਉਹਨਾਂ ਨੇ ਤਾਂ ਸਵਾਲ ਕੀਤਾ ਹੋਵੇ ਵੀ ਅੱਜ ਸੰਤਾਂ ਕੋਲ ਬੈਠੇ ਆ ਵੀ ਸੰਤਾਂ ਦੀ ਗੱਲ ਕਰ ਲਈਏ। ਤੇ ਠੀਕ ਹੈ, ਚਲੋ ਬਣਦੀ ਹੈ ਗੱਲ ਜੀ ਇਹ ਵੀ ਗੁਰੂ ਨਾਨਕ ਮਹਾਰਾਜ ਨੇ ਗਰੀਬ ਦੇ ਘਰ ਦਾ ਜਾ ਕੇ ਹਮੇਸ਼ਾ ਛਕਿਆ ਜੀ। ਬਈ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਗਰੀਬ ਦਾ ਕੋਈ ਵੀ ਸੱਦਾ ਹੋਇਆ ਕਬੂਲ ਕੀਤਾ ਜੀ। ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ? ਇਹ ਜਿਹੜੇ ਇਦਾਂ ਦੇ ਦੇਖੋ ਥੋੜੀ ਗੱਲ ਚੱਲਦੀ ਸੀ ਮਰਦਾਨੇ ਬਾਰੇ ਜੀ। ਉਹਨੂੰ ਉਹਦੀ ਘਰ ਵਾਲੀ ਨੂੰ ਜਨਾਨੀਆਂ ਨੇ ਮਿਹਣਾ ਮਾਰਿਆ ਜੀ ਵੀ ਗੁਰੂ ਨਾਨਕ ਦੇਵ ਜੀ ਗਰੀਬਾਂ ਦੇ ਘਰ ਨਹੀਂ ਆਉਂਦੇ ਜੀ। ਤਾਂ ਉਹ ਜਦੋਂ ਗਏ ਉੱਥੇ ਤਾਂ ਉਹਨੇ ਰੋਣਾ ਸ਼ੁਰੂ ਕਰ ਦਿੱਤਾ ਜੀ ਵੀ ਉਹ ਤਾਂ ਉੱਚੀ ਜਾਤ ਦੇ ਸਾਡੇ ਆ ਹੀ ਨਹੀਂ ਸਕਦੇ। ਬਿਲਕੁਲ ਜੀ। ਉਹ ਕਹਿੰਦੇ ਵੀ ਮੈਂ ਜਾ ਕੇ ਬੇਨਤੀ ਕਰਦਾ ਜੀ। ਹਾਲਾ ਉਹ ਬੇਨਤੀ ਕਰਦੇ ਰਸਤੇ 'ਚ ਅੱਧੇ 'ਚ ਪਹੁੰਚਿਆ ਤਾਂ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਮੈਂ ਤਾਂ ਤੁਹਾਡੇ ਘਰ ਚੱਲਿਆ। ਉਧਰੋਂ ਯਾਦ ਕੀਤਾ ਇੱਧਰੋਂ ਤੁਰ ਪਏ ਜੀ। ਜਦੋਂ ਘਰ ਚੱਲੇ ਕਹਿੰਦੇ ਮੈਂ ਤੁਹਾਡੇ ਘਰ ਲੰਗਰ ਛਕਣਾ। ਠੀਕ ਹੈ ਜੀ। ਜਿਹੜਾ ਸੰਤ ਮਤ ਨਾਲ ਜੁੜਿਆ ਹੋਇਆ ਜੀ ਜੀ ਉਹ ਇਹ ਗੱਲ ਨਹੀਂ ਕਹੂਗਾ ਵੀ ਮੈਂ ਨੀਚ ਦੇ ਘਰ ਲੰਗਰ ਨਹੀਂ ਛਕਣਾ ਜੀ, ਜਾਂ ਫਿਰ ਪੈਸੇ ਲੈਣੇ ਬੰਦ ਕਰ ਦੇਵੇ। ਬਿਲਕੁਲ ਜੀ। ਮੈਂ ਇੱਥੇ ਤੱਕ ਇਹ ਗੱਲ ਕਹਿਣੀ ਚਾਹੂੰਗਾ, ਜਿਹੜੇ ਇਹ ਗੱਲ ਕਹਿੰਦੇ ਵੀ ਅਸੀਂ ਤੁਹਾਡੇ ਲੰਗਰ ਨਹੀਂ ਛਕਣਾ ਪੈਸੇ ਲੈ ਲੈਣੇ, ਉਹਨੂੰ ਤਾਂ ਪੈਸੇ ਵੀ ਨਹੀਂ ਦੇਣੇ ਚਾਹੀਦੇ। ਉਹ ਸੱਦਣਾ ਹੀ ਨਹੀਂ ਚਾਹੀਦਾ, ਉਹਨੂੰ ਸੱਦਣਾ ਹੀ ਨਹੀਂ ਚਾਹੀਦਾ। ਜੇ ਸੱਦ ਵੀ ਲਿਆ ਤਾਂ ਉਹਨੂੰ ਹੱਥ ਜੋੜ ਦੇਣਾ ਚਾਹੀਦਾ ਵੀ ਤੁਸੀਂ ਲੰਗਰ ਨਹੀਂ ਛਕਣਾ ਤਾਂ ਅਸੀਂ ਤੁਹਾਡੀ ਸੇਵਾ ਵੀ ਨਹੀਂ ਕਰਨੀ। ਸਭ ਤੋਂ ਗਲਤੀ ਹੋ ਗਈ ਹੈ ਨਾ। ਸਭ ਤੋਂ ਗਲਤੀ ਹੋ ਗਈ। ਬਾਬਾ ਜੀ, ਇੱਕ ਜਸਵਿੰਦਰ ਸਿੰਘ ਜੀ ਦਾ ਸਵਾਲ ਆਇਆ ਵਿੱਚ ਫੇਸਬੁੱਕ ਰਾਹੀਂ। ਉਹ ਕਹਿੰਦੇ ਜੀ ਭਾਈ ਸਾਹਿਬ ਜੀ ਬਾਬਾ ਲక్ష్ਮੀ ਚੰਦ ਜੀ ਬਾਰੇ ਵੀ ਜ਼ਰੂਰ ਚਾਨਣਾ ਪਾਓ,
ਲੰਬੀ ਬਾਂਹ ਦਾ ਕੀ ਇਤਿਹਾਸ ਹੈ? ਇਹ ਪੱਖੋ ਕੀ ਜਿਹੜੀ ਹੈ ਸਥਾਨ ਹੈਗਾ ਜੀ, ਬਟਾਲੇ ਏਰੀਆ ਦੇ ਵਿੱਚ ਜੀ। ਉੱਥੇ ਬਾਬਾ ਸ਼੍ਰੀ ਚੰਦ ਮਹਾਰਾਜ ਜਿਹੜੇ ਹੈ ਬਿਰਾਜਮਾਨ ਸੀਗੇ ਜੀ। ਤੇ ਕਮਲੀਆ ਜੀ ਉੱਥੇ ਕਮਲਦਾਸ ਵੀ ਕਹਿੰਦੇ, ਕਮਲਦਾਸ ਜੀ ਵੀ ਕਹਿੰਦੇ, ਹਾਂ, ਕਮਲੀਆ ਜੀ ਵੀ ਕਹਿੰਦੇ ਉਹਨਾਂ ਨੂੰ। ਜੀ ਜੀ। ਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਜੀ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਮਰੇ ਜਿੰਦੇ ਕੀਤੇ ਜੀ, ਵੀ ਜਿਹੜਾ ਉਹਨਾਂ ਦਾ ਪੁੱਤਰ ਹੈ ਉਹ ਸ਼ਿਕਾਰ ਖੇਡਦਾ ਪਿਆ, ਜਾਨਵਰ ਮਾਰਦਾ ਪਿਆ। ਠੀਕ ਹੈ ਜੀ। ਤੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਆਪਣੀ ਜੋਤ ਦੇ ਨਾਲ ਉਹਨਾਂ ਨੂੰ ਉੱਥੇ ਬੁਲਾਇਆ ਜੀ, ਬੁਲਾ ਕੇ ਤੇ ਉਹਨਾਂ ਨੂੰ ਜਿਹੜਾ ਆਪਣੀ ਚਿੰਤਾ ਦਾ ਕਾਰਨ ਦੱਸਿਆ ਜੀ। ਉਹ ਕਹਿੰਦੇ ਵੀ ਤੁਸੀਂ ਇਹ ਗੁਨਾਹ ਕਰਨਾ ਬੰਦ ਕਰ ਦਿਓ। ਤੇ ਬਾਬਾ ਜਿਹੜੇ ਲక్ష్ਮੀ ਦਾਸ ਤੇ ਉਹਨਾਂ ਨੇ ਇਹ ਹੱਸ ਕੇ ਕਿਹਾ ਵੀ ਗੁਰੂ ਨਾਨਕ ਦੇ ਪੁੱਤਰ ਨੂੰ ਲੇਖਾ ਦੇਣਾ ਪਊਗਾ ਜੀ। ਤਾਂ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਐਨ ਕਲੀਅਰ ਮਤਲਬ ਗੱਲ ਕਹਿ ਦਿੱਤੀ ਕਿ ਉੱਥੇ ਲੇਖਾ ਦੇਣਾ ਹੀ ਪੈਣਾ, ਉੱਥੇ ਗੁਰੂ ਨਾਨਕ ਦੇ ਪੁੱਤਰ ਨਹੀਂ ਦੇਖਣੇ ਜੀ, ਜਾਂ ਕੋਈ ਹੋਰ ਨਹੀਂ ਦੇਖਣਾ, ਤੁਹਾਨੂੰ ਆਪੇ ਹੀ ਖਾਓ, ਉੱਥੇ ਤੁਹਾਨੂੰ ਲੇਖਾ ਦੇਣਾ ਪੈਣਾ ਜੀ। ਇੱਕ ਬੜੀ ਮਤਲਬ ਇਹ ਰੋਮਾਂਚਕ ਗੱਲ ਹੈ। ਅਸੀਂ ਕਹਿੰਦੇ ਵੀ ਗੁਰੂ ਦਾ ਕਹਿਣਾ ਨਹੀਂ ਮੰਨਦੇ ਇਹ ਜੀ, ਠੀਕ ਹੈ, ਬਿਲਕੁਲ ਜੀ। ਤੇ ਉਹਨਾਂ ਨੇ ਉਸੇ ਵੇਲੇ ਵਾਪਸ ਆਏ ਜੀ, ਆਪਣੇ ਘਰ। ਧਨਵੰਤੀ ਉਹਨਾਂ ਦੀ ਘਰ ਵਾਲੀ ਹੋਈ ਹੈ, ਪਤਨੀ ਉਹਨਾਂ ਦੀ ਲక్ష్ਮੀ ਚੰਦ ਜੀ। ਹਾਂਜੀ ਜੀ। ਤੇ ਉਹਨਾਂ ਦਾ ਜਿਹੜਾ ਪੁੱਤਰ ਹੈ ਉਹ ਬਾਬਾ ਧਰਮਦਾਸ ਜੀ ਜੀ। ਤੇ ਇਹ ਹਾਲੇ ਬਹੁਤ ਛੋਟੇ ਸੀਗੇ ਜੀ। ਉਹਨਾਂ ਨੂੰ ਜਾ ਕੇ ਨਾਲ ਲਿਆ, ਘੋੜਾ ਲਿਆ, ਜਿੰਨੇ ਜਨਮ ਮਾਰੇ ਸਾਰੇ ਜਿੰਦੇ ਕੀਤੇ। ਠੀਕ ਹੈ ਜੀ। ਨਾਲ ਕੇ ਚਲੋ ਤੁਹਾਡਾ ਲੇਖਾ ਦਈਏ। ਮਹਾਰਾਜ ਇੱਥੇ ਵੀ ਸਵਾਲ ਆ ਸਕਦਾ ਵੀ ਇਹ ਤਾਂ ਕਰਾਮਾਤ ਹੋ ਗਈ ਜੀ। ਦੇਖੋ ਕਰਾਮਾਤਾਂ ਦੀ ਪਰਿਭਾਸ਼ਾ ਨਹੀਂ ਮੈਨੂੰ ਸਮਝ ਆਉਂਦੀ ਜੀ। ਕਰਾਮਾਤ ਕਹਿੰਦੇ ਕਿਹਨੂੰ ਹੈ? ਠੀਕ ਹੈ। ਕਰਾਮਾਤਾਂ ਤਾਂ ਪਹਿਲਾਂ ਤੋਂ ਚੱਲਦੀਆਂ ਆਈਆਂ। ਜੀ। ਜਦੋਂ ਬਾਬੇ ਨਾਨਕ ਨੇ ਪੰਜੇ ਦੇ ਨਾਲ ਉਹ ਪੱਥਰ ਰੋਕਿਆ ਜੀ, ਉਹਨੂੰ ਕਿਹਾ ਤੁਸੀਂ ਪਰਿਭਾਸ਼ਾ ਉਹਦੀ ਕਿਹਾ? ਮੈਂ ਬਾਬਾ ਜੀ ਇਦਾਂ ਸੋਚਦਾ ਹੁੰਦਾ ਕਈ ਵਾਰੀ, ਆਪਣੀ ਜਿਹੜੀ ਅੰਦਰ ਦੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਦਾ ਵੀ ਹੋ ਸਕਦਾ ਇਹ ਹੋਵੇ ਵੀ ਮਹਾਰਾਜ ਨੇ ਕਰਾਮਾਤ ਉਹ ਕਹਿਰ ਕਿਹਾ ਆ ਜਿਹੜਾ ਕਿਸੇ ਦਾ ਨੁਕਸਾਨ ਕੀਤਾ ਜਾਵੇ। ਜਿੱਦਾਂ ਬਲੀ ਕੰਧਾਰੀ ਨੇ ਪੱਥਰ ਸਿੱਟਿਆ, ਨੁਕਸਾਨ ਵਾਸਤੇ ਸਿੱਟਿਆ ਸੀ, ਉਹ ਤਾਂ ਕਰਾਮਾਤ ਕਹਿ ਰਿਹਾ ਜੀ। ਕਿਸੇ ਦੇ ਭਲੇ ਲਈ ਵਰਤਿਆ ਜਾਣ ਵਾਲਾ ਕੌਤਕ ਉਹ ਕਹਿਰ ਨਹੀਂ ਹੋ ਸਕਦਾ। ਇਹਨੂੰ ਤੁਸੀਂ ਇਹਦੀ ਜਿਹੜੀ ਪਰਿਭਾਸ਼ਾ ਹੈ ਨਾ ਜੀ, ਇਹ ਬੜੀ ਇਹਦੀ ਵਿਆਖਿਆ ਕਰਨੀ ਬੜੀ ਔਖੀ ਹੈ ਜੀ। ਵੀ ਕੌਤਕ ਕਹਿੰਦੇ ਕਿਹਨੂੰ ਹੈ? ਜੀ। ਕੌਤਕ ਜਿਹੜੇ ਹੈ ਬਲੀ ਕੰਧਾਰੀ ਨੂੰ ਸੁਧਾਰਿਆ ਉਹ ਵੀ ਕੌਤਕ ਸੀਗਾ। ਬਿਲਕੁਲ ਜੀ। ਉੱਥੋਂ ਜਲ ਖਿੱਚ ਕੇ ਲਿਆਂਦਾ ਜੀ, ਉਹ ਵੀ ਕੌਤਕ ਸੀ। ਜੇ ਪਹਾੜ ਦਾ ਜਿਹੜਾ ਐਡਾ ਵੱਡਾ ਪੱਥਰ ਡਿੱਗਿਆ ਪੰਜੇ ਨਾਲ ਰੁਕਿਆ, ਅੱਜ ਵੀ ਪੰਜਾ ਉੱਥੇ ਲੱਗਾ ਸੁਭਾਇਮਾਨ ਹੈ ਜੀ। ਤੇ ਉਹਨੂੰ ਘੜ ਕੇ ਵੀ ਦੇਖਿਆ, ਮੁੜ ਕੇ ਫਿਰ ਪੰਜਾ ਉੱਗੜ ਜਾਂਦਾ। ਜੀ ਜੀ। ਤੇ ਉਹਨੂੰ ਤੁਸੀਂ ਕਿਹਾ ਉਹਨੂੰ ਕਿਹੜੀ ਪਰਿਭਾਸ਼ਾ ਦੋਗੇ? ਉਹ ਕਰਾਮਾਤ ਸੀ ਜਾਂ ਉਹ ਕੋਈ ਉਹਨਾਂ ਦਾ ਖੇਲ ਸੀਗਾ? ਬਿਲਕੁਲ। ਰਵੀ ਜੀ ਦਾ ਇੱਕ ਸਵਾਲ ਹੈ ਜੀ, ਬ੍ਰਹਮ ਬੂਟਾ ਅਖਾੜਾ ਤੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਕਿਉਂ ਲਗਾਈ ਜਾਂਦੀ ਹੈ? ਦੇਖੋ ਅਸੀਂ ਮੂਰਤੀ ਪੂਜਾ ਦੇ ਖਿਲਾਫ ਹੈ। ਬਿਲਕੁਲ ਜੀ। ਅਸੀਂ ਮੂਰਤੀ ਨੂੰ ਪੂਜਦੇ ਨਹੀਂ ਹੈ ਜੀ। ਲੇਕਿਨ ਇੱਕ ਚੀਜ਼ ਜ਼ਰੂਰ ਹੈਗੀ ਹੈ ਜੀ ਕਿ ਜਿਹੜੀਆਂ ਜੇ ਅਸੀਂ ਇਹ ਮੂਰਤੀਆਂ ਜਾਂ ਫੋਟੋ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦਿਖਾਵਾਂਗੇ ਤਾਂ ਅਸੀਂ ਕਿਸ ਤਰ੍ਹਾਂ ਦਿਖਾਵਾਂਗੇ ਬਾਬਾ ਸ਼੍ਰੀ ਚੰਦ ਮਹਾਰਾਜ ਇਦਾਂ ਦੇ ਸੀਗੇ ਜੀ? ਇਹ ਇੱਕ ਪ੍ਰਦਰਸ਼ਨੀ ਕਹਿ ਲਓ ਜੀ, ਅਜਾਇਬ ਘਰ ਕਹਿ ਲਓ ਜੀ, ਉਸ ਤੌਰ ਤੇ ਮੂਰਤੀਆਂ ਦਾ ਪ੍ਰਕਾਸ਼ ਕਰਨਾ ਕੋਈ ਗੁਨਾਹ ਨਹੀਂ ਹੈ। ਠੀਕ ਹੈ। ਲੇਕਿਨ ਪੂਜਾ ਕਰਨੀ, ਉਹਨੂੰ ਭੋਗ ਲਵਾਣੇ ਜੀ, ਉਹ ਗੁਨਾਹ ਹੈ। ਜਾਣੀ ਕਿ ਮਹਾਰਾਜ ਦੇ ਬਰਾਬਰ ਨਹੀਂ ਚਾਹੀਦਾ। ਨਹੀਂ, ਜਿੱਦਾਂ ਆਪਾਂ ਸਿਧਾਂਤ ਸਾਗਰ ਦੀ ਗੱਲ ਕੀਤੀ ਹੈ ਜੀ, ਬਿਲਕੁਲ ਜੀ। ਇਦਾਂ ਹੀ ਮੂਰਤੀ ਪੂਜਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ। ਮੂਰਤੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਤਾਂ ਕੋਈ ਨਹੀਂ ਕਰ ਸਕਦਾ। ਜੀ ਜੀ ਜੀ, ਬਿਲਕੁਲ। ਮੈਂ ਇੱਕ ਕਲੀਅਰ ਕੱਟ ਲਫ਼ਜ਼ਾਂ 'ਚ ਕਹਿਣਾ ਚਾਹੂੰਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਮੰਨਦੇ ਹਾਂ ਜੀ, ਠੀਕ ਹੈ। ਉਹਦੀ ਬਰਾਬਰੀ ਨਾ ਕੋਈ ਮੂਰਤੀ ਕਰ ਸਕਦੀ, ਨਾ ਕੋਈ ਇਨਸਾਨ ਕਰ ਸਕਦਾ। ਬਲਵਿੰਦਰ ਸਿੰਘ ਜੀ ਸਵਾਲ ਕਰਦੇ ਆ ਜੀ ਕੋਈ, ਉਹ ਕਹਿੰਦੇ ਜੀ ਉਦਾਸੀ ਸੰਪਰਦਾ ਤੇ ਨਿਰਮਲੇ ਸੰਪਰਦਾ ਵਿੱਚ ਫਰਕ ਕੀ ਹੈ ਜੀ, ਤੇ ਕੀ ਇਹਦੇ 'ਚ ਫਰਕ ਆ, ਤੇ ਔਰ ਉਦਾਸੀ ਕਦੋਂ ਬਣੇ, ਨਿਰਮਲੇ ਕਦੋਂ ਬਣੇ, ਜ਼ਰੂਰ ਦੱਸਿਓ ਜੀ। ਉਦਾਸੀ ਸੰਪਰਦਾ ਜਿਹੜੀ ਇਹ ਤਾਂ 4 ਯੁੱਗਾਂ 'ਚ ਵਰਣਨ ਆਉਂਦਾ ਇਹਨਾਂ ਦਾ ਜੀ। ਉਦਾਸੀ ਜਿਹੜੇ ਉਦੈ ਹੋਣਾ ਜੀ, ਠੀਕ ਹੈ। ਇਹ ਉਦਾਸੀ ਸੰਪਰਦਾ 4 ਯੁੱਗਾਂ ਦੇ ਵਿੱਚ ਹੀ ਵਰਣਨ ਆਉਂਦਾ। ਤੁਸੀਂ ਨਾ YouTube ਦੇ ਉੱਤੇ ਕਮੈਂਟਾਂ ਤੇ ਨਿਗਾਹ ਰੱਖਿਓ। ਮੈਂ ਜਾਂ ਤੇ ਫੇਸਬੁੱਕ ਦੇ ਪੜ੍ਹਦਾ, ਇੱਧਰ ਜ਼ਿਆਦਾ ਆ ਰਹੇ ਆ, ਜੇ ਕੋਈ ਆਊਗਾ ਤਾਂ ਮੈਨੂੰ ਇਸ਼ਾਰਾ ਕਰ ਦਿਓ। ਹਾਂਜੀ। ਤੇ ਉਹ ਉਦਾਸੀ ਸੰਪਰਦਾ ਜਿਹੜੀ ਹੈ ਨਾ ਜੀ, ਇਹ ਪੁਰਾਤਨ ਹੈ, ਯੁੱਗਾਂ ਤੋਂ ਚੱਲੀ ਆ ਰਹੀ ਜੀ, ਠੀਕ ਹੈ। ਜਿਹੜੀ ਨਿਰਮਲੇ ਹੈ ਇਹ ਜਦੋਂ ਕਾਂਛੀ ਜਾ ਕੇ ਸੰਖਿਆ ਲਈ ਇਹਨਾਂ ਨੇ ਜੀ, ਗੁਰੂ ਮਾਈ ਦੀ ਸੰਖਿਆ ਲੈ ਕੇ ਗੁਰੂ ਮਾਈ ਨੂੰ ਦੀ ਬਾਣੀ ਨੂੰ ਪੜ੍ਹਨਾ ਸਿੱਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਨਿਰਮਲੇ ਮਹਾਂਪੁਰਸ਼ ਉਹ ਬਾਣੇ ਪਵਾ ਕੇ ਭੇਜੇ ਗੁਰਸਿੱਖ। ਬਿਲਕੁਲ ਜੀ ਜੀ, ਸਿੱਖਿਆ ਲੈਣ ਵਾਸਤੇ। ਇਤਿਹਾਸ ਹੈਗਾ ਜੀ, ਇਤਿਹਾਸ ਹੈਗਾ। ਤੇ ਉਸ ਵੇਲੇ ਉਹ ਜਿਹੜੇ ਅੰਮ੍ਰਿਤ ਛਕਾਉਣ ਤੇ ਪਹਿਲਾਂ ਜਿੰਨੇ ਵੀ ਪਾਠੀ ਹੋਏ ਆ, ਜਿਨ੍ਹਾਂ ਨੇ ਗੁਰਬਾਣੀ ਦੀ ਸੰਖਿਆ ਲਈ ਹੈ, ਉਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਜੀ ਜੀ ਜੀ, ਠੀਕ ਹੈ। ਠੀਕ ਹੈ। ਨਿਰਮਲੇ ਕੋਈ ਨਵਾਂ ਪੰਥ ਨਹੀਂ ਹੈਗਾ ਜੀ। ਲੇਕਿਨ ਜਦੋਂ ਉਹ ਮਤਲਬ ਖਾਲਸਾ ਪੰਥ ਦੀ ਸਾਜਨਾ ਹੋ ਗਈ, ਉਹੀ ਜਿਹੜੇ ਹੈਗੇ ਉਹ ਗਾਹਾਂ ਸਿੱਖਾਂ ਦੇ ਵਿੱਚ, ਸਿੱਖ ਧਰਮ ਵਿੱਚ ਬਦਲ ਗਏ। ਠੀਕ।
ਠੀਕ ਹੈ ਬਾਬਾ ਜੀ ਜਸ ਕਾਲੋਂ ਜੀ ਕੋਈ ਪੁੱਛਦੇ ਆ ਕਿ ਬਾਬਾ ਸ਼੍ਰੀ ਚੰਦ ਜੀ ਬਾਰੇ ਸਾਰੇ ਬੋਲਦੇ ਆ, ਬਾਬੇ ਲਖਮੀ ਚੰਦ ਬਾਰੇ ਕਿਉਂ ਨਹੀਂ ਕੋਈ ਦੱਸਦਾ? ਇਹ ਇੱਕ ਪਹਿਲਾ ਸਥਾਨ ਜਿਹੜਾ ਨਾ ਬਾਬੇ ਬਟਾਲੇ ਵਿੱਚ ਬਾਬਾ ਲਖਮੀ ਦਾਸ ਦਾ ਬਣਿਆ। ਠੀਕ ਹੈ ਜੀ। ਠੀਕ ਹੈ, ਪਹਿਲਾਂ ਉਹ ਤੋਂ ਕਿਤੇ ਸਥਾਨ ਉਹਨਾਂ ਦਾ ਨਜ਼ਰ ਨਹੀਂ ਆਉਂਦਾ। ਮੈਂ ਕਾਫੀ ਘੁੰਮਿਆ। ਇਹ ਜਦੋਂ ਦੁਨੀਆ ਤੋਂ ਚਲੇ ਗਏ ਨਾ ਜੀ ਕਿ ਬਾਬਾ ਸ਼੍ਰੀ ਚੰਦ ਅੱਜ ਵੀ ਸਾਡੇ ਵਿੱਚ ਬਿਰਾਜਮਾਨ ਹੈ। ਉਹਨਾਂ ਦੀ ਕਿਤੇ ਮਤਲਬ ਲਿਖਤ ਵਿੱਚ ਨਹੀਂ ਆਉਂਦਾ ਵੀ ਇੱਥੇ ਉਹਨਾਂ ਨੇ ਆਪਣੇ ਜੀਵਨ ਦਾ ਅੰਤ ਕੀਤਾ ਜੀ। ਠੀਕ ਹੈ, ਉਹ ਅੱਜ ਵੀ ਕਿਉਂਕਿ ਉਦਾਸੀ ਡੇਰੇ ਜਿਹੜੇ ਆ ਨਾ ਜੀ, ਇਹ ਅੱਜ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਨਾਂ ਤੇ ਬੋਲਦੇ ਆ। ਠੀਕ ਹੈ ਜੀ। ਕਿ ਉਹਨਾਂ ਦੀ ਕਿਤੇ ਜਿਹੜਾ ਉਹ ਮਤਲਬ ਜਿਹੜੀ ਹੈ ਜੋਤੀ ਜੋ ਸਮਾਈ ਨਹੀਂ। ਠੀਕ ਹੈ ਜੀ। ਇਸ ਕਰਕੇ ਅੱਜ ਵੀ ਡੇਰਿਆਂ ਦੇ ਮਾਲਕ ਜਿਹੜੇ ਹੈ ਬਾਬਾ ਸ਼੍ਰੀ ਚੰਦ ਮਹਾਰਾਜ ਹੈ। ਨਾਲੇ ਬਾਬਾ ਜੀ ਮੈਨੂੰ ਇੱਥੇ ਤੱਕ ਵੀ ਜਿੱਦਾਂ ਆਪਾਂ ਜੇ ਇਹ ਵਿਚਾਰ ਵੀ ਕਰ ਲਈਏ ਵੀ ਬਾਬਾ ਲਖਮੀ ਚੰਦ ਜੀ ਦੀ ਆਯੂ ਉਨੀ ਲੰਬੀ ਨਹੀਂ ਹੁੰਦੀ ਜਿੰਨੀ ਬਾਬਾ ਸ਼੍ਰੀ ਚੰਦ ਜੀ ਦੀ 151 ਵਰ੍ਹੇ ਹੋਈ ਹੈ। ਨਹੀਂ, ਉਹਨਾਂ ਦਾ ਜੀਵਨ ਕਾਲ ਬਹੁਤ ਥੋੜਾ ਸੀ। ਹਾਂ, ਉਨਾ ਹੀ ਇਤਿਹਾਸ ਲੰਬਾ ਹੋਣਾ ਜੀ ਬਾਬਾ ਸ਼੍ਰੀ ਚੰਦ ਜੀ ਦਾ। ਹਾਂਜੀ, ਜਿੰਨਾ ਉਮਰ ਛੋਟੀ। ਹੁਣ 8ਵੇਂ ਪਾਤਸ਼ਾਹ ਜੀ ਦਾ ਜ਼ਿਕਰ ਕਰ ਲਈਏ ਜੀ, ਚਲੋ ਆਪਾਂ ਵਿਸ਼ੇ ਤੋਂ ਬਾਹਰ ਨਹੀਂ ਜਾਂਦੇ, ਪਰ ਕੇਵਲ ਉਦਾਹਰਨ ਦੇਣੀ ਹੈ। ਉਹਨਾਂ ਨੂੰ 5 ਸਾਲ ਦੀ ਉਮਰ 'ਚ ਗੱਦੀ ਮਿਲੀ ਹੈ ਜੀ। 8 ਸਾਲ ਦੀ ਉਮਰ ਕੁਛ ਮਹੀਨਿਆਂ ਤੇ ਉਹ ਸੱਚਖੰਡ ਚਲੇ ਗਏ। 3 ਸਾਲ ਦਾ ਉਹਨਾਂ ਦਾ ਇਤਿਹਾਸ ਇਹੀ ਆਉਂਦਾ ਹੈ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ, ਪੰਜੋਖਰਾ ਸਾਹਿਬ ਉਹ ਛੱਜੂ ਝੀਵਰ ਦੇ ਉੱਤੇ ਕਿਰਪਾ ਕੀਤੀ, ਦਿੱਲੀ ਜਾ ਕੇ ਚੇਚਕ ਦੀ ਬਿਮਾਰੀ ਜਿਹੜੀ ਆ ਉਹਨੂੰ ਆਪਣੇ ਸੰਗਤ ਨੂੰ ਆਰਾਮ ਜਦੋਂ ਤਾਲਜ ਵਿੱਚ ਇਸ਼ਨਾਨ ਕਰਾ ਕੇ ਆਪਣੇ ਬਾਲਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ, ਹਾਂਜੀ, ਉੱਥੇ ਜਦੋਂ ਹੋਇਆ ਤੇ ਉਦੋਂ ਬਾਅਦ ਉਹ ਸੱਚਖੰਡ ਉੱਥੋਂ ਪਿਆਨਾ ਕਰ ਗਏ। ਹੁਣ ਉਹਨਾਂ ਦਾ ਇੰਨਾ ਕੀ ਇਤਿਹਾਸ ਹੈ ਜੀ। ਜੇ ਕਹੀਏ 10ਵੇਂ ਪਾਤਸ਼ਾਹ ਦਾ ਬਹੁਤ ਆ, 8ਵੇਂ ਪਾਤਸ਼ਾਹ ਦਾ ਥੋੜਾ, ਉਹ ਜੀਵਨ ਕਾਲ ਦੇ ਉੱਤੇ ਕਰਨੀ ਦੇ ਉੱਤੇ ਹੀ ਆ ਜੀ ਜ਼ਿਆਦਾ। ਉਸ ਤੋਂ ਬਾਅਦ ਇਹਨਾਂ ਦਾ ਬਰਨ ਨਹੀਂ ਨਾ ਆਉਂਦਾ ਜਦੋਂ ਬਾਬਾ ਜੀ ਬਾਬਾ ਨਿਸ਼ਾਨ ਸਿੰਘ ਜੀ ਖਾਲਸਾ ਅੰਬਾਲੇ ਤੋਂ ਨੇ ਮਹਾਂਪੁਰਸ਼, ਉਹ ਫਤਿਹ ਬੁਲਾ ਰਹੇ ਨੇ ਤੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਸਵਿੰਦਰ ਸਿੰਘ ਜੀ ਇੱਕ ਸਵਾਲ ਕਰਦੇ ਨੇ ਜੀ ਕਿ ਕਈ ਡੇਰਿਆਂ ਦੇ ਜੰਤਰੀਆਂ ਟੇਵੇ ਦੇਖੇ ਜਾਂਦੇ ਆ ਜੀ ਉਦਾਸੀ ਸਾਧੂਆਂ ਦੇ, ਤੇ ਇਹ ਕਿੰਨਾ ਕੁ ਸਹੀ ਆ? ਇਸ ਵਾਸਤੇ ਕੋਈ ਸੁਧਾਰਕ ਕਦਮ ਚੱਕ ਰਹੇ ਹੋ? ਇਹਦੇ ਵਿੱਚ ਗੁਰੂ ਮਾਈ ਨੇ ਕਲੀਅਰ ਲਿਖ ਦਿੱਤਾ ਜੀ, ਥਿਤ ਤੋਂ ਬਾਹਰ ਨਾ ਜੋਗੀ ਜਾਣੇ ਰੋਤਮਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜਾ ਆਪੇ ਜਾਣੇ ਸੋਈ ਜੀ। ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਹਾਂ। ਉਹ ਬ੍ਰਾਹਮਣਵਾਦ ਨੂੰ ਬੜਾਵਾ ਹੋਊਗਾ ਜਿਹੜਾ ਜੰਤਰੀਆਂ ਦੇਖਦੇ ਆ ਜੀ, ਜਾਂ ਇਦਾਂ ਦੇ ਮਹੂਰਤ ਕੱਢਦੇ ਆ ਜੰਤਰੀਆਂ ਦੇਖ ਕੇ ਜੀ, ਕਿ ਜਿਹੜਾ ਸਿੱਖ ਪੰਥ ਹੈ ਨਾ, ਸਿੱਖ ਇਤਿਹਾਸ ਹੈ ਜਾਂ ਉਦਾਸੀ ਸੰਪਰਦਾ ਹੈ, ਇਹਦਾ ਗੁਰੂ ਮਹਾਰਾਜ ਦੇ ਜਿਹੜਾ ਮੁੱਖ ਭਾਗ ਉਹ ਲੈ ਕੇ ਅੱਗੇ ਕੰਮ ਕਰਦੇ ਆ। ਭਾਈ ਪ੍ਰਤਾਪ ਸਿੰਘ ਜੀ ਇੱਕ ਸਵਾਲ ਰੱਖਦੇ ਆ ਜੀ ਕਿ ਬਾਬਾ ਜੀ ਆਪ ਜੀ ਜੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੋ, ਆਪ ਜੀ ਦੀ ਗੱਲ ਕਰ ਰਿਹਾ ਜੀ, ਆਪ ਜੀ ਨੂੰ ਸਵਾਲ ਹੈ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਜੀ ਗੁਰੂ ਮੰਨਦੇ ਹੋ ਤਾਂ ਅੰਮ੍ਰਿਤ ਕਿਉਂ ਨਹੀਂ ਛਕਿਆ ਜੀ? ਇਹਦੇ ਵਿੱਚ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ। ਹਾਂ ਬਿਲਕੁਲ, ਕਿਉਂਕਿ ਹਰ ਇੱਕ ਗੱਲ ਦਾ ਜਿਹੜਾ ਇਸੇ ਕਰਕੇ ਹੀ ਆਪਾਂ ਲਾਈਵ ਬੈਠੇ ਆ ਜੀ। ਕੋਈ ਅੱਜ ਤੱਕ ਮੈਂ ਸਾਧੂ ਇੱਦਾਂ ਬੈਠਿਆ ਨਹੀਂ ਜੀ ਲਾਈਵ ਦੇਖਿਆ ਵੀ ਕੋਈ ਸਵਾਲ ਸੰਗਤ ਦੇ ਜਵਾਬ ਦੇਵੇ, ਤੇ ਬਹੁਤ ਸੰਗਤ ਦੇ ਵੀ ਵਧੀਆ ਸਵਾਲ ਨੇ ਜੀ ਜਿਹੜੇ ਮੌਕੇ ਦੇ ਹਿਸਾਬ ਨਾਲ ਮਨਾਂ 'ਚ ਹੁੰਦੇ ਆ ਜੀ, ਤੇ ਆਪ ਜੀ ਵੀ ਕਿਰਪਾ ਕਰਕੇ ਉਹਨਾਂ ਦਾ ਜਵਾਬ ਜ਼ਰੂਰ ਦੇ ਦਿਓ। ਇਹ ਕਿਤੇ ਨਹੀਂ ਲਿਖਿਆ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੁਸੀਂ ਅੰਮ੍ਰਿਤ ਛਕੋ। ਠੀਕ ਹੈ ਜੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ 5ਵੇਂ ਪਾਤਸ਼ਾਹ ਤੋਂ ਹੋ ਕੇ 9ਵੇਂ ਪਾਤਸ਼ਾਹ ਤੱਕ ਜਿਹੜੀ ਆ ਪੂਰੀ ਹੋ ਜਾਂਦੀ ਹੈ ਜੀ। ਇਹ ਸਿਰਫ ਸਿੱਖਾਂ ਨੂੰ ਹੀ ਹੁਕਮ ਹੈ ਜੀ ਵੀ ਜੇ ਗੁਰੂ ਤੁਸੀਂ ਮੰਨਣਾ ਤੁਹਾਨੂੰ ਅੰਮ੍ਰਿਤ ਛਕਣਾ ਪਊਗਾ। ਬਿਲਕੁਲ ਜੀ। ਮਤਲਬ ਇਹ ਚੌਂ ਬਾਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਮਾਰੇ ਨਾ 4 ਦਰਵਾਜ਼ੇ ਦਰਬਾਰ ਸਾਹਿਬ, ਜੇ ਮਰਜ਼ੀ ਨਾਲ ਛਕਣਾ ਤਾਂ ਬ੍ਰਾਹਮਣ ਵੀ ਛਕ ਸਕਦਾ। ਬ੍ਰਾਹਮਣ ਵੀ ਕੋਈ ਵੀ ਦੇਖੋ ਜੇ ਨੇ ਇਸ ਪਰ ਫਿਰ ਉਹ ਮਰਜ਼ਾਦਾ 'ਚ 5 ਕਕਾਰਾਂ ਦੇ ਵਿੱਚ ਉਹਦੇ 'ਚ ਆਉਣਾ ਪਊਗਾ ਉਹਨੂੰ। ਹਾਂ ਬਿਲਕੁਲ। ਦੇਖੋ ਇਹਦੇ ਵਿੱਚ ਇਹ ਨਹੀਂ ਹੈ, ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਜੀ, ਆਪਣੇ ਵਾਲਮੀਕੀ ਮਜ਼੍ਹਬੀ ਸਿੱਖ। ਕਈ ਵਾਰੀ ਬਾਬਾ ਜੀ ਇਹ ਵੀ ਹੋ ਸਕਦਾ, ਮੈਂ ਇੱਕ ਮਿੰਟ ਆਪ ਜੀ ਦਾ ਲੈਣਾ ਜੀ, ਬਈ ਮਾਂਡੀ ਵਾਲੇ ਮਹਾਂਪੁਰਸ਼ਾਂ ਨੇ ਛਕਿਆ ਆ ਤੇ ਬਾਕੀ ਉਦਾਸੀ ਕਾਹਤੇ ਨਹੀਂ ਛਕਦੇ, ਇਹ ਵੀ ਸਵਾਲ ਹੋ ਸਕਦਾ ਮਨ 'ਚ। ਇਹਦੇ ਵਿੱਚ ਇੱਦਾਂ ਹੈ ਜੀ, ਇਹ ਆਪਣੀ ਤੁਹਾਡੀ ਇੱਛਾ 'ਤੇ ਨਿਰਭਰ ਕਰਦਾ। ਜਾਣੀ ਉਦਾਸੀ ਭੇਖ 'ਚ ਤੁਹਾਡੀ ਇੱਛਾ ਅਨੁਸਾਰ ਤੁਸੀਂ ਜਿਹੜਾ ਉਦਾਸੀ ਭੇਖ ਦੇ ਵਿੱਚ ਵਿਚਰ ਸਕਦੇ। ਨਹੀਂ, ਗੁਰੂ ਮਾਈ ਤੁਸੀਂ ਬਾਣੀ ਪੜ੍ਹ ਕੇ ਦੇਖੋ, ਜੋ ਗੁਰੂ ਮਾਈ ਦਾ ਜੋ ਫਰਮਾਨ ਹੈ ਜੀ, ਉਹ ਕਹਿੰਦੇ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਜੇ ਤੁਸੀਂ ਬਾਹਰ ਰੱਖ ਲਏ, ਮਤਲਬ ਜੱਟ ਰੱਖ ਲੀਆਂ, ਉੱਦਾਂ ਦੇ ਕੱਪੜੇ ਪਾ ਲਏ, 5 ਕਕਾਰ ਪਾ ਲਏ, ਗੁਰੂ ਮਹਾਰਾਜ ਦੀ ਮਰਜ਼ਾਦਾ ਵਿੱਚ ਨਹੀਂ ਤੁਸੀਂ ਰਹਿੰਦੇ, ਤਾਂ ਮੈਂ ਉਹਨੂੰ ਬੇਕਾਰ ਸਮਝਦਾ। ਫਿਰ ਉਹ ਕੱਪੜੇ ਹੀ ਰਹਿ ਗਏ ਜੀ, ਉਹ ਕੱਪੜੇ ਰਹਿ ਗਏ ਜੀ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਸਭ ਤੋਂ ਵੱਡੀ ਗੱਲ ਜੀ, ਈਰਖਾ ਹੀ ਨਾ ਗਈ। ਰਹਿ ਨਹੀਂ ਰਹੇ ਜੋ ਸਿੱਖ ਮੇਰਾ, ਉਹ ਮੇਰਾ ਸਾਹਿਬ ਮੈਂ ਉਸ ਕਾ ਚੇਲਾ। ਬਿਲਕੁਲ ਜੀ। ਠੀਕ ਹੈ, ਉਹ ਮਤਲਬ ਗੁਰੂ ਮਹਾਰਾਜ ਨੇ ਤਾਂ ਕਲੀਅਰ ਕਰ ਦਿੱਤਾ ਜੀ। ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ ਤੁਹਾਨੂੰ ਅੰਮ੍ਰਿਤ ਛਕਣਾ ਪਊਗਾ। ਇੱਦਾਂ ਮਹਾਰਾਜ ਪਿਛਲੇ ਸਮੇਂ 'ਚ ਆਪਾਂ ਵੀ ਦੇਖਦੇ ਰਹੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਸੀ, ਕਈ ਪੰਡਤ ਵੀਰ, ਬ੍ਰਾਹਮਣ ਵੀਰ ਆਪਣੇ ਘਰਾਂ 'ਚ ਮਹਾਰਾਜ ਦੇ ਪ੍ਰਕਾਸ਼ ਲਿਜਾ ਕੇ ਅਖੰਡ ਪਾਠ ਸਾਹਿਬ ਧੰਨਵਾਦਾ ਕਰਾਉਂਦੇ ਰਹੇ, ਮੰਦਿਰਾਂ 'ਚ ਕਰਾਉਂਦੇ ਰਹੇ। ਜਿੱਥੇ ਇਹ ਤਾਂ ਜਦੋਂ ਫਿਰ ਸਖਤੀ ਹੋ ਗਈ ਜੀ ਵੀ ਆਹ
ਜਿੱਥੇ ਮੂਰਤੀ ਹੈ ਜਾਂ ਜਿੱਥੇ ਇਦਾਂ ਅਸੀਂ ਨਹੀਂ ਜਾਣਦੇ? ਉੱਥੇ ਇਦਾਂ ਨਹੀਂ ਸਖਤੀ ਹੋਈ ਜੀ। ਉੱਥੇ ਜਿਹੜਾ ਨਾ ਮਤਲਬ ਮਹਾਰਾਜ ਦੀ ਬੇਅਦਬੀ ਹੁੰਦੀ ਸੀ ਜੀ। ਇਹ ਸਖਤੀ ਦਾ ਕਾਰਨ ਹੈ ਜੇ ਮੰਦਰਾਂ 'ਚ ਗੁਰਦੁਆਰਾ ਮਤਲਬ ਜਿਹੜਾ ਮਸੀਤਾਂ ਦੇ ਵਿੱਚ ਜੀ ਉਧਰ ਮਾਏ ਦਾ ਪ੍ਰਕਾਸ਼ ਕੀਤਾ ਹੁੰਦਾ, ਉਧਰ ਮਸੀਤਾਂ ਨੂੰ ਮੱਥੇ ਟੇਕਦੇ ਹੁੰਦੇ ਲੋਕੀ। ਜੀ। ਸ਼ੇਅਰ ਜ਼ਰੂਰ ਕਰੀ ਚੱਲਿਓ ਸਾਧ ਸੰਗਤ, ਬੜੀ ਵੱਡੀ ਗਿਣਤੀ 'ਚ ਬਾਬਾ ਜੀ ਸੰਗਤ ਦੇਖ ਰਹੀ। 107-8 ਜਾਣੇ ਲਾਈਵ ਫੇਸਬੁੱਕ ਤੇ ਜੁੜੇ ਹੋਏ ਆ ਤੇ YouTube ਦੇ ਉੱਤੇ 8-10 ਜਾਣੇ ਉਧਰ, ਕਿਉਂਕਿ YouTube ਦਾ ਫਿਰ ਫੇਸਬੁੱਕ ਜ਼ਿਆਦਾ ਸੌਖਾ ਲੱਗਦਾ ਸੰਗਤ ਨੂੰ। ਉਧਰ ਵੀ ਸਵਾਲ ਆਏ ਤਾਂ ਮੈਨੂੰ ਦੱਸੀ ਜਾਇਓ ਜੀ ਨਾਲ ਨਾਲ। ਤੇ ਹਾਂਜੀ ਬਾਬਾ ਜੀ ਆਓ ਜੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤਾਂ ਜ਼ਰੂਰੀ ਨਹੀਂ ਕਿ ਅੰਮ੍ਰਿਤ ਛਕੋ ਤੁਸੀਂ। ਠੀਕ ਹੈ। ਉਸ ਬਾਣੀ ਦੇ ਉਹ ਤਾਂ ਹੋਰ ਧਰਮ ਦਾ ਬੰਦਾ ਵੀ ਸਤਿਕਾਰ ਕਰ ਸਕਦਾ। ਬਿਲਕੁਲ ਜੀ। ਤੁਸੀਂ ਬੰਬੇ ਜਾਓ, ਤੁਸੀਂ ਦੇਖਦੇ ਆ, ਤੁਸੀਂ ਉਹ ਤਾਂ ਸਿੰਧੀ ਸਾਰੇ ਮੋਨੇ ਆ। ਬਿਲਕੁਲ। ਕੀਰਤਨ ਵੀ ਕਰਦੇ ਆ। ਜੀ ਜੀ ਜੀ। ਮਤਲਬ ਗੁਰੂ ਬਾਈ ਨੂੰ ਮੱਥਾ ਵੀ ਟੇਕਦੇ ਆ। ਜੀ ਜੀ ਜੀ। ਔਰ ਉਹ ਸਾਰਿਆਂ ਨੇ ਆਪਣੇ ਆਪਣੇ ਘਰਾਂ ਵਿੱਚ ਮਾਏ ਦਾ ਪ੍ਰਕਾਸ਼ ਕੀਤਾ ਹੋਇਆ। ਬਾਬਾ ਜੀ ਕਿਰਪਾਲ ਦਾਸ ਜੀ ਦਾ ਜੇ ਜੀਵਨ ਦੇਖੀਏ ਪੌਂਟਾ ਸਾਹਿਬ ਦਾ, ਆਪ ਜੀ ਜ਼ਿਕਰ ਕਰਿਓ ਉਹਨਾਂ ਦਾ ਵੀ। ਇਹ ਸੰਤ ਕਿਰਪਾਲ ਦਾਸ ਜਿਹੜੇ ਸੀਗੇ ਨਾ, ਇਹ ਮਾਏ ਦੇ ਲੰਗਰ ਵੀ ਰਹੇ ਥੋੜੀ ਦੇਰ ਨਾ। ਹੁਣ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ 'ਚ ਹੀ ਸੀ। ਸਮੇਂ 'ਚ ਸੀਗੇ ਜੀ। ਤੇ ਜਦੋਂ 4 ਸਰੂਪ ਤਿਆਰ ਕੀਤੇ ਨਾ ਜੀ ਮਾਏ ਦੇ, ਧੀਰਜ ਮਲੀਆ ਤੋਂ ਸਰੂਪ ਨਹੀਂ ਮਿਲਿਆ ਜੀ, ਤੇ ਉਸ ਵੇਲੇ ਸੰਤ ਕਿਰਪਾਲ ਦਾਸ ਨੂੰ ਹੀ ਪਹਿਲਾ ਸਰੂਪ ਦਿੱਤਾ ਗਿਆ ਜੀ। ਜੇ ਸਰੂਪਾ ਵੀ ਉਦੋਂ ਹੀ ਆਰੰਭ ਹੋਇਆ ਮਹਾਰਾਜ। ਉਦੋਂ ਸਰੂਪਾ ਪਾ ਕੇ ਮਾਏ ਦਾ ਸਰੂਪ ਦਿੱਤਾ, ਕਹਿੰਦੇ ਜਾਓ ਦਾਸੀਓ ਜੀ, ਇਹ ਦੁਬਾਰਾ ਗੱਲ ਆ ਗਈ ਵੀ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰੋ। ਲੇਕਿਨ ਉੱਥੇ ਉਹਨੇ ਇਹ ਸ਼ਰਤ ਨਹੀਂ ਰੱਖੀ ਤੂੰ ਅੰਮ੍ਰਿਤ ਛਕ ਪਹਿਲਾਂ ਫਿਰ ਤੈਨੂੰ ਮਾਏ ਦਾ ਸਰੂਪ ਦੇਣਾ। ਹਾਂ, ਜਾਂ ਫਿਰ ਤੂੰ ਸਾਡੇ ਲਈ ਭੰਗਾਣੀ ਸਾਹਿਬ ਜੰਗ ਕੀਤਾ ਤਾਂ ਹੁਣ ਤੈਨੂੰ ਫੇਰ ਸਰੂਪ ਦੇਾਂਗੇ, ਪਹਿਲਾਂ ਅੰਮ੍ਰਿਤ ਛਕ। ਜੇ ਇਦਾਂ ਦੀ ਕੰਡੀਸ਼ਨ ਗੁਰੂ ਮਾਈ ਨੇ ਰੱਖੀ ਹੁੰਦੀ ਤਾਂ ਸੰਤ ਕਿਰਪਾਲ ਦਾਸ ਨੂੰ, ਸੰਤਾਂ ਨੂੰ ਕਿਰਪਾਲ ਸਿੰਘ ਸਜਾ ਦਿੰਦੇ ਬਾਅਦ ਚ। ਉਹ ਕਿਰਪਾਲ ਸਿੰਘ ਬਣਾ ਕੇ ਫਿਰ ਮਾਏ ਦਾ ਸਰੂਪ ਦਿੰਦੇ। ਜੀ 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 ਜੀ। ਤੇ ਬਾਬਾ ਜੀ ਇੱਥੇ ਬਾਬਾ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਕੋਈ ਜਿਹੜਾ ਇਹ ਸਵਾਲ ਪੁੱਛ ਰਿਹਾ ਸੀ ਪਹਿਲਾਂ, ਉਹ ਕਹਿੰਦੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਸਤਿਕਾਰਯੋਗ ਬਾਬਾ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਵਾਲਾਂ ਦਾ ਬੜੇ ਪਿਆਰ ਨਾਲ ਜਵਾਬ ਦਿੱਤਾ ਜੀ। ਅੱਗੇ ਸਵਾਲ ਹੈ ਜੀ ਸਨਮਜੀਤ ਸਿੰਘ ਕੋਈ ਹੈਗੇ ਨੇ, ਉਹ ਕਹਿੰਦੇ ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਨੂੰ ਨਹੀਂ ਮੰਨਦੇ ਕੀ? ਉਹ ਮੇਰੇ ਖਿਆਲ ਲੇਟ ਜੁੜੇ ਹੋਣੇ ਜੀ, ਉਹ ਅੱਧੀ ਗੱਲ ਸੁਣੀ ਹੋਣੀ, ਉਹ ਅੰਮ੍ਰਿਤਧਾਰੀ ਦੀ ਗੱਲ ਕਰਦੇ ਨਾ। ਉਹ ਲੇਟ ਸੁਣੇ ਉਹਨਾਂ ਨੂੰ। ਉਹ ਇਹ ਫਿਰ ਵੀਰ ਜੀ ਕਈ ਵਾਰੀ ਸ਼ੇਅਰ ਹੁੰਦੀ ਆ ਤਾਂ ਲੇਟ ਜੁੜਦੀ ਸੰਗਤ, ਫਿਰ ਉਹ ਪੂਰੀ ਗੱਲ ਪਹਿਲਾਂ ਕਈ ਵਾਰੀ ਲੰਘ ਜਾਂਦੀ ਆ ਤੇ ਮਗਰੋਂ ਉਹ ਸਾਰਾ ਜਵਾਬ ਦੇ ਦਿੱਤਾ ਬਾਬਾ ਜੀ। ਆਪ ਜੀ ਸ਼ੁਰੂ ਤੋਂ ਬਾਅਦ ਚ ਸੁਣ ਸਕਦੇ ਹੋ ਨਾ ਜੀ। ਨਾਮਦਾਨ ਕਹਿੰਦੇ ਕੀ ਹੁੰਦਾ ਜੀ? ਰਵੀ ਜੀ ਪੁੱਛਦੇ ਆ। ਇਹ ਨਾਮਦਾਨ ਜਿਹੜਾ ਜੀ ਪ੍ਰਾਂਤਨ ਚੱਲਦਾ ਆ ਰਿਹਾ ਜੀ, ਜਿਹੜੇ ਸੰਤਾਂ ਮਹਾਤਮਾ ਤੋਂ ਲੋਕੀ ਲੈਂਦੇ ਸੀਗੇ ਜੀ। ਲੇਕਿਨ ਗੁਰੂ ਗੋਬਿੰਦ ਸਿੰਘ ਮਾਈ ਨੇ ਨਾਮਦਾਨ ਨੂੰ ਖਤਮ ਕਰਕੇ ਪੰਜਾਂ ਬਾਣੀ ਦੇ ਨਾਲ ਜੋੜਿਆ। ਠੀਕ ਹੈ ਜੀ। ਨਾਮਦਾਨ ਦੀ ਪਰਿਭਾਸ਼ਾ ਇਹ ਹੈ ਕਿ ਇਹ ਪਹਿਲਾਂ ਸੰਤ ਕਹਿੰਦੇ ਹੁੰਦੇ ਵੀ 5 ਨਾਂ ਜਿਹੜੇ ਆ ਨਾ ਜੀ, 5 ਨਾਂ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ ਜੀ। ਲੇਕਿਨ 5 ਨਾਂ ਗੁਰਬਾਣੀ 'ਚ ਵੀ ਨਹੀਂ ਲਿਖਿਆ, ਪੰਚ ਲਿਖਿਆ। ਪੰਚ ਪ੍ਰਧਾਨ, ਪੰਚ ਪ੍ਰਵਾਨ, ਪੰਚ ਪਾਵੇ ਦਰਗਾਹ ਮਾਨ। ਜੀ ਜੀ, ਠੀਕ ਹੈ। ਪੰਚ ਲਿਖਿਆ, ਪੰਚ ਕਹਿੰਦੇ ਮੋਹਰ ਨੂੰ ਜੀ, ਜਿਹੜੀ ਗੁਰਬਾਣੀ ਨੂੰ ਮੋਹਰ ਲਾ ਕੇ ਗੁਰੂ ਨੇ ਸਾਨੂੰ ਦੇ ਦਿੱਤੀ ਉਹ ਪ੍ਰਵਾਨ ਹੈ ਜੀ। ਲੇਕਿਨ ਜੱਗਾ ਸਿੰਘ ਸਿੱਧੂ ਜੀ ਆਪ ਜੀ ਵੀ ਮੈਨੂੰ ਲੱਗਦਾ ਲੇਟ ਜੁੜੇ ਹੋਣੇ ਆ। ਇਸ ਗੱਲ ਤੇ ਪਹਿਲਾਂ ਸਵਾਲ ਆਇਆ ਸੀ ਵੀਰ ਜੀ ਦਾ, ਉਹ ਬਾਬਾ ਜੀ ਨੇ ਜਿਹੜਾ ਹੈਗਾ ਉਹ ਕੇਸਾਂ ਦੇ ਉੱਤੇ ਜਵਾਬ ਜਿਹੜਾ ਆ ਉਹ ਮੇਰੇ ਖਿਆਲ 15-20 ਮਿੰਟ ਪਹਿਲਾਂ ਜਿਹੜਾ ਆ ਉਹ ਸਵਾਲ ਦੇ ਉੱਤੇ ਜਵਾਬ ਦੇਤਾ। ਆਪਾਂ ਰਿਪੀਟ ਨਾ ਕਰੀਏ, ਆਪ ਜੀ ਲੇਟ ਜੁੜੇ ਹੋਣੇ ਮੇਰੇ ਖਿਆਲ, ਤੇ ਉਹ ਤਾਂ ਕਰਕੇ ਮੈਂ ਆਪ ਜੀ ਨੂੰ ਦੱਸ ਰਿਹਾ ਵੀ ਇਸ ਆਪ ਜੀ ਦਾ ਜਿਹੜਾ ਸਵਾਲ ਹੈ ਕੇਸਾਂ ਬਾਰੇ, ਤੇ ਉਹ ਪਹਿਲਾਂ ਬੜੇ ਪਿਆਰ ਨਾਲ ਬਾਬਾ ਜੀ ਨੇ ਸਾਰਾ ਜਵਾਬ ਦੇ ਦਿੱਤਾ। ਆਪ ਜੀ ਦੁਬਾਰਾ ਸੁਣੋ, ਕਿਉਂਕਿ ਜੇ ਰਿਪੀਟ ਕਰਾਂਗੇ ਸੰਗਤ ਜਿਹੜੀ ਫਿਰ ਜੁੜੀ ਹੁੰਦੀ ਹੈ ਜੀ, ਉਹਨਾਂ ਨੂੰ ਇਹ ਹੁੰਦਾ ਵੀ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਦੇ ਨਾ ਜੀ। ਤੇ ਸ਼ਾਮ ਸਿੰਘ ਸਾਬੀ ਜੀ ਕੋਈ ਲਿਖਦੇ, ਕਹਿੰਦੇ ਜੀ ਬਹੁਤ ਸੋਹਣਾ ਜਵਾਬ ਦਿੱਤਾ ਆਪ ਜੀ ਨੇ ਜਿਹੜੀਆਂ ਗੱਲਾਂ ਦਾ ਆਪਾਂ ਸਵਾਲ ਕਰ ਤੋਂ ਜਿੰਨੇ ਕੁ ਕਮੈਂਟ ਆਏ ਸੀ ਸੰਗਤ ਦੇ, ਅਸੀਂ ਨਾਲ ਦੀ ਨਾਲ ਸਾਰੇ ਪੜ੍ਹਨ ਦਾ ਯਤਨ ਕੀਤਾ। ਹੋਰ ਵੀ ਕਿਸੇ ਦੇ ਮਨ 'ਚ ਕੋਈ ਸਵਾਲ ਹੈਗਾ ਤੇ ਸਾਡੇ ਕੋਲ 10-15 ਮਿੰਟ ਹੋਰ ਹੈਗੇ ਆ ਜੀ, ਤਕਰੀਬਨ 50 ਮਿੰਟ ਬਾਬਾ ਜੀ ਹੋ ਗਏ ਆ ਲਾਈਵ ਹੋਇਆਂ ਨੂੰ। ਤੇ ਜੇ ਕਿਸੇ ਸੰਗਤ ਦਾ ਕੋਈ ਹੋਰ ਸਵਾਲ ਹੈਗਾ ਤੇ ਆਪ ਜੀ ਜ਼ਰੂਰ ਕਰੋ। ਤੇ ਆਪਾਂ ਬਾਬਾ ਜੀ ਥੋੜ੍ਹੀ ਜਿਹੀ ਬੇਨਤੀ ਮੈਂ ਵੀ ਇੱਕ ਆਪ ਜੀ ਦੇ ਮਾਧਿਅਮ ਰਾਹੀਂ ਸੰਗਤ ਦੇ ਕੋਲ ਸਵਾਲ ਇੱਕ ਕਰਨਾ ਆਪ ਜੀ ਨੂੰ ਚਾਹੁੰਦਾ ਕਿ ਉਦਾਸੀ ਸੰਪਰਦਾ ਦੇ ਵਿੱਚ ਕਈ ਮਹਾਂਪੁਰਸ਼ ਦੇਖਿਆ ਜੀ ਅੱਜ ਉਹ ਵੀ ਹਵਨ ਵਾਲੇ ਪਾਸੇ ਨੂੰ ਚੱਲ ਪਏ ਜੀ, ਹਵਨ ਕਰਦੇ ਆ। ਫਿਰ ਜਦੋਂ ਉਹ ਚੀਜ਼ ਸੰਗਤ ਦੇਖਦੀ ਆ ਜਾਂ ਵੀਡੀਓ ਬਣ ਕੇ ਬਾਹਰ ਆਉਂਦੀਆਂ ਜੀ, ਉਹ ਇੱਕ ਗਲਤ ਪ੍ਰਭਾਵ ਉਦਾਸੀ ਸਾਧੂਆਂ ਦਾ ਜਾਂਦਾ। ਪਿੱਛੇ ਜੇ ਇੱਕ ਨਰਾਇਣ ਦਾਸ ਸੰਤ ਨੇ ਜੀ ਵੀਡੀਓ ਬਣਾਈ ਸੀ, ਆਪ ਜੀ ਨੇ ਉਹਦੇ ਤੇ ਇਨਾਮ ਵੀ ਰੱਖਿਆ ਸੀ, ਜਿਨ੍ਹਾਂ ਨੇ ਪਿੱਛੇ ਬਾਬਾ ਸ਼੍ਰੀ ਚੰਦ ਜੀ ਦੀ ਵੱਡੀ ਸਾਰੀ ਫੋਟੋ ਲਾਈ ਸੀਗੀ ਤੇ ਉਹਨਾਂ ਨੇ ਬਹਿ ਕੇ ਬੋਲ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਤਰੋੜ ਮਰੋੜ ਕੇ ਰਵਿਦਾਸ ਜੀ ਦੀ ਪੇਸ਼ ਕੀਤੀ ਆ। ਉਹਦੇ ਪਿੱਛੇ ਕਿਹੜੀ ਚਾਲ ਸਮਝਦੇ ਜੀ? ਉਦੋਂ ਵੀ ਆਪ ਜੀ ਨੇ ਇੰਟਰਵਿਊ ਇਸ ਵਿਸ਼ੇ ਤੇ ਵੈਸੇ ਕੀਤੀ ਸੀ
ਉਹਦੇ 'ਚ ਚਾਲ ਜਿਹੜੀ ਹੈ ਨਾ ਜੀ, ਇਹ ਹਿੰਦੂ ਮਤ ਜਿਹੜਾ ਹੈ ਨਾ ਜੀ, ਇਹ ਸਿੱਖ ਪੰਥ ਨੂੰ ਉੱਪਰ ਉੱਠਦਾ ਨਹੀਂ ਦੇਖ ਸਕਦਾ। ਸਤਿਵਚਨ ਜੀ, ਉਹਨਾਂ ਨੇ ਕੋਈ ਨਾ ਕੋਈ ਗੱਲ ਇਦਾਂ ਦੀ ਕਰਨੀ ਹੁੰਦੀ ਕਿ ਜਿਹਦੇ ਵਿੱਚ ਲੜਾਈ ਪੈਵੇ, ਕਿ ਉਹਦੇ ਦਾ ਧਿਆਨ ਹੈ ਨਾ ਜਿਹੜਾ ਦੂਏ ਪਾਸੇ ਨੂੰ ਜਾਵੇ। ਠੀਕ ਹੈ ਜੀ। ਉਹਨੇ ਇਹ ਕੋਸ਼ਿਸ਼ ਕੀਤੀ ਕਿ ਉਦਾਸੀ ਜਿਹੜੇ ਹੈ ਜਿੰਨੇ ਕਿ ਨੇੜੇ ਹੁੰਦੇ ਆ ਗੁਰੂ ਆਪਣੇ ਸਿੱਖ ਪੰਥ ਦਾ, ਇਹਨਾਂ ਨੂੰ ਤੋੜਿਆ ਜਾਵੇ ਔਰ ਇਹ ਸਾਰਾ ਭਾਂਡਾ ਜਿਹੜਾ ਉਦਾਸੀਆਂ ਸਿਰਫ ਭੰਨਿਆ ਜਾਵੇ ਵੀ ਇਹ ਉਦਾਸੀਆਂ ਨੇ ਗੱਲ ਕਹੀ। ਠੀਕ ਹੈ ਜੀ। ਜਦ ਕਿ ਉਦਾਸੀਆਂ ਦਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਤਾਂ ਉਦਾਸੀ ਕਦੇ ਗੁੱਤ ਨਹੀਂ ਕਰਦੇ, ਜਿੱਦਾਂ ਉਹਨੇ ਪਿੱਛੇ ਗੁੱਤ ਕਰਕੇ ਵੱਡਾ ਲਾਇਆ ਸੀਗਾ ਜੀ, ਤੇ ਉਦਾਸੀ ਕੋਈ ਵੀ ਜਿਹੜਾ ਹੈ ਉਹ ਗੁੱਤ ਨਹੀਂ ਕਰਦਾ। ਠੀਕ ਹੈ ਜੀ। ਜਿੰਨੇ ਵੀ ਹੈਗੇ ਉਹ ਸਾਰੇ ਕੇਸਾਦਾਰੀ ਜੇ ਵੀ ਹੈਗੇ ਆ ਉਹ ਸਾਰੇ ਦਸਤਾਰ ਸੂਰ ਹੁੰਦੇ ਆ। ਜੀ ਜੀ ਜੀ। ਇਹ ਜਿਹੜੇ ਗੁੱਤ ਕਰਦੇ ਇੱਕ ਪੰਡਤ ਵਿਚਾਰਧਾਰਾ ਦਾ ਕੋਈ ਬੰਦਾ ਸੀਗਾ ਜਿਹਨੇ ਬਹੁਤ ਘਿਨੌਣੀ ਹਰਕਤ ਕੀਤੀ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਜ਼ਰੂਰੀ, ਕਿਉਂਕਿ ਉਦੋਂ ਹੋ ਸਕਦਾ ਇੰਨੀਆਂ ਸੰਗਤਾਂ ਪੇਜ ਤੇ ਵੀ ਹੈ ਨਹੀਂ ਸੀ ਜੀ, ਫੇਸਬੁੱਕ ਮੇਰੀ ਆਈਡੀ ਤੇ ਉਦੋਂ ਮੈਂ ਉਹ ਵੀਡੀਓ ਅਪਲੋਡ ਕੀਤੀ ਸੀ, ਪੇਜ ਬਾਅਦ ਚ ਬਣਿਆ, ਕਿ ਜਦੋਂ ਉਸ ਨਰੈਣ ਦਾਸ ਨਾਮਕ ਇਨਸਾਨ ਨੇ ਇਹ ਗਲਤ ਬਿਆਨਬਾਜ਼ੀ ਕੀਤੀ ਸੀ ਮਗਰ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਲਾ ਕੇ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਭਗਤ ਰਵਿਦਾਸ ਮਹਾਰਾਜ, ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤਰੋੜ ਮਰੋੜ ਕੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ, ਉਹਦੇ ਤੇ ਸਭ ਤੋਂ ਪਹਿਲਾਂ ਐਕਸ਼ਨ ਲਿਆ ਸੀ ਬਾਬਾ ਸੰਤੋਸ਼ ਦਾਸ ਜੀ ਨੇ। ਦਾਸ ਰਾਹੀਂ ਇੱਕ ਵੀਡੀਓ ਪਵਾਈ ਸੀਗੀ ਤੇ ਉਹਦੇ 'ਚ ਇਹ ਕਿਹਾ ਸੀ ਕਿ ਜਿਹੜਾ ਇਸ ਇਨਸਾਨ ਦਾ ਸਾਨੂੰ ਪਤਾ ਦੱਸੂਗਾ ਉਹਨੂੰ 50,000 ਰੁਪਈਆ ਅਸੀਂ ਜਿਹੜਾ ਆ ਇਨਾਮ ਦੇਵਾਂਗੇ। ਉਹ ਕਿਉਂ ਰੱਖੀ ਸੀ ਕਿ ਉਦਾਸੀ ਤੇ ਸਿੱਖ ਏਕਤਾ ਜਿਹੜੀ ਗੁਰੂ ਸਾਹਿਬ ਦੇ ਸਮੇਂ ਤੋਂ ਚੱਲੀ ਆਉਂਦੀ ਹੈ, ਇਹ ਉਹਦੇ 'ਚ ਪਾੜ ਪਾਉਣ ਦਾ ਯਤਨ ਕੀਤਾ ਗਿਆ ਸੀ। ਘਿਨੌਣੀ ਹਰਕਤ ਸੀ। ਹਾਂ, ਘਿਨੌਣੀ ਹਰਕਤ ਸੀ। ਇਸ ਕਰਕੇ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਵੀ 2010 'ਚ ਪਹਿਲੀ ਰਿਕਾਰਡਿੰਗ ਇਸ ਅਸਥਾਨ ਤੋਂ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸ ਦੀ ਜਿਹੜੀ ਉਹ ਸ਼ਮਾਰੂ ਕੰਪਨੀ ਰਾਹੀਂ ਹੋਈ ਸੀ। ਜਦੋਂ ਪ੍ਰਚਾਰ ਇਸ ਅਸਥਾਨ ਤੋਂ ਆਰੰਭ ਹੋਇਆ, ਦਾਸ ਨੇ ਉਸ ਤੋਂ ਪਹਿਲਾਂ ਕਿਸੇ ਸਟੇਜ ਤੋਂ ਮੀਡੀਆ ਦੇ ਵਿੱਚ ਪ੍ਰਚਾਰ ਨਹੀਂ ਦੇਖਿਆ, ਸਟੇਜਾਂ ਤੇ ਹੁੰਦਾ ਹੋਊਗਾ, ਪਰ ਇੱਕ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ, ਉਹਨਾਂ ਨੇ ਬਾਬਾ ਜੀ ਦਾ ਇਤਿਹਾਸ ਨੂੰ ਬੋਲਿਆ ਸੀ ਮਾਂਡੀ ਵਾਲੀ ਸਟੇਜ ਤੋਂ, ਤੇ ਜਾਂ ਫਿਰ ਮੁੜ ਕੇ ਲਗਾਤਾਰ ਰਿਕਾਰਡਿੰਗਾਂ। ਤੇ ਅੱਜ ਤੱਕ ਦੇਖੋ, ਅੱਜ ਵੀ 10 ਸਾਲ ਬਾਅਦ ਵੀ ਬਾਬਾ ਜੀ ਲਾਈਵ ਬੈਠੇ ਆ ਸੰਗਤ ਦੇ ਸਵਾਲ ਦੇ ਜਵਾਬ ਦੇਣ ਲਈ। ਤੇ ਜੇ ਬੰਦਾ ਝੂਠਾ ਹੋਵੇ ਉਹ ਸੰਗਤ ਦੇ ਵਿੱਚ ਲਾਈਵ ਬੈਠੇ ਕਾਹਤੇ। ਸੋ ਇਸ ਕਰਕੇ ਇਹਨਾਂ ਮਹਾਂਪੁਰਸ਼ਾਂ ਦੀ ਮੈਂ ਇਹ ਨਹੀਂ ਵੀ ਮੁੱਖ ਦੇ ਉੱਤੇ ਬੇਨਤੀ, ਸਿਰਫ ਤੁਹਾਨੂੰ ਸੰਗਤ ਨੂੰ ਇੱਕ ਜਾਣੂ ਕਰਾਉਣ ਵਾਸਤੇ ਵੀ ਅੱਜ ਤੋਂ 5-4 ਸਾਲ ਬਾਬਾ ਜੀ ਹੋ ਗਏ ਹੁਣ ਇਸ ਗੱਲ ਨੂੰ, ਨਰੈਣ ਦਾਸ ਵਾਲੀ ਨੂੰ 5 ਸਾਲ ਹੋ ਗਏ। 5 ਸਾਲ ਪਹਿਲਾਂ ਇਹ ਐਕਸ਼ਨ ਲੈ ਲਿਆ ਸੀ ਵੀ ਜਿਹੜਾ ਉਦਾਸੀ ਤੇ ਸਿੱਖ ਪੰਥ ਵਿੱਚ ਪਾੜ ਪਾਉਣ ਦਾ ਇਹ ਕੰਮ ਕਰ ਰਹੇ ਆ, ਵੀ ਉਹ ਬੰਦੇ ਨੂੰ ਪਤਾ ਦੱਸਣ ਵਾਲੇ ਨੂੰ 50,000 ਰੁਪਈਆ ਜਿਹੜਾ ਆ ਉਹ ਅਸੀਂ ਇਨਾਮ ਦੇਵਾਂਗੇ ਜਿਹੜਾ ਉਹਦਾ ਪਤਾ ਦੱਸੂ। ਤੇ ਬਾਬਾ ਜੀ ਤੀਜੇ ਦਿਨ ਸਾਨੂੰ ਫੋਨ ਆ ਗਿਆ ਸੀ ਉਸ ਬੰਦੇ ਦਾ ਆਪੇ ਹੀ, ਕਿਉਂਕਿ ਵੀਡੀਓ ਬਹੁਤ ਵਾਇਰਲ ਹੋਈ। ਮੈਨੂੰ ਕਹਿੰਦਾ ਜੀ ਵੀਡੀਓ ਕੱਟੋ, ਮਹਾਂਪੁਰਸ਼ਾਂ ਨੂੰ ਕਹੋ ਵੀਡੀਓ ਕਟਾਓ, ਮੇਰੀ ਬੇਇੱਜ਼ਤੀ ਬਹੁਤ ਹੋ ਰਹੀ ਆ, ਲੋਕ ਮੈਨੂੰ ਫੋਨ ਬਹੁਤ ਕਰ ਰਹੇ ਆ। ਮੁੜ ਕੇ ਮਾਫੀ ਮੰਗ ਕੇ ਛੁੱਟਾ ਸੀ ਅਸੀਂ ਇਨਸਾਨ ਉਹ। ਸੋ ਐਸੀ ਇੱਕ ਸਿੱਖ ਏਕਤਾ ਤੇ ਉਦਾਸੀ ਏਕਤਾ ਵਾਸਤੇ ਬਾਬਾ ਜੀ ਦਾ ਉਪਰਾਲਾ ਹੈ। ਕਹਿੰਦੇ ਜੀ ਬਹੁਤ ਸੋਹਣਾ ਉਪਰਾਲਾ ਹੈ। ਜਸਵੀਰ ਸਿੰਘ ਜੀ ਕੋਈ ਖਾਈ ਜੀ ਹੈ ਉਹ ਕਹਿ ਰਹੇ ਨੇ। ਜਸ ਕਾਲੋਂ ਜੀ ਕਹਿੰਦੇ ਬਾਬਾ ਜੀ ਨੂੰ ਸਾਡੇ ਵੱਲੋਂ ਫਤਿਹ ਬੁਲਾਇਓ ਜੀ, ਕਾਲਮਾ ਪਿੰਡ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਸਿੰਘ ਜੀ ਕਹਿੰਦੇ ਜੀ ਸਾਰੇ ਸੰਪਰਦਾਵਾਂ ਦੇ ਮਹਾਂਪੁਰਸ਼ ਏਕਤਾ ਕਰੋ ਜੀ। ਇਹ ਸਾਡਾ ਜਿਹੜਾ ਸਭ ਤੋਂ ਵੱਡਾ ਇਹ ਉਪਰਾਲਾ ਚੱਲਦਾ ਪਿਆ ਲਾਈਵ ਇਸੇ ਕਰਕੇ ਬੈਠੇ ਸਾਧ ਸੰਗਤ, ਇਹ ਸਾਡਾ ਬਹੁਤ ਇੱਕ ਉਪਰਾਲਾ ਚੱਲਦਾ ਪਿਆ ਜੀ, ਕਿ ਜਿਹਦੇ ਵਿੱਚ ਕੁਛ ਤਾਂ ਅਸੀਂ ਕਾਮਯਾਬੀ ਪਾਈ, ਜਿੱਦਾਂ ਸਤਿਕਾਰ ਕਮੇਟੀਆਂ ਨੇ ਬਹੁਤ ਜ਼ਿਆਦਾ ਇੱਕ ਸਨਮਾਨ ਪਾਇਆ ਸੀਗਾ ਜੀ, ਕਿ ਮੈਂ ਇਹਦਾ ਸਤਿਕਾਰ ਤਾਂ ਨਹੀਂ ਕਰਦੇ ਸੀਗੇ ਉਹ, ਪਰ ਉਹ ਜ਼ਿਆਦਾ ਜਿਹੜਾ ਹੈ ਨਾ ਉਹ ਸੁਰਖੀਆਂ 'ਚ ਰਹਿਣ ਲਈ ਕਿਤੇ ਨਾ ਕਿਤੇ ਜਾ ਕੇ ਉਹ ਕੁਛ ਨਾ ਕੁਛ ਨਵਾਂ ਖੇਲ ਖੇਲਦੇ ਸੀਗੇ ਜੀ। ਉਹ ਸਾਡੇ ਜਥੇਦਾਰ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਉਹ ਕਮੇਟੀਆਂ ਨੂੰ ਭੰਗ ਕੀਤਾ, ਮੈਂ ਉਹਨਾਂ ਦਾ ਫਿਰ ਬਹੁਤ ਧੰਨਵਾਦੀ ਹਾਂ, ਧੰਨਵਾਦ ਕਰਦਾ ਰਹਾਂਗਾ ਕਿ ਉਹਨਾਂ ਨੇ ਬਹੁਤ ਵਧੀਆ ਫੈਸਲੇ ਲੈਣ ਦਾ ਵਿੱਚ ਜ਼ਰੂਰਤ ਦੱਸੀ ਜੀ, ਔਰ ਕਿਸੇ ਤੋਂ ਡਰੇ ਬਗੈਰ ਉਹਨਾਂ ਨੇ ਇਹ ਫੈਸਲਾ ਲਿਆ। ਬਿਲਕੁਲ ਜੀ। ਤੇ ਦੂਜਾ ਸਾਡੀ ਹੁਣ ਕੋਸ਼ਿਸ਼ ਇਹੀ ਹੈ ਕਿ ਪਹਿਲਾਂ ਤਾਂ ਅਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਰਾਬਤਾ ਕਾਇਮ ਕਰੀਏ ਕਿ ਉਦਾਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਜੀ, ਉਹਨਾਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇ। ਬਿਲਕੁਲ ਜੀ। ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੀ, ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਜੀ, ਕਿ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਸਿੱਧਾ ਹੀ ਫਰਮਾਨ ਰੁਕਿਆ ਹੈ। ਹੈਲੋ, YouTube ਰੁਕਿਆ, ਇਧਰ ਚੱਲ ਨਹੀਂ ਰਿਹਾ। ਸਵਾਲ ਆਇਆ ਕੋਈ? ਕੀ ਆਇਆ? ਇਧਰ ਮੇਰੇ ਚੱਲਿਆ ਨਹੀਂ, ਮੈਨੂੰ ਦਿਓ ਜੀ ਬਾਬਾ ਜੀ, ਗੱਲ ਆਪਣੀ ਕੰਟੀਨਿਊ। ਤੇ ਅਸੀਂ ਹੁਣ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਿੱਖ ਪੰਥ ਤੇ ਉਦਾਸੀ ਸੰਪਰਦਾ ਜੀ ਜਿਹੜੀਆਂ ਇਕੱਠੀਆਂ ਹੋ ਕੇ ਚੱਲਣ, ਤਾਂ ਕਿ ਸਿੱਖ ਪੰਥ ਦਾ ਜਿਹੜਾ ਹੈ ਉਹ ਰਾਏ ਬਿਹਾਲੀ ਜੀ ਦਾ ਹਨ ਆ ਗਿਆ ਮੇਰੇ ਕੋਲ। ਬਾਬਾ ਜੀ ਉਹ ਕਹਿੰਦੇ ਆ ਬਈ ਬਾਬਾ ਜੀ ਇੱਕ ਸਵਾਲ ਹੈ ਮੇਰਾ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਜਗ੍ਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖ ਸਕਦੇ ਜਾਂ ਨਹੀਂ?
ਬਿਲਕੁਲ ਰੱਖ ਸਕਦੇ ਔਰ ਰਹਿਤ ਮਰਜ਼ਾਦਾ ਦੇ ਨਾਲ ਜਗ੍ਹਾ ਦੀ ਥਾਂ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਲਿਖਣਾ ਹੋਣਾ, ਗੁਰਦੁਆਰਾ ਸਾਹਿਬ ਲਿਖਣਾ ਜਾਂ ਸਥਾਨ ਲਿਖਣਾ ਹੋਣਾ, ਉਹ ਜਗ੍ਹਾ ਕਹਿ ਹੋ ਗਿਆ ਜਿਵੇਂ ਆਮ ਬੋਲੀ ਚੱਲਦੀ ਹੈ ਜੀ। ਜੀ ਰੱਖ ਸਕਦੇ ਆ, ਕੋਈ ਮਨਾ ਨਹੀਂ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਨੂੰ ਠੇਸ ਨਾ ਪਹੁੰਚੇ ਜੀ, ਰੱਖਣ ਨੂੰ ਮਨਾ ਕੋਈ ਨਹੀਂ ਕਰਦਾ। ਠੀਕ ਹੈ ਬਾਬਾ ਜੀ। ਯੂਕੇ ਦੀ ਸੰਗਤ ਵੱਲੋਂ ਸੈਮ ਸਿੰਘ ਜੀ ਨੇ ਕੋਈ ਸਾਬੀ ਜੀ, ਉਹ ਕਹਿੰਦੇ ਯੂਕੇ ਦੀ ਸਾਰੀ ਸੰਗਤ ਵੱਲੋਂ ਬਾਬਾ ਜੀ ਨੂੰ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਬਹੁਤ ਵਧੀਆ ਕੰਮ ਕਹਿੰਦੇ ਆਪ ਜੀ ਕਰ ਰਹੇ ਹੋ ਜੀ। ਖੁਸ਼ੀ ਸਿੱਧੂ ਜੀ ਲਿਖਦੇ ਆ ਬਹੁਤ ਵਧੀਆ ਵਿਚਾਰ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਜ਼ਰੂਰ ਸ਼ੇਅਰ ਕਰੋ ਜੀ। ਜੱਗਾ ਸਿੰਘ ਸਿੱਧੂ ਜੀ ਲਿਖਦੇ ਹੈ ਇੱਕ ਮਹਾਂਪੁਰਖੋ ਪਿੰਡ ਕੋਠਾ ਗੁਰੂ ਬਠਿੰਡੇ 'ਚ ਉਦਾਸੀ ਗੱਦੀ ਤੇ ਬੈਠ ਕੇ ਸਿਰਸੇ ਵਾਲੇ ਸਾਧ ਦੀ ਖੁੱਲ੍ਹ ਕੇ ਹਮਾਇਤ ਕਰਦਾ ਤੇ ਉਹਦੀ ਸੰਗਤ ਆਪਣੇ ਡੇਰੇ 'ਚ ਕਰਾਉਂਦਾ, ਹਵਨ ਕਰਦਾ, ਹੋਰ ਵੀ ਬਹੁਤ ਕੁਝ ਕਰਦਾ। ਕਹਿੰਦੇ ਕੋਈ ਉਦਾਸੀ ਸਾਧੂ ਆ ਜੀ ਬਠਿੰਡੇ ਏਰੀਏ 'ਚ ਪਿੰਡ ਕੋਠਾ ਗੁਰੂ, ਉਹ ਸਰਸੇ ਵਾਲੇ ਸਾਧ ਦੀ ਹਮਾਇਤ ਵੀ ਕਰਦਾ, ਹਵਨ ਵੀ ਡੇਰੇ 'ਚ ਕਰਦਾ ਤੇ ਡੇਰੇ 'ਚ ਹਾਂਜੀ ਵੀ ਹਵਨ ਵੀ ਕਰਾਉਂਦਾ। ਇਹਦੇ ਬਾਰੇ ਸਭ ਤੋਂ ਪਹਿਲਾਂ ਇਹ ਦੇਖਣਾ ਹੋਊਗਾ ਕਿ ਉਹ ਡੇਰਾ ਹੈ ਜੀ ਉਹ ਉਦਾਸੀਆਂ ਦਾ ਹੀ ਹੈ ਜਾਂ ਕਿਸੇ ਹੋਰ ਦਾ ਹੈ। ਠੀਕ, ਉਹ ਕਹਿੰਦੇ ਜੀ ਉਦਾਸੀ ਆ, ਮਤਲਬ ਉਹ ਗੱਦੀ ਉਦਾਸੀ ਨੇ ਜੀ। ਤੇ ਉਹਦਾ ਜਿਹੜਾ ਜੇ ਉਹ ਇਹ ਕਰ ਰਿਹਾ ਤਾਂ ਬਿਲਕੁਲ ਗਲਤ ਕਰ ਰਿਹਾ, ਅਸੀਂ ਉਸ ਦਾ ਵਿਰੋਧ ਕਰਦੇ ਹਾਂ ਜੀ। ਬਾਬਾ ਮੀਨੀਆਂ ਰਵੀ ਜੀ ਕਹਿੰਦੇ ਹੈ ਵੀ ਬ੍ਰਹਮ ਬੂਟੇ ਅਖਾੜੇ ਦਾ ਇਤਿਹਾਸ ਕੀ ਹੈ? ਬ੍ਰਹਮ ਬੂਟੇ ਅਖਾੜੇ ਦੇ ਵਿੱਚ ਜਦੋਂ ਇਹ ਬਾਬਾ ਸ਼੍ਰੀ ਚੰਦ ਮਹਾਰਾਜ ਗਏ ਆ ਨਾ ਆਪਣੇ ਚੌਥੇ ਪਾਤਸ਼ਾਹ ਨੂੰ ਮਿਲਣ ਜੀ, ਤੇ ਉਸ ਵੇਲੇ ਉੱਥੇ ਉਹਨਾਂ ਨੇ ਬੈਠ ਕੇ ਥੋੜੀ ਤਪੱਸਿਆ ਕੀਤੀ ਸੀ। ਜਦੋਂ ਗੁਰੂ ਰਾਮਦਾਸ ਮਹਾਰਾਜ ਨਾਲ ਮਿਲਾਪ ਹੋਇਆ, ਹਾਂਜੀ ਮਿਲਾਪ ਹੋਇਆ, ਤੇ ਉੱਥੇ ਥੋੜੀ ਦੇਰ ਬੈਠ ਕੇ ਉਹਨਾਂ ਨੇ ਆਰਾਮ ਵੀ ਕੀਤਾ ਸੀ ਜੀ। ਤੇ ਉੱਥੇ ਬੈਠ ਕੇ ਲਗਨ 'ਚ ਤਾਂ ਰਹਿੰਦੇ ਹੀ ਸੀਗੇ, ਉਹ ਤਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ ਜੀ ਜੀ। ਤੇ ਬ੍ਰਹਮ ਬੂਟੇ ਬਾਕੀ ਜਿਹੜੇ ਇਹ ਜਿੰਨੇ ਵੀ ਖਾੜੇ ਬਣਿਆ, ਸਿੰਗਲ ਵਾਲਾ ਖਾੜਾ ਬਣਿਆ ਜੀ, ਇਹ ਮਹਾਰਾਜ ਦੇ ਨਾਂ ਤੇ ਬਣਿਆ ਜੀ, ਠੀਕ ਹੈ। ਤੇ ਬਾਕੀ ਇਹਨਾਂ ਦੇ ਇੱਕੋ ਹੀ ਨਹੀਂ ਬ੍ਰਹਮ ਬੂਟਾ ਖਾੜਾ ਨਹੀਂ, ਉੱਥੇ ਹੋਰ ਵੀ ਕਾਫੀ ਸਥਾਨ ਹੈ ਅੰਮ੍ਰਿਤਸਰ ਦੇ ਵਿੱਚ। ਠੀਕ, ਇਹ ਸੋ ਇੱਕ ਮੋਟੇ ਤੌਰ ਤੇ ਆਪ ਜੀ ਨੂੰ ਇਹ ਇਤਿਹਾਸ ਦੱਸ ਦਿੱਤਾ ਵੀ ਇਹ ਬ੍ਰਹਮ ਬੂਟੇ ਅਖਾੜੇ ਦਾ ਇਤਿਹਾਸ ਹੈ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਬਾਠ ਸਾਹਿਬ ਤੋਂ ਚੱਲ ਕੇ ਗਏ ਆ, ਉੱਥੇ ਕੁਝ ਸਮਾਂ ਬੈਠ ਕੇ ਉਹਨਾਂ ਨੇ ਆਪਣੇ ਧਿਆਨ ਨੂੰ ਇਕਾਗਰ ਕੀਤਾ ਸੀ। ਬਾਬਾ ਜੀ ਦੀ ਏਜ ਕਿੰਨੀ ਹੋਈ ਸੀ ਜੀ? ਕਹਿੰਦੇ ਇਹਦੇ ਵਿੱਚ ਥੋੜੀ ਕਨਫਿਊਜ਼ਨ ਹੈ, ਕੋਈ 149 ਸਾਲ ਕਹਿੰਦਾ, ਕੋਈ 151 ਸਾਲ ਕਹਿੰਦਾ ਜੀ। ਐਕਚੁਅਲੀ 149 ਸਾਲ ਹੀ ਉਹਨਾਂ ਦੀ ਉਮਰ ਹੈ। ਬਲਕਾਰ ਸਿੰਘ ਜੀ, ਅਸੀਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਵਿਸ਼ੇ ਤੇ ਹੀ ਗੱਲ ਕਰ ਰਹੇ ਹਾਂ ਜੀ। ਉਹ ਕਹਿੰਦੇ ਕੁਝ ਬਾਬਾ ਸ਼੍ਰੀ ਚੰਦ ਜੀ ਹੁਣਾਂ ਬਾਰੇ ਦੱਸ ਦਿਓ। ਸਾਰਾ ਵਿਸ਼ਾ ਹੀ ਅੱਜ ਉਹਨਾਂ ਬਾਰੇ ਚੱਲ ਰਿਹਾ ਜੀ। ਜੇ ਆਪ ਜੀ ਦੇ ਮਨ 'ਚ ਕੋਈ ਸਵਾਲ ਹੈ ਤੇ ਆਪ ਜੀ ਉਸ ਸਵਾਲ ਨੂੰ ਕਰੋ ਜ਼ਰੂਰ, ਉਦਾਸੀ ਸੰਪਰਦਾ ਦੇ ਬਾਰੇ, ਉਹਦੇ ਬਾਰੇ ਮੈਂ ਜਵਾਬ ਆਪ ਜੀ ਨੂੰ ਬਾਬਾ ਜੀ ਪਾਸੋਂ ਲੈ ਕੇ ਦਿੰਦਾ ਜੀ। ਬੁੱਗਮਾਨ ਜੀ, ਇਹ ਜ਼ਰੂਰ ਰੱਖਾਂਗੇ ਵਿਸ਼ਾ ਆਪਾਂ ਕਿਸੇ ਦਿਨ ਜੀ, ਉਦਣ ਫਿਰ ਸਾਰੀ ਇਸੇ ਵਿਸ਼ੇ ਤੇ ਗੱਲ ਕਰਾਂਗੇ ਜੀ। ਜ਼ਰੂਰ ਪੁੱਛੋ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਜੀ। ਸੰਗਤ ਨੂੰ ਬੇਨਤੀ ਹੈ ਕਮੈਂਟਾਂ ਦੇ ਵਿੱਚ ਕਿਸੇ ਨੇ ਇੱਕ ਦੂਜੇ ਦੇ ਬਾਬਤ ਕੋਈ ਉੱਚਾ ਨੀਵਾਂ ਬਚਨ ਤੁਸੀਂ ਨਹੀਂ ਬੋਲਣਾ। ਜੇ ਕਿਸੇ ਨੇ ਕੋਈ ਸਵਾਲ ਕਰਨਾ ਉਹ ਕਰੇ, ਅਸੀਂ ਬੈਠੇ ਹਾਂ, ਅਸੀਂ ਜਿਹੜਾ ਹੈ ਉਹ ਜਵਾਬ ਦੇਵਾਂਗੇ ਜ਼ਰੂਰ। ਇੱਕ ਦੂਜੇ ਨੂੰ ਤੁਸੀਂ ਵਿੱਚ ਕੁਝ ਨਹੀਂ ਬੋਲਣਾ ਸਾਰਿਆਂ ਨੇ। ਸੋ ਤਕਰੀਬਨ ਜਿੰਨੇ ਸਵਾਲ ਆਏ ਆ ਬਾਬਾ ਜੀ, ਆਪਾਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਤੀ ਆ। ਉਦਾਸੀ ਸੰਪਰਦਾ ਬਾਰੇ ਆਪ ਜੀ ਹੋਰ ਕੋਈ ਚਾਨਣਾ ਪਾਉਂਦੇ ਚਾਹੋ ਤੇ ਜਦ ਤੱਕ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਜੀ ਸਾਰੀਆਂ ਸੰਗਤਾਂ ਅੱਗੇ ਜੀ। ਕੋਈ ਵੀ YouTube ਰਾਹੀਂ ਜੀ ਜਾਂ WhatsApp ਰਾਹੀਂ ਜੀ ਜਾਂ Instagram ਰਾਹੀਂ ਜਾਂ ਕਿਸੇ ਨੇ ਕੋਈ ਆਪਣਾ ਪੇਜ ਬਣਾਇਆ ਹੋਇਆ, ਜੀ ਉਹਦੇ ਰਾਹੀਂ ਕੋਈ ਵੀ ਸੰਗਤ ਨੇ ਚਾਨਣਾ ਪਾਉਣਾ ਹੈ ਜੀ, ਤਾਂ ਮੈਂ ਉਹਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਉਹ ਕਿਸੇ ਵੀ ਗੱਲ ਤੇ ਗੁੱਸਾ ਨਾ ਕਰੇ ਜੀ। ਉਹਦਾ ਜੋ ਵੀ ਜਵਾਬ ਬਣਦਾ ਉਹ ਦੇਣ ਜੀ, ਕਿਉਂਕਿ ਜਦੋਂ ਅਸੀਂ ਗੁੱਸਾ ਕਰਦੇ ਹਾਂ ਤਾਂ ਅਸੀਂ ਇੱਕ ਡੀ-ਲਾਈਨ ਹੋ ਜਾਂਦੇ ਹਾਂ ਜੀ। ਕਿ ਅਸੀਂ ਹੋਸ਼ ਔਰ ਜੋਸ਼ ਨੂੰ ਅਸੀਂ ਬਰਾਬਰ ਰੱਖਣਾ। ਮੈਂ ਕਈ ਦਫਾ WhatsApp ਤੇ ਦੇਖਦਾ ਹੁੰਦਾ ਜੀ ਜੀ, ਤੇ ਕਈ ਸਾਡੇ ਵੀਰ ਜਾਂ ਸੰਗਤਾਂ ਬਾਬਾ ਜੀ ਆਪ ਜੀ ਗੱਲ ਕਰ ਲਓ ਫਿਰ। ਸੰਗਤਾਂ ਇਦਾਂ ਦੀਆਂ ਹੈਗੀਆਂ ਉਹ ਜਿਹੜੇ ਉਹ ਜਵਾਬ ਦਿੰਦੇ ਉਹ ਗਾਲਾਂ ਤੇ ਕੁੱਤਰ ਆਉਂਦੇ ਆ। ਬਿਲਕੁਲ ਭੱਦੀ ਸ਼ਬਦਾਵਲੀ ਬੋਲੀ, ਜਦ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਇਦਾਂ ਦਾ ਕੋਈ ਸਾਨੂੰ ਹੁਕਮ ਨਹੀਂ ਦਿੱਤਾ ਜੀ, ਕਿਸੇ ਨੂੰ ਨਹੀਂ ਦਿੱਤਾ ਜੀ, ਕਿ ਕਿਸੇ ਵੀ ਦੀ ਸ਼ਾਨ ਤੋਂ ਖਿਲਾਫ ਬੋਲੀਏ। ਹਾਂਜੀ ਠੀਕ ਹੈ, ਉਹਦਾ ਜੇ ਉਹ ਸਵਾਲ ਕਰਦਾ ਉਹਦਾ ਜਵਾਬ ਦੇਣਾ ਸਾਡਾ ਫਰਜ਼ ਬਣਦਾ। ਬਿਲਕੁਲ, ਅਗਲੇ ਤਸੱਲੀ ਕਰਾਉਣੀ ਚਾਹੀਦੀ, ਔਰ ਹੱਸ ਕੇ ਜਵਾਬ ਦੇਣਾ ਚਾਹੀਦਾ, ਨਾ ਕਿ ਉਹਨੂੰ ਰੋ ਕੇ ਜਵਾਬ ਦੇਣਾ ਚਾਹੀਦਾ, ਨਾ ਕਿ ਇਹ ਚਾਹੀਦਾ ਵੀ ਮੈਂ ਫਸ ਗਿਆ ਤੇ ਮੈਂ ਜਵਾਬ ਇਹਦਾ ਕਿੱਦਾਂ ਦੇਵਾਂ। ਬਿਲਕੁਲ। ਮਨਜਿੰਦਰ ਸਿੰਘ ਧਾਰੀਵਾਲ ਜੀ ਹੈ ਜੀ ਕੋਈ, ਹਾਂਜੀ, ਉਹ ਕਹਿੰਦੇ ਜੀ ਅਸੀਂ ਤੁਹਾਡੇ ਬਹੁਤ ਥੈਂਕਫੁਲ ਹਾਂ, ਤੁਹਾਡੇ ਧੰਨਵਾਦੀ ਹਾਂ ਵੀ ਤੁਸੀਂ ਆ ਵਧੀਆ ਉਪਰਾਲਾ ਕਰ ਰਹੇ ਹੋ ਤੇ ਜਿਹੜਾ ਗੈਪ ਪਿਆ ਆਪਸ ਵਿੱਚ ਸਾਰਿਆਂ ਦਾ, ਵੀ ਉਹ ਇਸ ਮਾਧਿਅਮ ਰਾਹੀਂ ਜਿਹੜਾ ਤੁਸੀਂ ਕਰ ਸਕਦੇ ਹੋ
ਤੇ ਉਹਦੇ ਨਾਲ ਗੈਪ ਖਤਮ ਹੋ ਸਕਦਾ ਕਹਿੰਦੇ। ਅਸੀਂ ਦਿਨ ਰਾਤ ਮਿਹਨਤ ਕਰਾਂਗੇ ਕਿ ਜਿਹੜਾ ਉਦਾਸੀ ਸੰਪਰਦਾ ਉਹ ਸਿੱਖ ਪੰਥ ਨੂੰ ਇੱਕ ਸਟੇਜ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਹਰਸ਼ ਜੀ ਕਹਿੰਦੇ ਆ ਜੀ ਵੀ ਬਾਬਾ ਜੀ ਨੇ ਕੋਈ ਕਸ਼ਮੀਰ ਜਾ ਕੇ ਵੀ ਪ੍ਰਚਾਰ ਕੀਤਾ ਜੀ? ਬਿਲਕੁਲ ਕੀਤਾ ਜੀ ਬਾਬਾ ਸ਼੍ਰੀ ਚੰਦ ਜੀ। ਹਾਂਜੀ ਠੀਕ ਹੈ ਜੀ। ਜਿਹੜੇ ਬਾਲੂ ਹਸਨਾ ਇਹਨਾਂ ਦੇ ਹੋਏ ਨਾ ਸੇਵਕ ਜੀ, ਇਹ ਉੱਥੋਂ ਹੀ ਉਹਨਾਂ ਨੂੰ ਮਿਲੇ ਸੀ ਜੀ। ਇਹ ਮਨਦੀਪ ਢਿੱਲੋਂ ਜੀ ਇੱਥੇ ਜਵਾਬ ਦੇ ਦਿੱਤਾ ਬਾਬਾ ਜੀ ਨੇ, ਤੁਸੀਂ ਸ਼ਾਇਦ ਲੇਟ ਜੁੜੇ ਹੋਵੋਗੇ। ਬਾਰ-ਬਾਰ ਬਾਬਾ ਜੀ ਉਹ ਕੇਸਾਂ ਦਾ ਹੀ ਸਵਾਲ ਆ ਰਿਹਾ ਜੀ ਬਾਰ-ਬਾਰ, ਕਿਉਂਕਿ ਕਈ ਵਾਰੀ ਹੋ ਜਾਂਦਾ ਵੀ ਕੇਸ ਨਹੀਂ ਰੱਖੇ, ਦਾੜਾ ਨਹੀਂ ਰੱਖਿਆ। ਤੇ ਉਹ ਆਪ ਜੀ ਮਨਦੀਪ ਢਿੱਲੋਂ ਜੀ ਸ਼ਾਇਦ ਲੇਟ ਜੁੜੇ ਹੋ, ਪਿੱਛੇ ਸਾਨੂੰ 1 ਘੰਟਾ ਹੋ ਗਿਆ ਜੀ ਲਗਾਤਾਰ ਲਾਈਵ ਚੱਲਦਿਆਂ ਨੂੰ, ਤੇ ਇਹ ਤਾਂ ਅਸੀਂ ਸ਼ੁਰੂ 'ਚ ਮੇਰਾ ਖਿਆਲ 10 ਕੁ ਮਿੰਟ ਬਾਅਦ ਹੀ ਸਾਰਾ ਜਵਾਬ ਦੇ ਦਿੱਤਾ ਸੀ ਇਸ ਬਾਰੇ, ਹੈ ਨਾ ਜੀ। ਕਹਿੰਦੇ ਜੱਗਾ ਸਿੰਘ ਜੀ ਪੁੱਛਦੇ ਆ ਜੀ ਵੀ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਤੇ ਜਿਹੜੀ ਉਦਾਸੀ ਮੇਨ ਚੱਲਦੀ ਆਉਂਦੀ ਹੈ ਜੀ, ਉਸ ਸੇਵਾ ਤੇ ਅੱਜ ਕਿਹੜੇ ਮਹਾਂਪੁਰਸ਼ ਨੇ ਜੀ ਮੇਨ? ਇਹਦੇ 'ਚ ਜਿਹੜੀ ਇਸ ਵੇਲੇ ਬੜਾ ਇਸ ਚੀਜ਼ ਦੇ ਉੱਪਰ ਘਸਮਾਨ ਪਿਆ ਹੋਇਆ। ਹਾਂ ਬਿਲਕੁਲ ਜੀ, ਵੀ ਜਿਹੜਾ ਬਾਬਾ ਗੁਰਦਿੱਤਾ ਜੀ ਤੋਂ ਬਾਅਦ, ਕਿਉਂਕਿ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਤਾਂ ਸਭ ਕੁਝ ਬਾਬਾ ਗੁਰਦਿੱਤਾ ਜੀ ਨੂੰ ਸੌਂਪਿਆ ਸੀ ਜੀ ਜ਼ਿੰਮੇਵਾਰੀ, ਉਹਨਾਂ ਤੋਂ ਬਾਅਦ ਅੱਜ ਕਹਿੰਦੇ ਮੇਨ ਕੌਣ ਆ? ਅੱਜ ਮੈਂ ਤਾਂ ਕਿਸੇ ਨੂੰ ਮੇਨ ਨਹੀਂ ਮੰਨਦਾ। ਠੀਕ ਹੈ ਜੀ। ਕਿ ਬਾਬਾ ਸ਼੍ਰੀ ਚੰਦ ਮਾਏ ਨੇ ਕਿਸੇ ਨੂੰ ਥਾਪਿਆ ਹੀ ਨਹੀਂ ਜੀ। 4 ਤੂਣੇ 6 ਬਖਸ਼ਿਸ਼ਾਂ ਤੋਂ ਬਾਅਦ ਕਿਸੇ ਨੂੰ ਕੋਈ ਗੱਦੀ ਨਹੀਂ ਦਿੱਤੀ। ਠੀਕ ਹੈ ਜੀ। ਸੇਵਾਦਾਰ ਉਹ ਕਿਸੇ ਵੀ ਗੱਦੀ ਦਾ ਹੋ ਸਕਦਾ, ਜੀ। ਲੇਕਿਨ ਉੱਥੇ ਦਾ ਗੱਦੀ ਦਾ ਮਾਲਕ ਨਹੀਂ ਹੋ ਸਕਦਾ। ਮੈਂ ਇਸ ਚੀਜ਼ ਦਾ ਵਿਰੋਧ ਕਰੂੰਗਾ। ਠੀਕ ਹੈ ਜੀ। ਅੱਜ ਦਾ ਗੁਰੂ ਨਾਨਕ ਮਹਾਰਾਜ ਦੀ ਗੱਦੀ ਤੇ ਕੋਈ ਨਹੀਂ ਬਿਰਾਜਮਾਨ ਅੱਜ ਹੋ ਸਕਦਾ, ਸ਼ਾਇਦ ਸਿਰਫ ਸ਼ਬਦ ਗੁਰੂ ਜੀ ਨੂੰ ਉਹ ਆਸਣ ਜਿਹੜਾ ਮਿਲਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਦਾਂ ਹੀ ਬਾਬਾ ਸ਼੍ਰੀ ਚੰਦ ਜੀ ਦੇ ਬਰਾਬਰ ਕੋਈ ਨਹੀਂ ਬਹਿ ਸਕਦਾ ਜੀ ਆਪ ਜੀ ਦਾ। ਉਹਨਾਂ ਦੇ ਕਾਬਲ ਹੀ ਨਹੀਂ ਕੋਈ ਇਦਾਂ ਦਾ ਬੰਦਾ ਜਿਹੜਾ ਉਹਨਾਂ ਦੀ ਗੱਦੀ ਤੇ ਬੈਠ ਸਕੇ। ਜੀ ਜੀ। ਜੇ ਪਹਿਲੀ ਪਾਤਸ਼ਾਹੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਏ ਹੈ ਜੀ, ਠੀਕ ਹੈ, ਤਾਂ ਉਹਨਾਂ ਨੇ ਉਹਦੇ ਵਿੱਚ ਜੋਤ ਸਥਾਪਿਤ ਕੀਤੀ ਉਹ ਜੀ, ਤਾਂ ਉਹਨਾਂ ਨੂੰ ਗੱਦੀ ਦਿੱਤੀ। ਜੋਤ ਜਿਹੜੀ ਆਪਣੀ ਕੱਢ ਕੇ ਜੋਤ ਉਹਨਾਂ ਦੇ ਵਿੱਚ ਉਹ ਸਥਾਪਿਤ ਕਰ ਦਿੱਤੀ। ਬਾਬਾ ਸ਼੍ਰੀ ਚੰਦ ਮਾਈ ਨੇ ਤਾਂ ਕੋਈ ਥਾਪਿਆ ਹੀ ਨਹੀਂ। ਅੱਜ ਕਿੱਦਾਂ ਕੋਈ ਕਹਿ ਸਕਦਾ ਮੈਂ ਗੱਦੀ ਦਾ ਮਾਲਕ ਹਾਂ? ਮੈਂ ਇਸ ਚੀਜ਼ ਦਾ ਬਿਲਕੁਲ ਮਤਲਬ ਪੂਰੀ ਤਰੀਕੇ ਨਾਲ ਖੰਡਨ ਕਰਦਾ ਕਿ ਬਾਬਾ ਸ਼੍ਰੀ ਚੰਦ ਮਾਈ ਦੀ ਗੱਦੀ ਤੇ ਨਾ ਕੋਈ ਬੈਠਿਆ ਨਾ ਕੋਈ ਬੈਠ ਸਕਦਾ। ਇਹਦਾ ਸਿਰਫ ਇਹੀ ਆਪ ਜੀ ਦਾ ਮਤਲਬ ਛੋਟੇ ਸ਼ਬਦਾਂ 'ਚ ਜੇ ਮੈਂ ਸੰਗਤ ਨੂੰ ਬੇਨਤੀ ਕਰਾਂ ਉਹ ਇਹੀ ਹੈ ਕਿ ਸੇਵਾਦਾਰ ਉਹਨਾਂ ਦੇ ਘਰ 'ਚ ਕੋਈ ਵੀ ਹੋ ਸਕਦਾ। ਬਿਲਕੁਲ ਜੀ। ਮਾਲਕ ਉਹਨਾਂ ਵਾਂਗੂ ਕੋਈ ਨਹੀਂ ਹੋ ਸਕਦਾ ਵੀ ਮੈਂ ਉਹਨਾਂ ਦੀ ਥਾਂ ਮਾਲਕ ਹਾਂ, ਇੱਦਾਂ ਨਹੀਂ ਹੋ ਸਕਦਾ। ਗੈਬੀ ਹੁੰਦਲ ਜੀ ਪੁੱਛਦੇ ਆ ਜੀ ਵੀ ਵੈਸੇ ਚਲੋ ਸਾਡਾ ਵਿਸ਼ਾ ਨਹੀਂ ਹੁਣ ਸਮਾਪਤੀ ਹੈ, ਤੁਹਾਡਾ ਜਵਾਬ ਦੇ ਦੇਣਾ। ਕਹਿੰਦੇ ਜੀ ਸ਼ਬਦ ਗੁਰੂ ਕੀ ਹੈ? ਦੇਖੋ ਸ਼ਬਦ ਗੁਰੂ ਜਿਹੜੀ ਹੈ ਨਾ ਜੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਬਾਣੀਆਂ ਦੇ ਨਾਲ ਜੋੜਿਆ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਨਾਮਾ ਜੋੜਿਆ ਜੀ। ਲੇਕਿਨ ਉਹਦੇ ਵਿੱਚ ਇਹ ਵੀ ਜ਼ਿਕਰ ਆਉਂਦਾ 2.5 ਅੱਖਰ ਨਾਮ ਕੇ ਪੜ੍ਹੇ ਸੋ ਪੰਡਤ ਹੋਏ ਜੀ। ਠੀਕ ਹੈ, 2.5 ਅੱਖਰ ਕੌਣ ਹੈ? ਏਕਾ ਜੀ, ਊੜਾ ਜਿਹੜੀ ਉੱਪਰ ਛੱਡੀ ਹੈ ਕਾਰ, ਗੱਲ ਉੱਥੇ ਮੁੱਕ ਜਾਂਦੀ ਜੀ। ਜੀ ਉਹ ਕਿਉਂ ਕਾਰ ਛੱਡੀ? ਉਹਦੇ ਵਿੱਚ ਲਿਖਤ ਵਿੱਚ ਅਸੀਂ ਇੱਕ ਪਾਸੇ ਲਿਖਦੇ ਨਾ ਜੀ ਵੀ ਰੱਬ ਦਾ ਨਾਂ ਨਹੀਂ ਲਿਖਿਆ ਜਾ ਸਕਦਾ ਜੀ। ਉਸ ਅਕਾਲ ਪੁਰਖ ਲਿਖਤ ਵਿੱਚ ਨਹੀਂ ਆਉਂਦਾ, ਉਹਦਾ ਰੰਗ ਨਹੀਂ ਹੈ, ਕੋਈ ਪੇਖ ਨਹੀਂ ਹੈ, ਕੋਈ ਕੁਝ ਨਹੀਂ ਹੈਗਾ। ਤਾਂ ਹੀ ਉਹ ਕੱਲ ਐਂ ਛੱਡ ਦਿੱਤੀ ਉੱਪਰ ਨੂੰ ਵੀ ਉਹਦਾ ਨਹੀਂ ਪਤਾ ਕਿੱਡਾ ਕੁ ਰੱਬ ਹੈਗਾ ਜੀ। ਏਦਾਂ ਜਿਹੜਾ ਛੱਡਿਆ ਨਾ ਵੀ ਇੱਡਾ ਹੈ, ਛੋਟਾ ਹੈ, ਆਕਾਰ ਹੀ ਹੈ ਨਹੀਂ, ਇਹਦਾ ਆਕਾਰ ਹੈ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੰਕਾਰ ਦਾ ਅਰਥ ਨਿਰਾਕਾਰ ਹੀ ਹੈ, ਨਿਰਾਕਾਰ ਹੈ। ਉਹਦੇ ਵਿੱਚ ਉਹ ਗੁਰੂ ਮਹਾਰਾਜ ਨੇ ਏਕਾ ਲਾ ਕੇ ਊੜਾ ਕਰਕੇ ਏਦਾਂ ਖੁੱਲਾ ਛੱਡਦਾ ਵੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਏਦਾਂ ਦਾ ਜਿਹੜਾ ਮੈਂ ਰੱਬ ਦਾ ਨਾਮ ਲਿਖ ਸਕਾਂ ਜੀ। ਵੀ ਇਹ ਕਿੱਡਾ ਕੁ ਵੱਡਾ, ਹਾਂ, ਊਚ ਅਪਾਰ ਬੇਅੰਤ ਸੁਆਮੀ। ਹਰਸ਼ ਜੀ ਪੁੱਛਦੇ ਆ ਜੀ ਬਾਬਾ ਜੀ ਪੰਡਤ ਹਰਦਿਆਲ ਜੀ ਕੋਲ ਵੀ ਪੜ੍ਹਾਈ ਕਰਨ ਗਏ ਸੀ ਮੈਂ ਸੁਣਿਆ, ਇਹਦੇ ਬਾਰੇ ਦੱਸਿਓ। ਬਾਬਾ ਸ਼੍ਰੀ ਚੰਦ ਮਹਾਰਾਜ ਪੜ੍ਹਾਈ ਕਰਨ ਗਏ ਆ ਮਹਾਰਾਜ ਪੰਡਤ ਹਰਦਿਆਲ ਜੀ ਕੋ? ਹਾਂਜੀ ਗਏ ਆ। ਉਹਨਾਂ ਕੋਲ ਤਾਂ ਬਾਬਾ ਨਾਨਕ ਜੀ ਵੀ ਗਏ ਆ ਜੀ। ਬਿਲਕੁਲ ਗਏ ਆ ਜੀ ਪੰਡਤ ਹਰਦਿਆਲ ਜੀ ਕੋ। ਉਸ ਵੇਲੇ ਉਹ ਪੰਡਤ ਦਾ ਅਰਥ ਇੱਥੇ ਬ੍ਰਾਹਮਣਵਾਦ ਨਹੀਂ ਹੈਗਾ ਜੀ। ਮੈਂ ਜ਼ਿਆਦਾ ਮੇਨ ਇਹੀ ਸਮਝਦਾ ਵੀ ਕਈ ਵਾਰੀ ਸੰਗਤ ਨਾ ਜੀ ਉਹ ਪੰਡਤ ਵਿਸ਼ੇ ਨੂੰ ਲੈ ਕੇ ਸ਼ਾਇਦ ਹਿੰਦੂ ਧਰਮ ਨਾਲ ਜੋੜ ਦਿੰਦੇ ਆ। ਪੰਡਤ ਦਾ ਅਰਥ ਤਾਂ ਇੱਥੇ ਗਿਆਨੀ ਹੈ। ਦੇਖੋ ਜਿਹੜਾ ਮਾਸਟਰ ਹੈ ਉਹ ਨਾ ਬ੍ਰਾਹਮਣ ਹੋ ਸਕਦਾ, ਨਾ ਖੱਤਰੀ ਹੋ ਸਕਦਾ, ਨਾ ਰਜਪੂਤ ਹੋ ਸਕਦਾ, ਨਾ ਚਮਾਰਕ ਹੋ ਸਕਦਾ, ਨਾ ਕੋਈ ਵਾਲਮੀਕੀ ਹੋ ਸਕਦਾ ਜੀ। ਮਾਸਟਰ ਜਿਹੜਾ ਲਫ਼ਜ਼ ਉਹ ਮਾਸਟਰ ਹੈ, ਉਹ ਮਾਸਟਰ ਪੜ੍ਹਾਈ ਦਾ ਦਾਤਾ, ਪੜ੍ਹਾਈ ਦਾ ਦਾਤਾ ਹੈ ਜੀ। ਇਸ ਕਰਕੇ ਉਹਨੂੰ ਬ੍ਰਾਹਮਣਵਾਦ ਨਾ ਨਹੀਂ ਵੀ ਉੱਥੇ ਪੜ੍ਹਨ ਚੱਲ ਗਏ, ਵੀ ਪੰਡਤਾਂ ਤੋਂ ਪੜ੍ਹਾਈ ਕਰਨ ਚੱਲ ਗਏ, ਇੱਦਾਂ ਨਹੀਂ ਗਏ। ਪੜ੍ਹਨ ਵਾਸਤੇ ਪਾਇਆ ਲੇਕਿਨ ਮਹਾਰਾਜ ਉਹਨਾਂ ਨੂੰ ਪੜ੍ਹਾ ਕੇ ਆ ਗਏ, ਉਹ ਅਲੱਗ ਚੀਜ਼ ਹੈ। ਕਹਿੰਦੇ ਜੀ ਬਾਬਾ ਗੁਰਦਿੱਤਾ ਜੀ ਸੰਤ ਦਰਸ਼ਨ ਸਿੰਘ ਕਾਛੀ ਮਹਾਂਪੁਰਸ਼ ਨੇ ਜੀ ਕੋਈ, ਉਹ ਕਹਿੰਦੇ ਬਾਬਾ ਜੀ ਬਾਬਾ ਗੁਰਦਿੱਤਾ ਜੀ ਉਹਨਾਂ ਦੀ ਗੱਦੀ ਦੇ ਮਾਲਿਕ ਸਨ? ਕੁਐਸਚਨ ਮਾਰਕ ਪਾ ਕੇ ਪੁੱਛਦੇ ਜੀ। ਸੇਵਾਦਾਰ ਥਾਪੇ ਆ, ਗੱਦੀ ਦਾ ਮਾਲਕ ਕਿਸੇ ਨੂੰ ਨਹੀਂ, ਬਾਬਾ ਮਾਲਕ ਨਹੀਂ ਬਣਾਇਆ। ਨਹੀਂ, ਅੱਜ ਤੱਕ ਕਿਤੇ ਇਤਿਹਾਸ ਨਹੀਂ। ਅੱਜ ਮੈਂ ਇਹ ਗੱਲ ਕਲੀਅਰ ਕਰ ਦੇਣਾ, ਜਿੰਨੇ ਵੀ ਉਦਾਸੀ ਡੇਰੇ ਹੈ ਉਹ ਕੋਈ ਵੀ ਜਿਹੜਾ ਵੀ ਉੱਥੇ ਸੰਤ ਸੇਵਾਦਾਰ ਬੈਠਾ ਹੈ ਉਹ ਮਾਲਕ ਨਹੀਂ ਹੈ ਜੀ। ਕਿ ਬਾਬਾ ਸ਼੍ਰੀ ਚੰਦ ਮਾਈ ਦੀ ਕਿਤੇ ਡੈਥ ਨਹੀਂ ਹੋਈ,
ਆ ਬਿਲਕੁਲ ਜੀ। ਜੇ ਉਹਨਾਂ ਦੀ ਦੇਹ ਮੁਕਤੀ ਜੇ ਦੇਹ ਮੁਕਤ ਜੇ ਉਹ ਤੂੰ ਗਏ ਹੀ ਨਹੀਂ ਜੀ ਉਹਨਾਂ ਦਾ ਕਿਤੇ ਮਤਲਬ ਉਹਨਾਂ ਦਾ ਕਿਤੇ ਦੇਹਾਂਤ ਨਹੀਂ ਹੋਏ ਜਾਂ ਉਹ ਜੋਤੀ ਜੋਤ ਨਹੀਂ ਸਮਾਏ, ਅੰਗੀਠਾ ਨਹੀਂ ਮਿਲਿਆ ਤਾਂ ਉਹਨਾਂ ਦੀ ਗੱਦੀ ਤੇ ਕੌਣ ਬੈਠ ਸਕਦਾ ਜਦ ਕਿ ਉਹ ਅੱਜ ਵੀ ਬੈਠੇ ਸਾਡੇ 'ਚ। ਬਿਲਕੁਲ ਜੀ। ਇਸ ਕਰਕੇ ਜਿਹੜਾ ਉਹ ਮਾਲ ਕੋਈ ਨਹੀਂ ਹੈਗਾ, ਨਾ ਕੋਈ ਗੱਦੀ ਬਾਬਾ ਗੁਰਦਿੱਤਾ ਜੀ ਨੇ ਗਾਹਾਂ ਦਿੱਤੀ ਕਿਸ ਨੂੰ ਜੀ, ਕਿ ਬਾਬਾ ਗੁਰਦਿੱਤਾ ਜੀ ਖੁਦ ਸੇਵਕ ਸਨ। ਜਸ ਕਾਲੋਂ ਜੀ ਪੁੱਛਦੇ ਆ ਜੀ ਕਿ ਬਾਬਾ ਸ਼੍ਰੀ ਚੰਦ ਜੀ ਦੀ ਉਮਰ ਜ਼ਿਆਦਾ ਹੋਈ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਜ਼ਿਆਦਾ ਹੋਈ? ਬਾਬਾ ਬੁੱਢਾ ਜੀ ਦੀ 125 ਸਾਲ ਹੋਈ ਹੈ, ਬਾਬਾ ਸ਼੍ਰੀ ਚੰਦ ਮਾਈ ਦੀ 149 ਸਾਲ, ਕੋਈ 51 ਵੀ ਕਹਿੰਦਾ। ਠੀਕ ਹੈ, ਮਤਲਬ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜਿਹੜੀ ਸਰੀਰਕ ਉਮਰ ਆ ਬਾਬਾ ਬੁੱਢਾ ਸਾਹਿਬ ਜੀ ਨਾਲੋਂ 25 ਸਾਲ ਜ਼ਿਆਦਾ ਹੋਈ ਹੈ। 25 ਸਾਲ ਲਿਖਤ ਵਿੱਚ ਹੋਈ ਹੈ, ਜਦ ਕਿ ਉਹ ਕਿਤੇ ਗਏ ਹੀ ਨਹੀਂ, ਉਹ ਕਿਤੇ ਸਰੀਰ ਕਰਕੇ ਮਿਲੇ ਹੀ ਨਹੀਂ ਮੁੜ ਕੇ, ਜਾਣੀ ਨਾ ਜਦੋਂ ਤੱਕ ਲੋਕਾਂ ਨੇ ਦਰਸ਼ਨ ਕੀਤੇ ਆ ਉਹ 149 ਜਾਂ 51 ਕਹਿੰਦੇ ਆ ਜੀ, ਉਦੋਂ ਤੱਕ ਦੇ ਉਹ ਅਸੀਂ ਉਮਰ ਗਿਣਦੇ। ਬਾਬਾ ਸ਼੍ਰੀ ਚੰਦ ਮਾਈ ਤਾਂ ਅੱਜ ਵੀ ਸਾਡੇ ਵਿੱਚ ਹੈ। ਬਿਲਕੁਲ ਉਹਨਾਂ ਦੀ ਉਮਰ ਨੂੰ ਅਸੀਂ ਉਹਨਾਂ ਦੀ ਉਮਰ ਨੂੰ ਕਿੱਦਾਂ ਕਾਊਂਟ ਕਰ ਸਕਦੇ ਹਾਂ ਜੀ। ਜੱਗਾ ਸਿੰਘ ਜੀ ਪੁੱਛਦੇ ਆ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਜੋ ਉਦਾਸੀ ਤੇ ਨਿਰਮਲੇ ਮਹਾਂਪੁਰਖਾਂ ਨੇ ਪਿਛਲੇ ਸਮੇਂ ਕੀਤਾ ਸੀ, ਉਵੇਂ ਹੁਣ ਕਿਉਂ ਨਹੀਂ ਹੋ ਰਿਹਾ? ਹੁਣ ਲਿਖਾਰੀਆਂ ਦਾ ਰਾੜ ਪਾਤੀ ਜੀ। ਹੁਣ ਜਿਹੜੀ ਜਿੰਨੇ ਸਾਡੇ ਲਿਖਾਰੀ ਹੈ ਜੀ, ਕਿ ਸਭ ਤੋਂ ਪਹਿਲਾਂ ਇਹ ਜਦੋਂ ਗੁਰਗੱਦੀ ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾਇਆ ਜੀ, ਉਦੋਂ ਇੱਕ ਬਿਸ਼ਨ ਸਿੰਘ ਸੀਗਾ ਲਿਖਾਰੀ ਕੋਈ ਜੀ, ਠੀਕ ਹੈ, ਉਹਨੇ ਆਪਣੀ ਕਿਤਾਬ ਵਿੱਚ ਇਹ ਕਰ ਦਿੱਤਾ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਸਿੱਖਾਂ ਦੇ ਦੁਸ਼ਮਣ ਹੈ। ਜਿਹੜੇ ਗੁਰੂ ਘਰ ਉਹਨੂੰ ਸਿੱਧਾ ਹੀ ਲਿਖ ਦਿੱਤਾ ਵੀ ਗੁਰੂ ਘਰ ਦੇ ਇਹ ਜਿਹੜੇ ਸ਼ੁਭ ਚਿੰਤਕ ਨਹੀਂ ਹੈਗੇ। ਠੀਕ ਹੈ ਜੀ। ਉੱਥੋਂ ਇਹ ਪਾਠ ਸ਼ੁਰੂ ਹੋ ਗਿਆ। ਉਹ ਪੈਂਦਾ ਲਿਖਾਰੀ ਲੱਗ ਲਿਖਦੇ ਅੱਜ ਇਦਾਂ ਦਾ ਕਰ ਦਿੱਤਾ ਵੀ ਤੁਸੀਂ ਬਾਕੀ ਤਾਂ ਛੱਡੋ। ਅਸੀਂ ਇੱਕ ਵਾਰੀ ਇੱਕ ਘਰ ਦੇ ਵਿੱਚ ਬੈਠੇ ਸੀ ਜੀ, ਤੇ ਉਹ ਬੰਦੇ ਨੇ ਗੋਲ ਪੱਗ ਮੇਰੇ ਵਾਂਗੂ ਬੰਨੀ ਹੋਈ ਸੀਗੀ। ਠੀਕ ਹੈ ਜੀ। ਤੇ ਇੱਕ ਅੰਮ੍ਰਿਤਧਾਰੀ ਸਾਡੇ ਕੋਲ ਬੈਠਾ ਸੀਗਾ ਜੀ, ਤੇ ਉਹ ਜਿਹੜਾ ਨਾਲ ਉਹਦੇ ਜਿੱਦਾਂ ਇੱਕ ਆਪਣਾ ਜਿਹੜੇ ਨਾਮਧਾਰੀ ਹੈ ਜੀ, ਉਹ ਬੈਠਾ ਸੀਗਾ। ਠੀਕ ਹੈ ਜੀ। ਉਹ ਜਦੋਂ ਗੋਲ ਪੱਗ ਦੇਖੀ ਸੀਗਾ ਅੰਮ੍ਰਿਤਧਾਰੀ, ਉਹਨੇ ਉਹਨੂੰ ਜੱਫੀ ਪਾਈ ਵੀ ਨਾਮਧਾਰੀ ਆ ਗਿਆ। ਜਦੋਂ ਉਹ ਸ੍ਰੀ ਸਾਹਿਬ ਨੂੰ ਹੱਥ ਲੱਗਦਾ ਉਹਨੂੰ ਕਰੰਟ ਵੱਜਾ, ਜਿੱਦਾਂ ਪਿੱਛੇ ਨੂੰ ਹਟਿਆ ਇੱਕਦਮ। ਉਹ ਜਿਹੜਾ ਦੂਆ ਸੀਗਾ ਜੀ, ਜਿਹੜਾ ਦੂਆ ਸੀਗਾ। ਅਸੀਂ ਮਤਲਬ ਜਿਹੜਾ ਨਾਮਧਾਰੀਏ ਸਿੱਖ ਇੱਕ ਦੂਜੇ ਤੋਂ ਇੰਨੀ ਨਫ਼ਰਤ ਕਰਦੇ ਆ, ਉਦਾਸੀ ਨੂੰ ਕਿੱਥੇ ਚੱਲ ਲੈਣਾ? ਬਿਲਕੁਲ ਜੀ। ਜੀ, ਠੀਕ ਹੈ। ਇਹ ਹੁਣ ਸਮਾਂ ਆ ਗਿਆ ਕਿ ਉਦਾਸੀ ਜਿਹੜੇ ਸਿੱਖ ਆ ਉਹ ਇਕੱਠੇ ਹੋਣ ਦੇ ਟਾਈਮ ਤੇ ਆ ਗਏ, ਔਰ ਇਸੇ ਕਰਕੇ ਵਿੱਚ ਇਹ ਕੋਈ ਛੱਡਿਆ ਜਾਂਦਾ ਵੀ ਉਦਾਸੀ ਹੋ ਰਿਹਾ ਤਾਂ ਇਕੱਠੇ ਨਾ ਹੋਣ। ਇਸ ਚੀਜ਼ ਦਾ ਡਰ ਹੈ ਅੱਜ ਇਹਨਾਂ ਨੂੰ ਪਿਆ ਆ ਵੀ ਜਿੱਦਣ ਉਦਾਸੀ ਸਿੱਖ ਨਿਰਮਲੇ ਵਿਧੀ ਚੰਦੀਏ ਜੀ ਹੈ ਨਾ, ਤਰਨਨ ਦਲ ਵਾਲੇ ਇਕੱਠੇ ਹੋ ਗਏ ਤਾਂ ਇਹਨਾਂ ਨੂੰ ਤਾਂ ਬਿਫਤਾ ਪੈ ਜਾਣੀ। ਇਸ ਕਰਕੇ ਇਹ ਬਾਰ-ਬਾਰ ਕੋਸ਼ਿਸ਼ ਕੀਤੀ ਜਾਂਦੀ ਵੀ ਇਹਨਾਂ ਨੂੰ ਪਾੜਿਆ ਜਾਵੇ ਜੀ। ਕਹਿੰਦੇ ਜੀ ਹਰਸ਼ ਜੀ ਕਹਿੰਦੇ ਬਾਬਾ ਜੀ ਮੈਂ ਆਪਣੇ ਘਰ 'ਚ ਬਾਬਾ ਸ਼੍ਰੀ ਚੰਦ ਜੀ ਦੀ ਕੁਟੀਆ ਬਣਾਉਣਾ ਚਾਹੁੰਦਾ, ਕੀ ਮੈਂ ਬਣਾ ਸਕਦਾ? ਮੈਂ ਬਾਬਾ ਸ਼੍ਰੀ ਚੰਦ ਮਹਾਰਾਜ ਨਾਲ ਬਹੁਤ ਪਿਆਰ ਕਰਦਾ। ਬਣਾ ਸਕਦੇ, ਕੋਈ ਮਨਾ ਨਹੀਂ। ਠੀਕ ਹੈ ਜੀ। ਸਰਬਜੀਤ ਸਿੰਘ ਜੀ ਕਹਿੰਦੇ ਜੀ ਇੰਗਲੈਂਡ ਤੋਂ ਕਿ ਆਪ ਜੀ ਦਾ ਮਹਾਂਪੁਰਸ਼ਾਂ ਦਾ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਇੰਗਲੈਂਡ ਦੀ ਸੰਗਤ ਵੱਲੋਂ ਧੰਨਵਾਦ ਹੈ ਜੀ। ਠੀਕ ਹੈ ਜੀ, ਅਸੀਂ ਵੀ ਧੰਨਵਾਦ ਕਰਦੇ ਹਾਂ ਸਾਡੀ ਗੱਲ ਨੂੰ ਸੁਣਨ, ਤਾਂ ਕਿ ਲੋਕਾਂ 'ਚ ਮੈਸੇਜ ਆਵੇ ਉਦਾਸੀ ਔਰ ਸਿੱਖ ਜਿਹੜੇ ਅਲੱਗ ਨਹੀਂ ਹੈ। ਬਾਬਾ ਜੀ ਸੰਗਤ ਨੂੰ ਇਹ ਵੀ ਦੱਸ ਦਈਏ ਕਿ ਜਿੱਦਾਂ ਅੱਜ ਆਪਾਂ ਲਾਈਵ ਬੈਠੇ ਹਾਂ ਇਸ ਵਿਸ਼ੇ ਦੇ ਉੱਤੇ, ਇਹ ਪ੍ਰੋਗਰਾਮ ਜਿਹੜਾ ਲਾਈਵ ਵਾਲਾ ਸੰਗਤ ਵਿੱਚ ਕਿੰਨੇ ਸਮੇਂ ਬਾਅਦ ਆਇਆ ਕਰੂਗਾ? ਇਹ 1 ਮਹੀਨੇ ਬਾਅਦ ਫੇਰ ਕਰਾਂਗੇ ਆਪਾਂ, 1-2 ਦਿਨ ਪਹਿਲਾਂ ਪੋਸਟ ਪਾ ਕੇ ਦੱਸ ਦਿਆ ਪੋਸਟ ਪਾ ਕੇ ਦੱਸਾਂਗੇ। 1 ਮਹੀਨੇ ਬਾਅਦ ਫੇਰ ਕਰਾਂਗੇ ਜੀ। ਜਿਹੜੇ ਸੰਗਤਾਂ ਨਾਲ ਵਿਚਾਰ ਜੋ ਉਹਨਾਂ ਦੇ ਸੁਝਾਅ ਸਾਡੇ ਲਈ ਹੋਏ ਅਸੀਂ ਉਹ ਵੀ ਮੰਨਣ ਨੂੰ ਤਿਆਰ ਹਾਂ। ਹਾਂ, ਮੈਂ ਇਹ ਵੀ ਬੇਨਤੀ ਕਰ ਦਿੰਦਾ ਜੀ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਜੀਵਨ ਬਾਰੇ, ਕਿਉਂਕਿ ਇੱਥੇ ਤਾਂ ਉਦਾਸੀ ਸੰਪਰਦਾ ਦਾ ਵਿਸ਼ਾ ਹੀ ਰੱਖਾਂਗੇ ਆਪਾਂ, ਜਿੱਦਾਂ ਦੇ ਸੰਪਰਦਾ ਦੇ ਮਹਾਂਪੁਰਸ਼ਾਂ ਨਾਲ ਸਾਨੂੰ ਇੱਦਾਂ ਲਾਈਵ ਹੋਣ ਦਾ ਸਮਾਂ ਮਿਲੂਗਾ, ਉਹੀ ਉਪਰਾਲਾ ਆਪਾਂ ਉੱਥੇ ਜਾ ਕੇ ਗੱਲ ਕਰਨ ਦਾ ਯਤਨ ਕਰਿਆ ਕਰਾਂਗੇ। ਬਾਬਾ ਜੀ ਦੇ ਬਾਰੇ ਜੇ ਕਿਸੇ ਨੇ ਵੀ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਵੀ ਲਿਖਿਆ ਜਾਂਦਾ ਜੀ, ਬਾਬਾ ਬ੍ਰਹਮਚਾਰੀ ਬਾਬਾ ਸ਼੍ਰੀ ਚੰਦ ਮਹਾਰਾਜ, ਬਾਲ ਜਤੀ ਬਾਬਾ ਸ਼੍ਰੀ ਚੰਦ ਮਹਾਰਾਜ, ਵੱਖ-ਵੱਖ ਨਾਵਾਂ ਨਾਲ ਪੁਕਾਰੇ। ਉਹਨਾਂ ਪ੍ਰਤੀ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਬਾਅਦ 'ਚ ਵੀ ਕਮੈਂਟਾਂ 'ਚ ਕਰੋ, ਜਾਂ ਮੇਰੇ ਇਸ ਪੇਜ ਦੇ ਇਨਬਾਕਸ ਵਿੱਚ ਵੀ ਕਰ ਸਕਦੇ ਹੋ, ਜਾਂ ਮੇਰਾ ਪੇਜ ਦੇ ਉੱਤੇ ਨੰਬਰ ਹੈਗਾ, ਉੱਤੇ WhatsApp ਚੱਲਦਾ, ਉਹਦੇ 'ਤੇ ਵੀ ਕੋਈ ਸਵਾਲ ਹੋਵੇ ਕਰ ਸਕਦੇ ਹੋ। ਫਿਰ 1 ਮਹੀਨਾ ਅਸੀਂ ਤੁਹਾਡੇ ਸਵਾਲ ਇਕੱਠੇ ਕਰਾਂਗੇ। ਬਿਲਕੁਲ। ਉਹ 1 ਮਹੀਨੇ ਬਾਅਦ ਸਾਰੇ ਸਵਾਲ ਤੁਹਾਡੇ ਜਿਹੜੇ ਆ ਉਹ ਇੱਥੇ ਆ ਕੇ ਲਾਈਵ ਦੇ ਵਿੱਚ ਅਸੀਂ ਜਿਹੜਾ ਬਾਬਾ ਜੀ ਤੋਂ ਉਹਦਾ ਜਵਾਬ ਲੈ ਲਿਆ ਕਰਾਂਗੇ ਜੀ। ਬਾਬਾ ਜੀ ਇਹ ਕੀ ਕਾਰਨ ਆ ਅੱਜ ਦੇ ਬਹੁਤੇ ਸਿੱਖ ਉਦਾਸੀ ਸੰਤਾਂ ਮਹਾਂਪੁਰਸ਼ਾਂ ਨੂੰ ਹਿੰਦੂ ਧਰਮ ਦਾ ਹਿੱਸਾ ਸਮਝਣ ਲੱਗ ਪਏ? ਉਹਦੇ 'ਚ ਉਹਨਾਂ ਦਾ ਕਸੂਰ ਨਹੀਂ ਹੈ ਜਿਹੜੇ ਸਮਝਦੇ ਆ। ਕੁਛ ਅਸੀਂ ਵੀ ਇੱਦਾਂ ਦੇ ਕਰਮ ਕਰਨੇ ਸ਼ੁਰੂ ਕਰਦੇ ਕਿ ਜਿਹੜੇ ਉਹ ਸਾਨੂੰ ਇੱਦਾਂ ਲੱਗਦਾ ਕਿ ਇਹ ਹਿੰਦੂ ਧਰਮ ਨਾਲ ਜੁੜੇ ਹੋਏ ਆ। ਜਾਣੀ ਕਿ ਇਕੱਲਾ ਸਿੱਖਾਂ ਦਾ ਨਹੀਂ। ਬਿਲਕੁਲ, ਮੈਂ ਸਿੱਖਾਂ ਨੂੰ ਦੋਨਾਂ ਹੱਥਾਂ ਨਾਲ ਵੱਜਦੀ। ਮੈਂ ਸਿੱਖਾਂ ਨੂੰ ਬਿਲਕੁਲ ਗਲਤ ਨਹੀਂ ਕਹੂੰਗਾ ਕਿ ਜੋ ਹੁਣ ਧੂਣੇ ਦੇ ਵਿੱਚ ਹਵਨ ਪਾਉਂਦੇ ਦਿਖਦੇ ਆ ਜੀ, ਤਾਂ ਉਹਨਾਂ ਤੇ ਮੰਨਣਾ ਹੀ ਵੀ ਹਿੰਦੂ ਮਤ ਹੈ। ਬਿਲਕੁਲ ਜੀ। ਠੀਕ ਹੈ ਜੀ। ਤੇ ਕੁਝ ਕਰਮ ਹੈਗੇ, ਟੱਲੀਆਂ ਖੜਕਾਈਆਂ ਜਾਂਦੀਆਂ ਜਾਂ ਹੋਰ ਕੁਝ ਖੜਕਾਏ ਜਾਂਦੇ, ਤਾਂ ਉਹ ਹਿੰਦੂ ਮਤ ਹੈ। ਤਾਂ ਅਸੀਂ ਜਿਹੜਾ ਚੀਜ਼ ਅਸੀਂ ਸਾਹਮਣੇ ਦੇਖਦੇ ਹਾਂ ਤਾਂ ਉਹਦਾ ਤਾਂ ਅਸੀਂ ਵਿਰੋਧ ਕਰਾਂਗੇ। ਦੀਪ ਜੀ ਦਾ ਇੱਕ ਸਵਾਲ ਆਇਆ ਜੀ, ਬਾਬਾ ਸ਼੍ਰੀ ਚੰਦ ਜੀ ਦੇ ਧੂਣੇ ਬਾਰੇ ਦੱਸੋ, ਕਿਉਂ ਹੁੰਦੇ? ਧੂਣੇ ਦਾ ਮਤਲਬ ਕੀ? ਜਿਹੜੇ
ਇਹ ਧੂਣਾ ਜਿਹੜਾ ਪੁਰਾਤਨ ਚੱਲਦਾ ਆ ਰਿਹਾ ਜੀ, ਇਹ ਅੱਜ ਦੀ ਗੱਲ ਨਹੀਂ ਹੈਗੀ ਜੀ, ਕਿ ਸੰਤ ਮਹਾਂਪੁਰਸ਼ ਜਿਹੜੇ ਆ ਨਾ ਜੀ, ਉਹ ਧੂਣਾ ਲਾ ਕੇ ਬੈਠਦੇ ਸੀਗੇ। ਜੀ, ਉਹਨਾਂ ਦਾ ਸਾਰਾ ਜਿਹੜਾ ਅੰਨ ਪਾਣੀ ਬਣਦਾ ਸੀਗਾ ਉਹ ਸਾਰਾ ਧੂਣੇ ਦੇ ਉੱਪਰ ਹੀ ਬਣਦਾ ਸੀਗਾ। ਠੀਕ ਹੈ ਜੀ, ਰੋਟੀ ਜਾਨੀ ਵੱਖਰਾ ਚੁੱਲ੍ਹਾ ਥੋੜਾ ਬਣਦਾ ਹੈ। ਜਿਹੜੀ ਰੋਟੀ ਬਣਾਈ ਧੂਣੇ 'ਚ ਦੇਤੀ, ਉਹ ਬੜੀ ਬੜੀ ਰੋਟੀਆਂ ਉਹ ਕਈ ਦਿਨ ਚੱਬੀ ਜਾਣੀ, ਉਹਨੂੰ ਮੰਨੀ ਕਹਿਣ ਲੱਗ ਗਏ। ਉਹਨੂੰ ਮੰਨੀ ਕਹਿਣ ਲੱਗ ਗਏ ਜੀ। ਤੇ ਇਹ ਕਦੇ ਜਿਹੜੇ ਧੂਣੇ ਹੈਗੇ ਆ ਇਹ ਇਸ ਕਰਕੇ ਨਹੀਂ ਬਣਾਈ ਜਾਂਦੇ ਵੀ ਇਹਦਾ ਕੋਈ ਮਰਜ਼ਾਦਾ ਹੈ ਜੀ। ਉਹਦਾ ਧੂਣਾ ਤੇ ਇੱਕ ਬੇਬਸੀ ਸੀ ਸਾਰਿਆਂ ਦੀ, ਸੰਤਾਂ ਦੀ। ਉਹ ਧੂਣਾ ਚੇਤਨ ਰੱਖਦੇ, ਜੇ ਉਹ ਬੁੱਝ ਜਾਂਦੀ ਤਾਂ ਅੱਗ ਬਾਲਣ ਨੂੰ ਮੁੜ ਕੇ ਲੱਭਦਾ ਕੁਛ ਨਹੀਂ ਸੀ। ਇੱਕ ਵਾਰੀ ਅੱਗ ਲੈ ਕੇ ਬਾਲ ਲੈਂਦੇ ਸੀਗੇ ਤੇ ਉਹ ਜਦੋਂ ਉਹਨੂੰ ਬੁਝਾਉਂਦੇ ਸੀ ਤਾਂ ਉਹ ਪਿੰਡ ਜਾ ਕੇ ਅੱਗ ਲੈਣੀ ਪੈਂਦੀ ਸੀ ਉਹਨਾਂ ਨੂੰ। ਉਸ ਵੇਲੇ ਤੀਲਾਂ ਨਹੀਂ ਹੁੰਦੀਆਂ ਸੀਗੀਆਂ। ਬਿਲਕੁਲ ਜੀ, ਹੈ ਨਾ। ਉਸ ਵੇਲੇ ਕੋਈ ਅੱਗ ਬਾਲਣ ਦੇ ਸਾਧਨ ਨਹੀਂ ਹੁੰਦੇ ਸੀ। ਉਹ ਪਿੰਡ ਚੋਂ ਅੱਗ ਲਿਆਉਂਦੇ ਸੀ, ਉਹ ਲਿਆ ਕੇ ਧੂਣਾ ਬਾਲ ਲੈਂਦੇ, ਧੂਣੇ ਨੂੰ ਬੁੱਝ ਨਹੀਂ ਸੀ ਦਿੰਦੇ ਉਹ। ਜੀ, 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 ਜੀ। ਇਸ ਕਰਕੇ ਧੂਣੇ ਨੂੰ ਇਹ ਨਹੀਂ ਅਸੀਂ ਕਹਿ ਸਕਦੇ ਵੀ ਧੂਣਾ ਬਹੁਤ ਜ਼ਰੂਰੀ ਹੈ, ਲੇਕਿਨ ਉਸ ਟਾਈਮ ਦੇ ਹਿਸਾਬ ਨਾਲ ਧੂਣਾ ਜ਼ਰੂਰੀ ਸੀਗਾ। ਜਾਣੀ ਕਿ ਉਹ ਇੱਕ ਉਹਨਾਂ ਦੇ ਨਾਲ ਇੱਕ ਮਹਾਰਾਜ ਦਾ ਅੰਗ ਹੀ ਬਣ ਗਿਆ। ਹਾਂ, ਜਿੱਦਾਂ ਚਿਮਟਾ ਨਹੀਂ ਵਿੱਚ ਹੁੰਦਾ ਸੀਗਾ, ਉਹ ਚਿਮਟੇ ਨਾਲ ਰੋਟੀ ਕੱਢਦੇ ਸੀਗੇ ਜਾਂ ਵਿੱਚ ਪਕਾ ਲੈਂਦੇ, ਜਿੱਦਾਂ ਆਲੂ ਵਿੱਚ ਭੁੰਨਣੇ ਪਾ ਦੇਣੇ, ਆਲੂ ਚਿਮਟੇ ਨਾਲ ਕੱਢ ਲੈਣੇ। ਅੱਜ ਅਸੀਂ ਕਿਸੇ ਨੂੰ ਬਾਬਾ ਸ਼ੀਸ਼ ਮਾ ਚਿਮਟਾ ਲੈ ਕੇ ਘੁੰਮਦੇ ਸੀਗੇ। ਜੀ, 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 ਜੀ। ਜਾਂ ਉਦਾਸੀ ਚਿਮਟੇ ਤੋਂ ਬਗੈਰ ਤੁਰਦੇ ਨਹੀਂ ਸੀ ਜੀ। ਉਹ ਉਸ ਵੇਲੇ ਦੀ ਇੱਕ ਵਿਵਸਥਾ ਸੀ ਉਸ ਸਮੇਂ ਦੇ ਨਾਲ ਨਿਪਟਣ ਦੀ। ਜੀ। ਤੇ ਅਸੀਂ ਉਹਨਾਂ ਨੂੰ ਅੰਗ ਮੰਨ ਲਿਆ ਵੀ ਨਹੀਂ ਜੀ, ਬਾਬਾ ਜੀ ਤਾਂ ਚਿਮਟਾ ਲੈ ਕੇ ਤੁਰਦੇ ਸੀ। ਜੀ, ਜੀ। ਉਹ ਫੌੜੀ ਹੁੰਦੀ ਸੀਗੀ, ਉਹਨਾਂ ਧੂਣੇ ਦੀ ਰਾਖ ਇਕੱਠੀ ਕਰਨੀ ਉਹਨਾਂ ਨੇ, ਤੇ ਉਹ ਅੱਗ ਨਹੀਂ ਇਕੱਠੀ ਹੁੰਦੀ ਸੀ ਹੱਥ ਨਾਲ, ਤਾਂ ਉਹ ਉਹਦੇ ਨਾਲ ਕਰਦੇ ਸੀਗੇ। ਨਿਹੰਗ ਸਿੰਘ ਬਾਬਾ ਜਤਿੰਦਰ ਸਿੰਘ ਜੀ, ਜਿਨ੍ਹਾਂ ਦੀ ਅਸੀਂ ਪਰਸੋਂ ਇੰਟਰਵਿਊ ਕੀਤੀ ਹੈ ਜੀ, ਹਾਂਜੀ, ਉਹਨਾਂ ਦਾ ਕਮੈਂਟ ਆਇਆ, ਉਹ ਕਹਿੰਦੇ ਉਦਾਸੀ ਭੀਖ ਦੇ ਮਹਾਂਪੁਰਖ ਵੀ ਸਾਡੇ ਆਪਣੇ ਨੇ ਜੀ। ਬਿਲਕੁਲ ਜੀ। ਇਹ ਨਿਹੰਗ ਸਿੰਘ ਜਥੇਬੰਦੀ ਵੱਲੋਂ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਵਾਲੇ, ਜਿਹੜੇ ਬਾਬਾ ਗੁਰਦੇਵ ਸਿੰਘ ਜੀ ਨਿਹੰਗ ਸਿੰਘ, ਉਹਨਾਂ ਦੇ ਨਾਲ ਬਾਬਾ ਜੀ, ਇਹਨਾਂ ਕੋਲ ਗੁਰਦੁਆਰਾ ਪਿੱਪਲੀ ਸਾਹਿਬ ਹੈ ਜੀ, ਹਰਦਾਸਪੁਰ ਪਿੰਡ 'ਚ। ਮੈਂ ਇਹਨਾਂ ਅੱਗੇ ਬੇਨਤੀ ਕਰਨਾ ਚਾਹਾਂਗਾ ਵੀ ਇਸ ਕੜੀ ਨੂੰ ਅੱਗੇ ਵਧਾਉਣ। ਬਿਲਕੁਲ ਜੀ। ਉਹ ਕਹਿੰਦੇ ਮੈਂ ਹਰ ਥਾਂ ਤੁਹਾਡੇ ਨਾਲ ਆ, ਪਰਸੋਂ ਇੰਟਰਵਿਊ ਹੋਈ ਆ। ਠੀਕ ਹੈ ਜੀ। ਉਹ ਕਹਿੰਦੇ ਜਿੱਥੇ ਵੀ ਖੜੇ ਕਰੋਗੇ ਸਾਨੂੰ, ਅਸੀਂ ਤੁਹਾਡੇ ਨਾਲ ਆ। ਕਿਸੇ ਵੀ ਪੁਰਾਤਨ ਇਤਿਹਾਸ ਬਾਰੇ, ਕਿਸੇ ਵੀ ਪੁਰਾਤਨ ਸਥਾਨ ਬਾਰੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਚੈਨਲ ਨਾਲ ਖੜੇ ਹਾਂ ਜੀ। ਮੈਂ ਸਾਰਿਆਂ ਅੱਗੇ ਹੀ ਬੇਨਤੀ ਕਰਾਂਗਾ ਜੀ ਵੀ ਜਿੱਥੇ ਤੱਕ ਵੀ ਹੋ ਸਕਦਾ ਹੈ ਸਿੱਖ ਪੰਥ ਉਦਾਸੀ ਪੰਥ ਨੂੰ ਅਲੱਗ ਨਾ ਸਮਝਣ ਔਰ ਇਹਦੇ ਨਾਲ ਮਿਲ ਕੇ ਕੰਮ ਕਰਨ। ਤੇ ਜਿਹੜੇ ਬਾਬਾ ਜੀ ਨੇ ਪਹਿਲਾਂ ਵੀ ਲਾਈਵ ਦੇ ਸਵਾਲ 'ਚ ਜਵਾਬ ਦਿੱਤਾ ਸੀ ਵੀ ਜਿਹੜਾ ਉਦਾਸੀ ਭੇਖ ਦਾ ਨਾਮ ਵਰਤ ਕੇ ਬ੍ਰਾਹਮਣਵਾਦ ਵੱਲ ਜਾਂਦਾ, ਉਹ ਉਦਾਸੀ ਹੋ ਨਹੀਂ ਸਕਦਾ। ਨਹੀਂ ਜੀ। ਕੁਲਦੀਪ ਸਿੱਧੂ ਜੀ ਇੱਕ ਸਵਾਲ ਲਿਖਦੇ ਜੀ, ਉਹ ਕਹਿੰਦੇ ਸਾਡੇ ਵਾਹਿਗੁਰੂ ਜੀ, ਸਾਡੇ ਬਹੁਤੇ ਪ੍ਰਚਾਰਕਾਂ ਨੇ ਸਾਨੂੰ ਸੰਤ ਸਮਾਜ ਤੇ ਉਦਾਸੀ ਸੰਪਰਦਾ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਹੈ। ਇਹਦਾ ਕਾਰਨ ਉਹਨਾਂ ਦਾ ਸਵਾਰਥ ਜੀ, ਕਿ ਬਈ ਕਈ ਜਿਹੜੇ ਪ੍ਰਚਾਰਕ ਇਦਾਂ ਦੇ ਹੈਗੇ ਆ, ਉਹਨੇ ਵਿਵਾਦ ਖੜਾ ਕਰਕੇ ਆਪਣੀ ਉਹਨੂੰ ਲੋਕਾਂ 'ਚ ਲਿਆਉਣਾ ਹੁੰਦਾ। ਗੱਡੀ 'ਚ ਬਹਿ ਘਰ ਨੂੰ ਚਲ ਜਾਣਾ ਜੀ। ਹਾਂ, ਗੱਡੀ 'ਚ ਬਹਿ ਫਸੇ ਰਹਿਣ। ਮਤਲਬ ਇੱਕ ਵਾਰੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ, ਹੁਣ ਵੀ ਮੈਂ ਕਹਾਂਗਾ ਵੀ ਇੱਕ ਪ੍ਰਚਾਰਕ 3 ਵਿਵਾਦ ਖੜੇ ਕਰਕੇ ਜਾਂਦਾ ਜੀ। ਇੱਕ ਕਹਿੰਦਾ ਇਹ ਠੀਕ ਕਹਿੰਦਾ, ਦੂਜਾ ਕਹਿੰਦਾ ਗਲਤ ਕਹਿੰਦਾ ਜੀ, ਤੀਜਾ ਕਹਿੰਦਾ ਵਿਚਾਰਨਾ ਚਾਹੀਦਾ ਵੀ ਗਲਤ ਵੀ ਹੋ ਸਕਦਾ, ਠੀਕ ਵੀ ਹੋ ਸਕਦਾ। ਆ ਵੀ ਤਿੰਨਾਂ ਥਾਂ ਤੇ ਲੋਕ ਵੰਡੇ ਜਾਂਦੇ ਆ ਜੀ। ਉਹ ਇੱਕ ਗੱਲ ਕਰਕੇ ਉਹ ਤਿੰਨਾਂ ਨੂੰ ਵੰਡ ਕੇ ਖਿਲਾਰ ਕੇ ਚਲਾ ਜਾਂਦਾ, ਆਪਣਾ ਤਮਾਸ਼ਾ ਦਿਖਾਉਂਦਾ ਜੀ। ਉਹ ਮਦਾਰੀ ਵਾਲੀ ਡੁਗਡੁਗੀ ਹੈ, ਮੈਂ ਉਹਨੂੰ ਮਦਾਰੀ ਵਾਲੀ ਡੁਗਡੁਗੀ ਕਹੂੰਗਾ। ਉਹ ਪ੍ਰਚਾਰਕ ਨਹੀਂ ਹੋ ਸਕਦਾ। ਠੀਕ ਹੈ ਜੀ। ਉਹ ਆਪਣਾ ਸਵਾਰ ਸਾਧਨ ਲਈ ਉਹ ਲਾਈਵ ਹੁੰਦਾ ਹੈ ਜੀ, ਤੇ ਇਦਾਂ ਦੀ ਉਹ ਚਿੱਲੇ ਛੱਡ ਕੇ ਅੱਗ ਲਾਣੀ ਤੇ ਉਹਨੇ ਚਲੇ ਜਾਣਾ ਜੀ। ਪਿੱਛੇ ਜੇ ਬਾਬਾ ਜੀ ਇਹ ਵੀ ਪ੍ਰਚਾਰਿਆ ਗਿਆ ਵੀ ਜੇ ਇੰਨਾ ਹੀ ਉਦਾਸੀ ਸੰਪਰਦਾ ਨਾਲ ਤੁਹਾਨੂੰ ਪਿਆਰ ਆ, ਜਿਹੜੇ ਉਦਾਸੀ ਸੰਪਰਦਾ ਦੀ ਗੱਲ ਕਰਦੇ ਆ, ਉਹ ਫਿਰ ਲਗੋਟ ਲਾ ਲਓ ਤੇ ਸਿਰ 'ਚ ਸੁਆਹ ਪਾ ਲਓ। ਗੱਲ ਮੈਨੂੰ ਇਸ ਗੱਲ ਤੇ ਮਤਲਬ ਹਾਸਾ ਵੀ ਆਉਂਦਾ ਜੀ ਕਿ ਪਿਛਲਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਜੀ, ਉਹਦੇ ਵਿੱਚ ਕਚਹਿਰੀ ਹੁੰਦੀ ਨਹੀਂ ਸੀ। ਲੰਗੋਟ ਲਾ ਕੇ ਸਾਰੇ ਬਜ਼ੁਰਗ ਦੇ ਲੰਗੋਟ ਲਾ ਕੇ ਆਪਣਾ ਟਾਈਮ ਕੱਢਦੇ ਸੀਗੇ। ਜੀ ਜੀ, ਠੀਕ ਹੈ। ਹੁਣ ਤੁਸੀਂ ਉਹਨਾਂ ਨੂੰ ਕਹਦੇ ਵੀ ਉਦਾਸੀਆਂ ਦਾ ਲੰਗੋਟ ਹੈ, ਜਾਓ, ਉਹਨਾਂ ਦੀ ਬੇਬਸੀ ਸੀ ਜੀ। ਕੁਝ ਵੇਲੇ ਟੇਲਰ ਨਹੀਂ ਹੁੰਦੇ ਸੀਗੇ ਜੀ। ਠੀਕ ਹੈ। ਉਹਨਾਂ ਦਾ ਜੋ ਕੱਪੜਾ ਮਿਲਿਆ ਉਹਨਾਂ ਆਪਣਾ ਸਰੀਰ ਢੱਕ, ਉਹ ਸਰੀਰ ਢੱਕ ਲੈਂਦੇ ਸੀਗੇ। ਤੇ ਹੁਣ ਤੁਸੀਂ ਇਹ ਕਹਿ ਲਓ ਵੀ ਉਦਾਸੀ ਲੰਗੋਟ ਲਾਉਂਦੇ ਸੀ, ਜਾਂ ਉਸ ਵੇਲੇ ਸਮੇਂ ਦੀ ਮੰਗ ਸੀਗੀ। ਮਹਾਰਾਜ ਜੇ ਦੇਖਿਆ ਜਾਵੇ ਤਾਂ ਅੱਜ ਜਿਹੜੇ ਭਲਵਾਨੀ ਕਰਦੇ ਆ ਉਹ ਅੱਜ ਵੀ ਲਾਉਂਦੇ ਆ ਜੀ। ਬਿਲਕੁਲ, ਹੈ ਨਾ ਜੀ। ਇਸ ਕਰਕੇ ਇਹ ਚੀਜ਼ ਦਾ ਮੈਂ ਖੰਡਨ ਕਰਦਾ ਕਿ ਇਹ ਜਿਹੜਾ ਇਹ ਕਹਿੰਦੇ ਉਦਾਸੀ ਹੀ ਲੰਗੋਟ ਲਾਉਂਦੇ, ਗਲਤ ਹੈ। ਠੀਕ ਹੈ। ਉਸ ਵੇਲੇ ਦੇ ਸਮੇਂ ਦੀ ਮੰਗ ਸੀਗੀ ਤਾਂ ਲੰਗੋਟ ਲਾਇਆ। ਤੇ ਬਾਬਾ ਜਤਿੰਦਰ ਸਿੰਘ ਜੀ ਦਾ ਦੁਬਾਰਾ ਕਮੈਂਟ ਆਇਆ ਜੀ ਨਿਹੰਗ ਸਿੰਘ ਬਾਬਾ ਜੀ ਦਾ, ਉਹ ਕਹਿੰਦੇ ਬਿਲਕੁਲ ਬਾਬਾ ਜੀ, ਉਦਾਸੀ ਮਹਾਂਪੁਰਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖ ਪੰਥ ਵਾਸਤੇ। ਜਦੋਂ ਜੰਗਲਾਂ ਦੇ ਵਿੱਚ ਬਾਬਾ ਜੀ, ਉਹ ਵੀ ਥੋੜ੍ਹੀ ਜਿਹੀ ਬੇਨਤੀ ਸਾਂਝੀ ਕਰ ਲਈਏ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ। ਉਦੋਂ ਜਦੋਂ ਸਿੰਘ ਜੰਗਲਾਂ 'ਚ ਰਹਿੰਦੇ ਸੀ ਜੀ, ਉਦੋਂ ਉਦਾਸੀ ਮਹਾਂਪੁਰਸ਼ਾਂ ਨੇ ਕਿਵੇਂ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ, ਕਿਵੇਂ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਜੀ। ਉਸ ਵੇਲੇ ਲੋਕ ਕਿੰਨੇ ਕੁ ਡਰਦੇ ਸੀਗੇ ਜੀ ਵੀ ਜੇ ਗੁਰੂ ਘਰ ਜਾਣਾ ਹੁੰਦਾ ਨਾ ਜੀ, ਉਹ ਇਹ ਸੋਚਦੇ ਵੀ ਸਾਨੂੰ ਮਾਰ ਦੇਣਾ ਜੀ। ਉਸ ਵੇਲੇ ਉਦਾਸੀ ਸੰਪਰਦਾ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਵੀ ਕੀਤੀ,
ਬਾਣੀਆਂ ਦਾ ਪਾਠ ਵੀ ਕੀਤਾ। ਜੀ ਜਿੱਥੇ ਜਿੱਥੇ ਸਿੱਖ ਕੋ ਲੋਕੇ ਤੇ ਉਹਨਾਂ ਤੋਂ ਲੰਗਰ ਪਹੁੰਚਾਉਣ ਦਾ ਵੀ ਕੰਮ ਕੀਤਾ ਉਦਾਸੀ ਸਾਧੂਆਂ ਨੇ। ਉਦਾਸੀ ਸਾਧੂਆਂ ਨੇ ਜੀ। ਇਸ ਕਰਕੇ ਉਦਾਸੀ ਸੰਪਰਦਾ ਤੇ ਸਿੱਖ ਪੰਥ ਇੱਕ ਚੋਲੀ ਦਾਮਨ ਦਾ ਸਾਥ ਅਸੀਂ ਕਹਿ ਸਕਦੇ ਹਾਂ ਜੀ। ਇਹਨਾਂ ਨੇ ਪਹਿਲਾਂ ਤੋਂ ਹੀ ਨਿਭਾਇਆ, ਉਹ ਨਿਭਾਉਂਦੇ ਰਹਿਣਗੇ। ਜੱਗਾ ਸਿੰਘ ਜੀ ਕਹਿੰਦੇ ਵੀ ਜਿਹੜੇ ਕੂੜ ਪ੍ਰਚਾਰ ਬਾਬਾ ਜੀ ਬਾਰੇ ਕਰਦੇ ਆ ਉਹਨਾਂ ਤੇ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ? ਇਹਦੇ ਵਿੱਚ ਅਸੀਂ ਆਪਣੇ ਸਟੈਪ ਬਾਈ ਸਟੈਪ ਚੱਲੇ ਹੋਏ ਹਾਂ ਜੀ। ਅਸੀਂ ਸਟੈਪ ਲੈ ਰਹੇ ਹਾਂ ਜੀ। ਪਹਿਲਾਂ ਅਸੀਂ ਸੰਗਠਨ ਹੋਵਾਂਗੇ ਜੀ। ਫਿਰ ਅਸੀਂ ਉਹਨਾਂ ਦੇ ਉੱਪਰ ਐਕਸ਼ਨ ਲਵਾਂਗੇ। ਜੀ। ਅਸੀਂ ਇਕੱਲੇ ਜਾਵਾਂਗੇ ਮਤਲਬ ਕੂੜ ਪ੍ਰਚਾਰ ਕਰਨ ਦੇ, ਉਹ ਬੰਦੇ 50 ਹੋਣਗੇ, ਅਸੀਂ ਇਕੱਲੇ ਜਾ ਕੇ ਕੁੱਟ ਖਾ ਕੇ ਆਵਾਂਗੇ। ਜੀ। ਇਸ ਕਰਕੇ ਅਸੀਂ ਉਹ ਮਾਹੌਲ ਨਹੀਂ ਤਿਆਰ ਕਰਨਾ। ਅਸੀਂ ਉਹਨਾਂ ਨੂੰ ਸਮਝਾਉਣ ਦੀ ਪਹਿਲਾਂ ਕੋਸ਼ਿਸ਼ ਕਰਾਂਗੇ, ਫਿਰ ਜੇ ਨਹੀਂ ਸਮਝਦੇ ਤਾਂ ਅਗਲਾ ਕਦਮ ਅਸੀਂ ਫਿਰ ਚੱਕਾਂਗੇ। ਸਭ ਤੋਂ ਪਹਿਲਾਂ ਉਦਾਸੀ ਸੰਪਰਦਾ ਨੂੰ ਜਿੰਨੇ ਸਾਡੇ ਹਮਖਿਆਲੀ ਹੈਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੈ, ਪਹਿਲਾਂ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਲਿਆਵਾਂਗੇ। ਬਾਬਾ ਨਿਸ਼ਾਨ ਸਿੰਘ ਜੀ ਵੀ ਅੰਬਾਲੇ ਤੋਂ ਬੜੇ ਲੰਬੇ ਸਮੇਂ ਨਾਲ ਜੁੜੇ ਹੋਏ ਆ ਸਾਡੇ ਨਾਲ, ਉਹ ਵੀ ਕਮੈਂਟ ਕਰ ਰਹੇ ਜੀ। ਉਹ ਕਹਿੰਦੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਬਹੁਤ ਕਮਾਈ ਵਾਲੇ ਮਹਾਂਪੁਰਸ਼ ਨੇ। ਰਾਜੂ ਸਰਪੰਚ ਸ਼ਾਹਪੁਰੀ ਜੀ ਦਾ ਇੱਕ ਕਮੈਂਟ ਆਇਆ, ਬਾਬਾ ਜੀ ਬੜਾ ਗੌਰ ਕਰਨ ਵਾਲਾ ਆ। ਉਹ ਕਹਿੰਦੇ 9 ਗੁਰੂ ਸਾਹਿਬ ਦੇ ਟਾਈਮ ਸਿੱਖੀ ਦਾ ਪ੍ਰਚਾਰ ਲਗਭਗ ਸੇਮ ਸੀ। 10ਵੇਂ ਗੁਰੂ ਸਾਹਿਬ ਨੇ ਸਾਨੂੰ ਖਾਲਸਾ ਪੰਥ ਸਾਜ ਕੇ ਸਾਨੂੰ ਇੱਕ ਵੱਖਰਾ ਰੂਪ ਦੇ ਦਿੱਤਾ। ਮੈਨੂੰ ਲੱਗਦਾ ਮਨ 'ਚ ਸ਼ੰਕਾ ਨਾ ਜੀ ਇਹਨਾਂ ਦੇ ਵੀ। ਨਹੀਂ ਉਹ ਦੇਵਾਂਗੇ ਜਵਾਬ ਜੀ। ਇੰਨਾ ਉਹਨਾਂ ਦਾ ਕਮੈਂਟ, ਇਹ ਜਵਾਬ ਦੇ ਕੇ ਜਾਵਾਂਗੇ, ਇਹ ਨਹੀਂ ਗੱਲ ਹੈਗੀ ਜੀ। ਇਹ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਾਂਦਨੀ ਚੌਂਕ 'ਚ ਸੀਸ ਦਿੱਤਾ ਜੀ, ਤੇ ਉੱਥੇ ਲੱਖੀ ਸਾਹਿਬ ਬੰਜਾਰਾ, ਹਾਂਜੀ, ਤੇ ਅੱਜ ਆਪਾਂ ਨਾਂ ਨਹੀਂ ਲੈਂਦੇ ਉਹਨਾਂ ਦਾ, ਬਿਲਕੁਲ ਜੀ, ਬਹੁਤ ਘੱਟ, ਠੀਕ ਹੈ, ਭਾਈ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਭਾਈ ਜੈਤਾ ਜੀ ਜਿਨ੍ਹਾਂ ਦਾ ਪਹਿਲਾ ਨਾਂ ਸੀਗਾ, ਜੀਵਨ ਸਿੰਘ ਬਾਅਦ 'ਚ ਉਮਰ ਛੱਕੇ ਮਤਲਬ ਬਣਿਆ ਜੀ। ਤੇ ਉਹ ਜਦੋਂ ਵਾਪਸ ਆਏ ਨਾ ਸੀਸ ਲੈ ਕੇ ਗੱਡੇ ਦੇ ਉੱਪਰ ਸੀਸ ਉਹਨਾਂ ਲੱਦਿਆ, ਤਾਂ ਉਸ ਵੇਲੇ ਗੁਰੂ ਗੋਬਿੰਦ ਮਹਾਰਾਜ ਨੇ ਪੁੱਛਿਆ ਸੀਗਾ ਵੀ ਸਾਡਾ ਉੱਥੇ ਕੋਈ ਨਹੀਂ ਸੀਗਾ ਹੋਰ ਜੀ। ਤਾਂ ਜੀਵਨ ਸਿੰਘ ਨੇ ਸਾਰੇ ਉੱਥੇ ਦਾ ਵਰਤਾਨ ਚਲਾਇਆ, ਪਰ ਉੱਥੇ ਸਾਰੇ ਭੱਜ ਗਏ, ਕੋਈ ਨਹੀਂ ਸੀਗਾ ਜੀ। ਤੇ ਉੱਥੇ ਉਹਨਾਂ ਨੇ ਇਹ ਕਸਮ ਖਾਧੀ ਸੀ ਵੀ ਇਦਾਂ ਦਾ ਖਾਲਸਾ ਤਿਆਰ ਕਰੂੰਗਾ ਜਿਹੜਾ ਹਜ਼ਾਰਾਂ 'ਚ ਵੀ ਇਕੱਲਾ ਹੀ ਦਿਸੂਗਾ ਜੀ। ਹੋਰ ਪ੍ਰਚਾਰ ਦੇਖੋ, ਪਹਿਲੀ ਪਾਤਸ਼ਾਹੀ ਤੋਂ 5ਵੇਂ ਤੱਕ ਪ੍ਰਚਾਰ ਹੋਰ ਸੀਗਾ ਜੀ। 5ਵੇਂ ਪਾਤਸ਼ਾਹੀ ਤੋਂ 8ਵੇਂ ਪਾਤਸ਼ਾਹੀ ਤੱਕ 9ਵੇਂ ਪਾਤਸ਼ਾਹੀ ਤੱਕ ਪ੍ਰਚਾਰ ਹੋਰ ਸੀਗਾ ਜੀ। ਸਮੇਂ ਦੇ ਨਾਲ ਉਹ ਬਦਲਦੇ ਰਹੇ, ਤਬਦੀਲੀ ਆਉਂਦੀ ਰਹੀ। ਉਸ ਵੇਲੇ ਸਮੇਂ ਦੀ ਮੰਗ ਸੀਗੀ ਕਿ ਸਿੱਖਾਂ ਨੂੰ ਇਦਾਂ ਦਾ ਬਣਾਇਆ ਜਾਵੇ ਕਿ ਉਹ ਲੁਕਣ ਨਾ ਜੀ। ਇਸ ਕਰਕੇ ਉਹਨਾਂ ਨੇ ਬਣਾਇਆ ਨੇਤਾ ਅਲੱਗ ਪ੍ਰਚਾਰ ਕਰਨ ਦੀ, ਇਦਾਂ ਦਾ ਜਾਂ ਖਾਲਸਾ ਪੰਥ ਕਰਨ ਸਾਜਣਾ ਦੀ ਲੋੜ ਨਹੀਂ ਸੀਗੀ। ਜੀ ਜੀ ਜੀ। ਭਗਤੀ ਔਰ ਸ਼ਕਤੀ 6ਵੇਂ ਪਾਤਸ਼ਾਹ ਨੇ ਇਕੱਠੀ ਕਰ ਦਿੱਤੀ ਜੀ। ਭਗਤੀ ਔਰ ਸ਼ਕਤੀ, ਮੇਰੀ ਪੀੜੀ ਦੀਆਂ ਦੋ ਤਲਵਾਰਾਂ ਜਿਹੜੀਆਂ ਉੱਥੋਂ ਮਾਲਾ ਤੇ ਸ਼੍ਰੀ ਸਾਹਿਬ ਇਕੱਠੀਆਂ ਕਰ ਦਿੱਤੀਆਂ ਜੀ। ਠੀਕ, ਉਹਦੇ ਨਾਲ ਵੀ ਨਹੀਂ ਸਰਿਆ ਜੀ। ਫਿਰ 9ਵੇਂ ਪਾਤਸ਼ਾਹ ਦਾ ਜੋ ਤੁਸੀਂ ਦੇਖਿਆ ਵੀ ਉੱਥੇ ਜਾ ਕੇ ਸੀ ਭੇਟ ਕਰਨਾ ਪਿਆ ਜੀ ਜੀ। ਤੇ ਉਸ ਵੇਲੇ ਫਿਰ ਇਹਨਾਂ ਨੇ ਕਸਮ ਖਾਧੀ ਸੀਗੀ ਵੀ ਮੈਂ ਇਦਾਂ ਦਾ ਖਾਲਸਾ ਪੰਥ ਤਿਆਰ ਕਰੂੰਗਾ। ਉੱਥੇ ਹੀ ਕਹਿਦਾ ਉਹਨਾਂ ਨੇ। ਜੀ ਜੀ, ਬਿਲਕੁਲ। ਭਾਈ ਜੈਤਾ ਜੀ ਤੋਂ ਆਉਣ ਤੋਂ ਬਾਅਦ ਇਹ ਗੱਲ ਕਹੀ ਸੀਗੀ ਕਿ ਚਿੜੀਆਂ ਤੋਂ ਮੈਂ ਬਾਜ ਤਲਾਊਂ ਜੀ, ਤਬ ਗੁਰੂ ਗੋਬਿੰਦ ਸਿੰਘ ਨਾਮ ਕਹਾਊਂ ਜੀ। ਠੀਕ ਹੈ। ਬਾਬਾ ਨਿਸ਼ਾਨ ਸਿੰਘ ਜੀ ਦਾ ਇੱਕ ਆਇਆ ਜੀ ਕਮੈਂਟ ਅੰਬਾਲੇ ਵਾਲਿਆਂ ਦਾ, ਉਹ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੂੰ ਮਾੜਾ ਬੋਲਣ ਵਾਲੇ ਆਪ ਹੀ ਮਰ ਜਾਂਦੇ ਨੇ, ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ। ਮਤਲਬ ਜਿਹੜੇ ਬੁਰਾ ਕਹਿਣਗੇ ਉਹ ਆਪਣੇ ਬੁਰੇ ਬਚਨ ਦਾ ਜਿਹੜਾ ਫਲ ਆ ਉਹ ਵੀ ਪਾ ਲੈਣਗੇ। ਬਾਬਾ ਜੀ ਇੱਕ ਬੇਨਤੀ ਮੈਂ ਕਰਾਂਗਾ, ਫਿਰ ਆਪਾਂ ਸਮਾਪਤੀ ਕਰਦੇ, ਕਮੈਂਟ ਆਪਾਂ ਬੰਦ ਕਰ ਦਿੰਦੇ ਹਾਂ ਜੀ, ਤੇ ਨਹੀਂ ਤੇ ਵਿਚਾਰ ਤਾਂ ਭਾਵੇਂ 3 ਘੰਟੇ ਕਰੀ ਚਲੋ, ਸੰਗਤ ਨੇ ਸਵਾਲ ਕਰੀ ਜਾਣੇ, ਕਿਉਂਕਿ ਕੋਈ ਲਿਮਟ ਫਿਰ ਬਾਬਾ ਜੀ ਨੇ ਆਪਣੇ, ਅਸੀਂ ਇਹਨਾਂ ਦੇ ਨਿਤਨੇਮ ਦਾ ਟਾਈਮ ਵੀ ਅੱਗੇ ਪਿੱਛੇ ਕਰ ਦਿੱਤਾ, ਸੋ ਇਸ ਕਰਕੇ ਥੋੜ੍ਹਾ ਜਿਹਾ ਅਸੀਂ ਹੁਣ ਜਿਹੜਾ ਉਹ ਨੇੜੇ ਕਰਾਂਗੇ ਗੱਲ। ਬਾਬਾ ਜੀ ਇੱਕ ਬੇਨਤੀ ਆਪਾਂ ਕਰਨੀ ਆ ਵੀ ਜਿਹੜੇ ਉਦਾਸੀ ਸੰਪਰਦਾ ਦੇ ਮਹਾਂਪੁਰਸ਼ ਨੇ, ਉਹਨਾਂ ਨੇ ਗੁਰੂ ਸਾਹਿਬਾਨ ਜਾਂ ਗੁਰੂ ਕਾਲ ਜਾਂ ਗੁਰਸਿੱਖਾਂ ਦੇ ਟਾਈਮ 'ਚ ਜਦੋਂ ਸਿੰਘ ਜੰਗਲਾਂ 'ਚ ਰਹਿੰਦੇ ਸੀ ਉਦੋਂ ਵੀ ਬੜਾ ਵੱਡਾ ਯੋਗਦਾਨ ਪਾਇਆ। ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਭਾਲ ਕੀਤੀ, ਫਿਰ ਦਸਮ ਬਾਣੀ ਦੀ ਵੀ ਤਾਂ ਕੀਤੀ ਹੋਊ ਜੀ। ਬਿਲਕੁਲ ਕੀਤੀ ਹੈ ਜੀ। ਦਸਮ ਜਿਹੜੀ ਤੁਸੀਂ ਦੇਖਿਆ ਹੋਣਾ, ਅਸੀਂ ਨਾਅਰਾ ਦਿੱਤਾ ਸੀਗਾ ਜੀ, ਦਸਮ ਗ੍ਰੰਥ ਨਹੀਂ ਤਾਂ ਪੰਥ ਨਹੀਂ। ਬਿਲਕੁਲ ਜੀ। ਜੇ 10 ਗੁਰੂਆਂ ਦੇ ਨਾਂ ਆਏ ਤਾਂ ਦਸਮ ਗ੍ਰੰਥ 'ਚੋਂ ਆਏ, ਅਰਦਾਸ ਆਈ ਤਾਂ ਦਸਮ ਗ੍ਰੰਥ 'ਚੋਂ ਆਈ ਜੀ। ਜੇ 5 ਬਾਣੀਆਂ ਵਿੱਚੋਂ 3 ਬਾਣੀਆਂ ਦਸਮ ਗ੍ਰੰਥ 'ਚੋਂ ਆਈਆਂ ਜੀ। ਇਹ ਲੋਕ ਝੂਠਾ ਕਰਨ ਦੇ ਵਿੱਚ ਇਹ ਤੁਲੇ ਹੋਏ ਨੇ ਵੀ ਜੇ ਦਸਮ ਗ੍ਰੰਥ ਝੂਠਾ ਕਰ ਦਿੱਤਾ, 3 ਬਾਣੀਆਂ ਇਹਨਾਂ ਦੀਆਂ ਛੁੱਟ ਜਾਣ, 3 ਬਾਣੀਆਂ ਵਿੱਚੋਂ ਇਹਨਾਂ ਨੂੰ ਕਰੰਟ ਮਿਲਦਾ ਤਾਂ ਅਸੀਂ ਮਾਰ ਦੇਣੇ ਇਹ ਜੀ। ਇਹ ਸਾਜ਼ਿਸ਼ ਹੈ ਦਸਮ ਗ੍ਰੰਥ ਨੂੰ ਝੂਠਾ ਕਰਨ ਦੀ ਜੀ, ਕਿ ਜੇ ਦਸਮ ਗ੍ਰੰਥ ਝੂਠਾ ਹੋਵੇ ਤਾਂ 3 ਬਾਣੀਆਂ ਵੀ ਝੂਠੀਆਂ ਹੋ ਗਈਆਂ, ਤੇ ਗੁਰੂ ਮਹਾਰਾਜ ਤਾਂ 5 ਬਾਣੀਆਂ ਕਿਹਾ। ਬਿਲਕੁਲ ਜੀ। ਨਿਤਨੇਮ 5 ਬਾਣੀਆਂ ਦਾ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ। ਠੀਕ ਹੈ। ਹੁਣ ਵੀ 5 ਬਾਣੀਆਂ ਦਾ ਪੜ੍ਹ ਕੇ ਜਿਹੜਾ ਅੰਮ੍ਰਿਤ ਤਿਆਰ ਹੁੰਦਾ। ਇਸ ਕਰਕੇ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਿੱਖ ਪੰਥ ਨੂੰ, ਕਿਉਂਕਿ ਭਗਤੀ ਔਰ ਸ਼ਕਤੀ ਨੂੰ ਬਰਾਬਰ ਲੈ ਕੇ ਖੜਾ ਕੀਤਾ ਨਾ ਜੀ। ਤੇ ਜੇ ਸ਼ਕਤੀ ਸਾਡੀ ਉੱਡ ਗਈ
ਤਾਂ ਅਸੀਂ ਤਾਂ ਮਰ ਗਏ। ਜੀ, ਇਸ ਕਰਕੇ ਇਸ ਚੀਜ਼ ਤੇ ਗੌਰ ਕਰਨੀ ਚਾਹੀਦੀ। ਜਿਹੜਾ 10ਵੇਂ ਗ੍ਰੰਥ ਨੂੰ ਝੂਠਾ ਬੋਲਦਾ ਹੈ, ਮੈਂ ਉਹਨੂੰ ਕਹੂੰਗਾ ਕਿ ਉਹ RSS ਦਾ ਜਿਹੜਾ ਉਹ ਕੋਈ ਮੈਂਬਰ ਹੈਗਾ ਜੀ, ਤੇ ਜਿਹੜਾ ਇਹ ਆਪਣਾ ਬਾਣੀ ਦੀ ਆਪਾਂ ਗੱਲ ਕਰਦੇ ਤਾਂ ਉਦਾਸੀਆਂ ਨੇ ਸ਼ੁਰੂ ਕਰ ਦਿੱਤੀ। ਜੀ ਜੀ ਸਿਧਾਂਤ ਸਾਗਰ, ਮੈਂ ਉਹਦਾ ਡਟ ਕੇ ਵਿਰੋਧ ਕਰਦਾ। ਉਹ ਮਾਈ ਦੀ ਬਾਣੀ ਨਹੀਂ ਹੈ, ਨਾ ਕਿ ਉਦਾਸੀ ਨੂੰ ਮਾਨਤਾ ਦੇਣ। ਜੇ ਕਿਸੇ ਨੇ ਕੋਈ ਸਰੋਤ ਮਿਲਦਾ ਜੀ ਇਸ ਚੀਜ਼ ਦਾ? ਬਿਲਕੁਲ ਮਿਲਦਾ ਜੀ। ਬਈ ਇਹ ਨਹੀਂ ਜਿੱਦਾਂ ਹੁਣ ਪ੍ਰਚਾਰ ਹੁੰਦਾ ਵੀ ਇਹ ਬਾਬਾ ਜੀ ਦੀ ਬਾਣੀ ਹੈ, ਕਿਤੇ ਨਹੀਂ ਲਿਖਿਆ। ਠੀਕ, ਮੈਨੂੰ ਜੇ ਲਿਖਿਆ ਕੋਈ ਦੱਸਿਆ ਕਿ ਫਲਾਨੀ ਕਿਤਾਬ ਵਿੱਚ ਬਾਬਾ ਜੀ, ਉਹਦੇ ਤੇ ਅਸੀਂ ਅਧਿਐਨ ਕਰ ਸਕਦੇ, ਉਹਦਾ ਅਸੀਂ ਅਧਿਐਨ ਕਰ ਲਿਆ। ਅਸੀਂ ਜੇ ਉਹਨਾਂ ਦੀ ਗੱਲ ਮੰਨਣ ਵਾਲੀ ਤਾਂ ਮੰਨਾਂਗੇ ਅਸੀਂ। ਬਿਲਕੁਲ। ਲੇਕਿਨ ਜਿੰਨੇ ਉਦਾਸੀ ਨੂੰ ਇਹ ਜਾ ਕੇ ਸਿਧਾਂਤ ਸਾਗਰ ਦਿੱਤਾ ਜਾਂਦਾ ਹੈ ਜੀ, ਉਹ ਇਸ ਚੀਜ਼ ਤੇ ਗੌਰ ਕਰਨਗੇ ਸਾਡੀ ਬਾਣੀ ਨਹੀਂ ਹੈ ਜੀ। ਸਾਨੂੰ ਤਾਂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਹੈ। ਉਹ ਇਹੀ ਕਿਹਾ, ਸਰੂਪ ਦੇ ਕੇ ਇਹੀ ਕਿਹਾ, ਜਾਓ ਉਦਾਸੀਏ ਗੁਰਬਾਣੀ ਦਾ ਪ੍ਰਚਾਰ ਕਰੋ। ਅਸੀਂ ਉਹੀ ਜਿਹੜੀ ਹੈ ਉਹਦਾ ਪ੍ਰਚਾਰ ਕਰਦੇ ਹਾਂ, ਅਸੀਂ ਉਹਦਾ ਸਮਰਥਨ ਕਰਦੇ ਹਾਂ। ਅਸੀਂ ਗੁਰੂ ਨੂੰ ਗੁਰੂ ਮੰਨਦੇ ਹਾਂ ਜੀ, ਤੇ ਗੁਰੂ ਨੂੰ ਜਿਹੜਾ ਨਹੀਂ ਮੰਨਦਾ ਅਸੀਂ ਉਹ ਤੋਂ ਬਹੁਤ ਪਿੱਛੇ ਹਟਦੇ ਹਾਂ ਔਰ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ। ਬਾਬਾ ਜੀ ਇੱਕੋ ਹੀ ਸਵਾਲ ਲੈਣਾ ਆਪਾਂ, ਉਹ ਵੀ ਕਿਸੇ ਮਹੰਤ ਮਹਾਂਪੁਰਸ਼ਾਂ ਦਾ ਆਇਆ ਜੀ, ਉਦਾਸੀ ਭੇਖ ਦੇ। ਉਹ ਕਹਿੰਦੇ ਜੀ ਉਦਾਸੀਆਂ ਦੇ ਮੱਠ ਦਾ ਨਾਮ ਕੀ ਹੈ? ਮਹੰਤ ਪ੍ਰੀਤਮ ਦਾਸ ਜੀ ਨੇ ਕੋਈ, ਮੇਰੇ ਖਿਆਲ ਸਰਹਾਲੇ ਵਾਲੇ ਮਹਾਂਪੁਰਸ਼ ਹੋਣਗੇ ਜਾਂ ਸ਼ਾਇਦ ਉਹਨਾਂ ਦੇ ਵੱਡੇ ਮਹਾਂਪੁਰਸ਼ਾਂ ਦਾ ਨਾਮ ਬਾਬਾ ਪ੍ਰੀਤਮ ਦਾਸ ਜੀ ਹੋ ਸਕਦਾ, ਉਹਨਾਂ ਦੇ ਨਾਮ ਤੇ ਬਣਾਈ ਹੋਵੇ ਜਾਂ ਕੋਈ ਹੋਰ ਵੀ ਹੋ ਸਕਦੇ ਆ ਜੀ। ਉਦਾਸੀਆਂ ਦੇ ਮੱਠ ਦਾ ਕੀ ਨਾਮ ਹੈ? ਕੋਈ ਉਦਾਸੀ ਭੇਖ 'ਚ ਮੱਠ ਹੈਗੇ ਜੀ? ਮੱਠ ਤਾਂ ਆਪਣੀ ਮਨ ਘੜਾਂ ਤੋਂ ਬਣਾਇਆ ਹੋਇਆ, ਜਿਹੜਾ ਜੇ ਅਸੀਂ ਕਹੀਏ ਵੀ ਪ੍ਰਮਾਣਿਤ ਹੈ ਜਾਂ ਉਹਦੇ ਉੱਪਰ ਕਿਸੇ ਨੇ ਬਾਬਾ ਸ਼੍ਰੀ ਚੰਦ ਮੈਂ ਮੋਹਰ ਲਾਈ ਹੈ ਜੀ, ਠੀਕ ਹੈ, ਤਾਂ ਉਹ ਮੱਠ ਇਤਿਹਾਸ ਨਹੀਂ ਕਿਤੇ ਵੀ ਆਉਂਦਾ। ਠੀਕ ਹੈ ਜੀ। ਹਾਂ, ਜੇ ਕਿਤੇ ਆਉਂਦਾ ਤੇ ਉਹ ਆਪਾਂ ਸਾਨੂੰ ਸੰਪਰਕ ਕਰਕੇ ਜ਼ਰੂਰ ਦੱਸਣਾ। ਅਸੀਂ ਉਹਦੇ ਬਾਰੇ ਬਿਨਾਂ ਅਧਿਐਨ ਕੀਤਿਆਂ ਨਹੀਂ ਬੋਲ ਸਕਦੇ ਹੈ ਨਾ ਜੀ, ਕਿਉਂਕਿ ਜੇ ਅਸੀਂ ਉਸ ਚੀਜ਼ ਬਾਰੇ ਗਲਤ ਬੋਲ ਦਾਂਗੇ ਤਾਂ ਵੀ ਮਾੜਾ ਹੈ। ਮੱਠ ਜਿਹੜਾ ਨਾ ਉਦਾਸੀ ਸੰਪਰਦਾ ਜਿਹੜੀ ਹੈ ਨਾ, ਕਿਤੇ ਮੱਠ ਦਾ ਜ਼ਿਕਰ ਨਹੀਂ ਆਉਂਦਾ। ਠੀਕ ਹੈ ਜੀ। ਮੱਠ ਜਿਹੜੇ ਹੈ ਇਹ ਬਣਾਏ ਗੁਰੂ ਗੋਰਖਨਾਥ ਨੇ ਜੀ, ਜਦੋਂ ਆਪਾਂ ਲਿਖਦੇ ਹਾਂ ਗੋਰਖਨਾਥ ਜੀ ਜੀ ਜੀ, ਉਹਨੇ ਆਪਣੇ ਮੱਠ ਬਣਾਏ। ਜਿੱਦਾਂ 300 ਚੇਲਾ ਬਣਾ ਲਿਆ ਜੀ, 400 ਚੇਲਾ ਬਣਾ ਲਿਆ, ਉਹਨੂੰ ਅਸੀਂ ਮੱਠ ਕਹਿੰਦੇ ਹਾਂ। ਜਦ ਕਿ ਬਾਬਾ ਸ਼੍ਰੀ ਚੰਦ ਮਾਈ ਨੇ ਕੋਈ ਇਦਾਂ ਦਾ ਮੱਠ ਨਹੀਂ ਤਿਆਰ ਕੀਤਾ। ਉਹਨਾਂ ਨੇ ਤਾਂ ਇਹ ਕਿਹਾ ਵੀ ਸੇਵਾਦਾਰ ਬਣ ਕੇ ਸੇਵਾ ਕਰੋ। ਠੀਕ ਹੈ ਜੀ। ਤੋ ਬਾਬਾ ਜੀ ਫਿਰ ਆਪਾਂ ਇੰਨੀਆਂ ਬੇਨਤੀਆਂ ਦੇ ਨਾਲ ਆਗਿਆ ਲੈਨੇ ਸੰਗਤ ਕੋਲੋਂ। ਠੀਕ ਹੈ ਜੀ। ਤਕਰੀਬਨ 1.5 ਘੰਟੇ ਦਾ ਸਮਾਂ ਜਿਹੜਾ ਆ ਜੀ ਉਹ ਆਪਣੇ ਲਾਈਵ ਦੇ ਵਿੱਚ ਬਹੁਤ ਸੰਗਤਾਂ ਨੇ ਸਵਾਲ ਸੰਜੀਦਾ ਬੋਲੀ ਦੇ ਨਾਲ ਪੁੱਛੇ ਹੈ, ਬੜੇ ਵਧੀਆ ਤਰੀਕੇ ਨਾਲ ਕਮੈਂਟ ਲਿਖਤ ਦੇ ਵਿੱਚ ਆਏ ਹੈ ਤੇ ਬਾਬਾ ਜੀ ਨੇ ਖੁੱਲ੍ਹ ਕੇ ਉਸ ਬਚਨਾਂ ਦਾ ਜਵਾਬ ਵੀ ਦਿੱਤਾ ਹੈ। ਤੇ ਹੋ ਸਕਦਾ ਕੋਈ ਬੋਲਦਿਆਂ ਵਿਚਾਰਾਂ ਕਰਦਿਆਂ ਸਾਡੇ ਤੋਂ ਵਿਚਾਰ ਕੋਈ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਵੀ ਗਿਆ ਹੋਵੇ। ਬਾਬਾ ਜੀ ਇਸ ਉਪਰਾਲੇ ਲਈ ਸਾਡਾ ਅੱਜ ਲਾਈਵ ਦੇ ਵਿੱਚ ਡਿਸਕਸ਼ਨ ਦੇ ਵਿੱਚ ਵਿਚਾਰਾਂ ਦੀ ਸਾਂਝ ਆਪਸ ਵਿੱਚ ਬੈਠ ਕੇ ਤਾਂ ਅਸੀਂ ਬਹੁਤ ਵਾਰ ਕੀਤੀ ਹੈ, ਪਰ ਜਿੱਦਾਂ ਜਿਸ ਭੇਖ ਦੇ ਬਾਰੇ ਬਚਨ ਨੇ ਉਹਨਾਂ ਨਾਲ ਪਹਿਲੀ ਵਾਰੀ ਬੈਠ ਕੇ ਅਸੀਂ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ 'ਚ ਹੋਰ ਮਹਾਂਪੁਰਸ਼ਾਂ ਨਾਲ ਵੀ ਅਸੀਂ ਜਿਹੜਾ ਹੈਗਾ ਉਹ ਵਿਚਾਰ ਕਰਾਂਗੇ। ਸੋ ਆਪ ਜੀ ਦਾ ਬਹੁਤ ਧੰਨਵਾਦ, ਆਪ ਜੀ ਨੇ ਸਾਨੂੰ ਸਮਾਂ ਦਿੱਤਾ ਜੀ। ਮੈਂ ਸਭ ਤੋਂ ਪਹਿਲਾਂ ਮੀਡੀਆ ਹਰ ਰਾਏਪੁਰ ਵਾਲੇ ਜੀ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇੰਨਾ ਉਪਰਾਲਾ ਕਰਕੇ ਸਾਡਾ ਸਾਥ ਦਿੱਤਾ ਜੀ। ਤੇ ਬਾਕੀ ਮੈਂ ਸਾਰੀਆਂ ਸੰਗਤਾਂ ਅੱਗੇ ਬੇਨਤੀ ਕਰਨਾ ਚਾਹਾਂਗਾ ਜੀ ਕਿ ਇਤਿਹਾਸ ਦੇ ਵਿੱਚ ਕੋਈ ਮੰਦ ਘਣਾ ਤਾਂ ਮੈਂ ਬੋਲ ਗਿਆ ਹੋਵਾਂ ਜੀ, ਤਾਂ ਸੰਗਤ ਬਖਸ਼ਣਯੋਗ ਹੈ ਜੀ। ਤੇ ਬਾਕੀ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਜੀ, ਕਿਉਂਕਿ ਇਹ ਜਿਹੜਾ ਅਧੂਰਾ ਕੰਮ ਪਿਆ ਹੈ ਇਹਨੂੰ ਅਸੀਂ ਰਲ ਮਿਲ ਕੇ ਹੀ ਪੂਰਾ ਕਰੀਏ। ਠੀਕ ਹੈ। ਤੇ ਬਾਕੀ ਮੈਂ ਤੁਸੀਂ ਸਾਰੇ ਜੁੜੇ, ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਅਖੀਰ 'ਚ ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅਗਲਾ ਪ੍ਰੋਗਰਾਮ ਲੈ ਕੇ ਹੋਰਨਾਂ ਮਹਾਂਪੁਰਸ਼ਾਂ ਦੇ ਨਾਲ ਜਿਸ ਵਿਸ਼ੇ ਤੇ ਗੱਲ ਕਰਨੀ ਹੋਏਗੀ ਆਪ ਜੀ ਨੂੰ ਫਿਰ ਪੋਸਟਰ ਦੁਆਰਾ ਸਟੇਟਸ ਵਗੈਰਾ ਨਾਲ ਪੋਸਟ ਪਾ ਕੇ ਦੱਸ ਦਿੱਤਾ ਜਾਵੇਗਾ। ਸੋ ਇੰਨੀਆਂ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।